ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਨ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਰ ਭਗਤ ਲਾਹੌਰ ਲੈ ਪੁਜਿਓ ਦਿਓ ਨਵਾਬ ਸੁਨਾਏ ਤਾਰੂ ਸਿੰਘ ਦਿਖਾਲ ਕੇ ਕਹਿਓ ਦੋਹ ਚਰਖ ਚੜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਜਿਨ੍ਹਾਂ ਦੇ ਭਾਗ ਵੱਡੇ ਉਹਨਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਮੂਹ ਦਲ ਪੰਥ ਕੈਲੀਫੋਰਨੀਆ ਦੇ ਨੌਜਵਾਨਾਂ ਨੂੰ ਉੱਤਮ ਉਪਰਾਲਾ ਬਖਸ਼ਿਸ਼ ਕੀਤਾ ਹੈ। ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ ਹੈ ਆਦਰਸ਼ ਹਨ ਪੰਥ ਦੇ ਨੌਜਵਾਨਾਂ ਦੇ ਲਈ। ਉਹਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਸਮੁੱਚਾ ਪੰਥ ਮਨਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਇਕੱਤਰ ਹੋ ਕੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਥੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਵੀ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਦੱਸੀ ਹੈ ਕਿਉਂਕਿ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਹੀ ਜੋਤ ਹਨ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਦਸਾਂ ਪਾਤਸ਼ਾਹੀਆਂ ਵਿੱਚ ਜਿਹੜਾ ਬੰਦਾ ਭੇਦ ਜਾਣਦਾ ਹੈ ਉਹਦਾ ਭੇਦ ਮਿਟਣਾ ਹੀ ਨਹੀਂ। ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਥੋੜ੍ਹੀ ਜਿਹੀ ਆਵਾਜ਼ ਘੱਟ ਕਰੋ ਸੋ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤੇ ਹਨ ਕਹਿੰਦੇ ਭਿੰਨ ਭਿੰਨ ਸਭ ਨੂੰ ਕਰ ਜਾਣਾ। ਸ੍ਰੀ ਵਿਚਿਤ੍ਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੱਖਰਾ ਵੱਖਰਾ ਤੇ ਸਾਰੇ ਜਾਣ ਲੈਂਦੇ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਕੋਲ ਇੱਕ ਬੜਾ ਵਿਦਵਾਨ ਆਇਆ ਸੀ ਸ਼ਾਸਤਰਾਂ ਦਾ ਗਿਆਤਾ। ਕਹਿੰਦਾ ਮੈਂ ਦੋ ਸਿੱਧ ਕਰਾਂਗਾ ਆਪਣਾ ਬਗਾਨਾ ਵੱਡਾ ਛੋਟਾ ਗੋਰਾ ਕਾਲਾ ਦਿਨ ਰਾਤ ਸ਼ਿਵ ਸ਼ਕਤੀ ਮੈਂ ਦੋ ਕਰਾਂਗਾ ਇੱਕ ਪਰਮਾਤਮਾ ਇੱਕ ਮਾਇਆ ਕਹਿੰਦੇ ਵੱਖਰੀ ਵੱਖਰੀ। ਮਹਾਂਪੁਰਸ਼ ਉਦੋਂ ਪੰਜਾਬ ਵਿੱਚ ਗੁਰਮਤਿ ਦਾ ਪ੍ਰਚਾਰ ਆਰੰਭ ਹੀ ਕੀਤਾ ਸੀ ਬੜੀ ਮਹਿਮਾ ਸੀ ਉਹਨਾਂ ਦੀ ਤੇ ਉਸ ਵੇਲੇ ਉਹ ਸੰਤਾਂ ਕੋਲ ਆ ਗਿਆ ਕਹਿਣ ਲੱਗਾ ਮੇਰੇ ਨਾਲ ਸ਼ਾਸਤਰਾਰਥ ਕਰੋ। ਮਹਾਂਪੁਰਸ਼ ਕਹਿੰਦੇ ਪੰਡਿਤ ਜੀ ਅਸੀਂ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਲੇ ਹਾਂ ਅਸੀਂ ਮਹਾਂਪੁਰਸ਼ਾਂ ਨਾਲ ਬਹਿਸ ਨਹੀਂ ਕਰਦੇ ਆਏ ਗਿਆ ਦਾ ਤੁਹਾਡੀ ਸੇਵਾ ਕਰਨੀ ਹੈ ਜਲ ਪਾਣੀ ਛਕੋ ਕੋਈ ਸਾਨੂੰ 2-4 ਦਿਨ ਕਥਾ ਸੁਣਾਓ। ਉਹ ਫਿਰ ਆਪਣੀ ਆਈ ਤੋਂ ਹਟਿਆ ਨਾ ਕਹਿੰਦਾ ਨਾ ਚਰਚਾ ਕਰੋ। ਸੰਤ ਕਹਿੰਦੇ ਵੀ ਵਾਦ ਵਿਵਾਦ ਕਾਹੂ ਸਿਓ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ। ਵਾਦ ਵਿਵਾਦ ਕਰਨਾ ਗੁਰਮੁਖਾਂ ਦਾ ਕੰਮ ਨਹੀਂ। ਗੁਰਮੁਖਾਂ ਦਾ ਕੰਮ ਤੇ ਸਭ ਨਾਲ ਪ੍ਰੇਮ ਕਰਨਾ ਹੈ। ਜਿਹੜਾ ਵਾਦ ਵਿਵਾਦ 'ਚ ਪੈਂਦਾ ਉਹ ਅਧੂਰਾ ਹੈ। ਵਾਦ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਬਿਨ ਵਾਦ ਵਿਰੋਧ ਹੈ ਕੋਈ ਨਹੀਂ। ਕਹਿੰਦੇ ਵਾਦ ਵਿਰੋਧ ਤੋਂ ਕੋਈ ਬਚਿਆ ਨਹੀਂ। ਮੈਂ ਦਿਖਾ ਲਿਓ
ਮੈਨੂੰ ਦਿਖਾਓ ਕੋਈ ਬੰਦਾ, ਕਹਿੰਦੇ ਜਿਹੜਾ ਵਾਦ ਵਿਵਾਦ ਤੋਂ ਨਿਕਲ ਗਿਆ ਹੋਵੇ, ਤਿਸ ਸਾਲਾਂ ਹੀ ਮੈਂ ਉਹਨੂੰ ਸਲਾਵਾਂਗਾ, ਉਹਦੀ ਵਡਿਆਈ ਕਰਾਂਗਾ। ਤੇ ਪੰਡਤ ਜੀ ਤੁਸੀਂ ਸਾਨੂੰ ਹੀ ਵਾਦ ਵਿਵਾਦ 'ਚ ਪਾਉਣਾ ਚਾਹੁੰਦੇ ਹੋ। ਉਹ ਜਦੋਂ ਮੁੜਿਆ ਨਾ ਪੰਡਤ, ਕਹਿੰਦਾ ਜੀ ਤੁਸੀਂ ਇੱਕ ਸਿੱਧ ਕਰਦੇ ਹੋ, ਤੁਸੀਂ ਕਹਿੰਦੇ ਹੋ ਇੱਕ ਓਂਕਾਰ, ਮੈਂ ਕਹਿੰਦਾ ਦੋ, ਚਰਚਾ ਕਰੋ। ਇੱਦਾਂ ਕੋਲ ਮਹਾਂਪੁਰਸ਼ ਬੈਠੇ, ਕੋਲ ਪੰਡਤ ਜੀ ਬੈਠੇ। ਪਿੰਡਰਾਂ ਉੱਥੇ ਅਜੇ ਵੀ ਜਿਹੜਾ ਡੇਰਾ ਹੈ ਮਹਾਂਪੁਰਸ਼ਾਂ ਦਾ, ਉਹਦੇ ਲਾਗੇ ਦੀ ਜਿਹੜੀ ਸੜਕ ਲੰਘਦੀ ਹੈ ਨਾ ਵਹਿਣੀ, ਉਹਦੇ ਤੋਂ ਇੱਕ ਬੱਚਾ, ਜਿਹੜੇ ਪਿੰਡਾਂ 'ਚ ਗਰੀਬ ਘਰ ਦੇ ਬੱਚੇ ਹੁੰਦੇ ਨਾ, ਉਹਨਾਂ ਨੂੰ ਆਪਾਂ ਬਾਲਦੀ ਕਹਿ ਦਿੰਦੇ, ਸਾਡੇ ਵੱਲ ਤਾਂ ਉੱਧਰੋਂ ਜਿਹੜੇ ਡੰਗਰਾਂ ਨੂੰ ਸਾਂਭਦੇ ਆ, ਇੱਕ ਬਾਲਦੀ ਮੁੰਡਾ ਮੱਝਾਂ ਗਾਵਾਂ ਹੱਕੀ ਜਾਂਦਾ ਪਿੰਡ ਦੀਆਂ। ਅਨਪੜ੍ਹ ਜਿਹੜੇ ਬੱਚੇ ਪੜ੍ਹਨ ਲਿਖਣ ਨਾ, ਉਹਨਾਂ ਨੂੰ ਇਸ ਕੰਮ ਤੇ ਲਾ ਦਿੰਦੇ। ਬਿਲਕੁਲ ਕੋਰਾ ਅਨਪੜ੍ਹ ਤੇ ਥੋੜ੍ਹਾ ਜਿਹਾ ਨੀਵੇਂ ਸਟੇਟਸ ਵਾਲਾ ਸੀਗਾ, ਗਰੀਬ ਪਰਿਵਾਰ ਦਾ ਸੀ, ਤੇ ਉਹ ਵਿਚਾਰਾ ਡਰਦਾ ਡਰਦਾ ਲੰਘਦਾ ਹੁੰਦਾ ਸੀ। ਸੰਤਾਂ ਨੇ ਆਵਾਜ਼ ਮਾਰ ਲਈ, ਉਹ ਕਾਕਾ ਉਰੇ ਆ। ਉਹ ਡਰ ਗਿਆ, ਕਹਿੰਦਾ ਮੇਰੇ ਤੋਂ ਕੋਈ ਗਲਤੀ ਹੋ ਗਈ, ਮਹਾਂਪੁਰਸ਼ਾਂ ਨੇ ਸੱਦਿਆ। ਉਹ ਵਿਚਾਰਾ ਦਰਵਾਜ਼ੇ 'ਚ ਆਇਆ ਤੇ ਉੱਥੇ ਖੜ ਗਿਆ। ਸੰਤ ਕਹਿੰਦੇ ਅੱਗੇ ਆ ਜਾ, ਉਹ ਫੇਰ ਪਿੱਛੇ। ਸੰਤ ਕਹਿੰਦੇ ਅੱਗੇ ਆ ਜਾ, ਉਹ 2 ਕਦਮ ਤੁਰਿਆ ਕਰੇ, ਫਿਰ ਡਰ ਗਏ। ਸੰਤ ਕਹਿੰਦੇ ਉਰੇ ਆ ਜਾ, ਸਾਡੇ ਕੋਲ ਮੰਜੇ ਤੇ ਬਹਿ। ਉਹ ਕਹਿੰਦਾ ਮਹਾਰਾਜ ਮੈਂ ਤੁਹਾਡੇ ਮੰਜੇ ਤੇ ਕਿਵੇਂ ਬਹਿ ਸਕਦਾ। ਉਹ ਥੱਲੇ ਬਵੇ ਤੇ ਸੰਤ ਬਾਂਹ ਫੜ ਕੇ ਉੱਪਰ ਖਿੱਚਣ ਮੰਜੇ ਦੇ, ਜ਼ੋਰ ਲਾ ਲਿਆ ਸੰਤਾਂ ਨੇ, ਉਹ ਸੰਤਾਂ ਦੇ ਮੰਜੇ ਤੇ ਨਹੀਂ ਬੈਠਾ। ਮਹਾਂਪੁਰਸ਼ ਕਹਿਣ ਲੱਗੇ ਪੰਡਿਤ ਜੀ 2 ਤਾਂ ਇਸ ਬੱਚੇ ਨੇ ਸਿੱਧ ਕਰਤਾ ਜਿਹੜਾ ਬਿਲਕੁਲ ਅਨਪੜ੍ਹ ਹੈ, 2 ਤਾਂ ਇਹਨੇ ਸਿੱਧ ਕਰਤੇ ਜਿਹਨੂੰ ਊੜਾ ਨਹੀਂ ਆਉਂਦਾ। ਸ਼ਾਸਤਰ ਪੜ੍ਹ ਕੇ ਜੇ 2 ਸਿੱਧ ਕਰਨੇ ਆ, ਜੇ ਵਿਦਵਾਨ ਬਣ ਕੇ ਦਵੈਤ ਕਰਨੀ ਹੈ ਤੇ ਫੇਰ ਪੜ੍ਹਨ ਦਾ ਕੀ ਫਾਇਦਾ। ਫਿਰ ਤਾਂ ਇਦਾਂ ਹੀ ਡੰਗਰ ਡੁੰਗਰ ਚਾਰ ਕੇ ਹੀ ਆਪਣੀ ਦਵੈਤ ਸਿੱਧ ਕਰ ਲੈਣੀ ਸੀ। ਜੇ ਪੜ੍ਹੇ ਲਿਖੇ ਹੋ ਕੇ ਪੰਡਿਤ ਜੀ ਅੰਦਰ ਦੀ ਦੁਬਦਾ ਨਹੀਂ ਨਾ ਮਿਟੀ। ਮਹਾਰਾਜ ਸਾਹਿਬ ਕਹਿੰਦੇ ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇਸ਼ ਸਜਾਏ। ਜਿਹਦੀ ਦੁਬਦਾ ਨਹੀਂ ਮਿਟੀ, ਉਹਨੂੰ ਧਰਮ ਰਾਜ ਸਜ਼ਾ ਦਿੰਦਾ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਬੜੀ ਕਿਰਪਾ ਕੀਤੀ। ਸੋਧੀ ਜੀ ਨੇ ਆ ਕੇ ਬਚਨ ਦੱਸੇ ਕਿ ਭਾਈ ਆਦ ਦਸਮ ਇੱਕੋ ਹੀ ਰੂਪ ਹੈ, ਇਹਨੂੰ 2 ਕਰਕੇ ਨਹੀਂ ਜਾਣਨਾ। ਭਿੰਨ ਭਿੰਨ ਸਭ ਹੂੰ ਕਰ ਜਾਣਨਾ, ਵੱਖਰਾ ਵੱਖਰਾ ਤੇ ਸਾਰੇ ਜਾਣਦੇ ਆ। ਗੁਰੂ ਨਾਨਕ ਹੋਰ ਹੈ ਕਹਿੰਦੇ, ਗੁਰੂ ਗੋਬਿੰਦ ਸਿੰਘ ਹੋਰ ਹੈ, ਕਈ ਇੱਦਾਂ ਦੇ ਵੀ ਨੇ। ਉਹ ਸਾਨੂੰ ਕਹਿੰਦੇ ਗਿਆਨੀ ਗੁਰੂ ਨਾਨਕ ਦੀ ਕਥਾ ਸੁਣਾਓ। ਜਦੋਂ ਦਸਮ ਪਾਤਸ਼ਾਹ ਦੀ ਕਥਾ ਹੁੰਦੀ, ਕੋਈ ਵਿਰਲੇ ਵਿਰਲੇ ਸੁਣਨ ਆਉਂਦੇ। ਮੈਂ ਕਿਹਾ ਕਿਉਂ ਭਾਈ? ਕਹਿੰਦੇ ਜੀ ਉਹ ਠਾ ਠਾ ਹੀ ਹੁੰਦੀ ਰਹਿੰਦੀ ਹੈ। ਉਹ ਠਾ ਠਾ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਕਲਗੀਧਰ ਦੇ ਭਗਤਾਂ ਨੂੰ ਚੰਗੀ ਲੱਗਣੀ ਹੈ। ਜਿਹਦਾ ਕੋਈ ਪਿਆਰਾ ਹੈ ਨਾ, ਉਹਨੂੰ ਆਪਣੇ ਪਿਆਰੇ ਦੀ ਇਸ਼ਟ ਦੀ ਗੱਲ ਚੰਗੀ ਲੱਗਦੀ, ਦੂਜੇ ਨੂੰ ਨਹੀਂ ਲੱਗਦੀ। ਆਪਣੇ ਆਪਣੇ ਪੰਥ ਕੀ ਸਭੀ ਮਨਾਵੇ ਖੈਰ। ਆਪਣਾ ਆਪਣਾ ਸੰਪਰਦਾ, ਆਪੋ ਆਪਣਾ ਪੰਥ, ਆਪੋ ਆਪਣੀ ਰੀਤੀ ਹੁੰਦੀ। ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਦੀ ਹਰ ਗੱਲ ਚੰਗੀ ਲੱਗਦੀ ਹੈ। ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਫਰਕ ਜਾਣਨ ਵਾਲੇ ਗੁਰੂ ਮਹਾਰਾਜ ਕਹਿੰਦੇ ਅਗਿਆਨ ਵਿੱਚ ਹਨ, ਇੱਕੋ ਹੀ ਹੈ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿੱਧ ਪਾਈ, ਤੇ ਬਿਨ ਜਾਣੇ ਸਿੱਧ ਹਾਥ ਨਾ ਆਈ। ਜਿੰਨਾ ਚਿਰ ਇੱਕ ਨਹੀਂ ਨਾ ਜਾਣਦੇ, ਉਹਨਾਂ ਚਿਰ ਸਿੱਧੀ ਨਹੀਂ ਮਿਲਣੀ। ਉਹਨਾਂ ਭਰਮ 'ਚ ਪੈ ਰਾਂਗੇ, ਜੰਮਣ ਮਰਨ ਦਾ ਚੱਕਰ ਚੱਲਦਾ ਰਹੇਗਾ। ਸੋ ਮਹਾਂਪੁਰਸ਼ਾਂ ਨੇ ਦੱਸਿਆ ਵੀ ਭਾਈ ਜਿਹੜੇ ਲੋਕ ਦੇਵੀ ਸਮਝਦੇ ਆ ਵੀ ਉਹ ਨਹੀਂ, ਉਹ ਅਕਾਲ ਪੁਰਖ ਦੀ ਐਨਰਜੀ ਹੈ। ਜਿਵੇਂ ਆ ਪੱਖੇ ਵੀ ਚੱਲਦੇ ਆ, ਲਾਈਟਾਂ ਵੀ ਜਗਦੀਆਂ, ਸਪੀਕਰ ਵੀ ਚੱਲ ਰਹੇ ਆ, ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਵੀ ਚੱਲ ਰਹੀ ਹੈ, ਤੇ ਪ੍ਰੈਸ ਕਰਨ ਵਾਲੀ ਪ੍ਰੈਸ ਵੀ ਚੱਲ ਰਹੀ ਹੈ। ਹਜ਼ਾਰਾਂ ਕੰਪਨੀਆਂ ਤੇ ਹਜ਼ਾਰਾਂ ਫੈਕਟਰੀਆਂ ਤੇ ਹਜ਼ਾਰਾਂ ਕਾਰਖਾਨੇ ਚੱਲ ਰਹੇ ਆ, ਮਸ਼ੀਨਾਂ ਚੱਲ ਰਹੀਆਂ। ਬਿਜਲੀ ਇੱਕੋ ਹੀ ਹੈ, ਇਲੈਕਟ੍ਰਿਕ ਪਾਵਰ ਇੱਕੋ ਹੀ ਹੈ। ਪੱਖਾ ਹਵਾ ਦਿੰਦਾ ਹੈ, ਕੂਲਰ ਠੰਡੀ ਹਵਾ ਦਿੰਦਾ ਹੈ, ਹੀਟ ਗਰਮ ਹਵਾ ਦਿੰਦਾ ਹੈ, ਤੇ ਫਰਿੱਜ ਜਿਹੜਾ ਉਹ ਹੋਰ ਕੰਮ ਕਰਦਾ ਹੈ, ਬਲਬ ਹੋਰ, ਟਿਊਬਾਂ ਹੋਰ। ਪਰ ਬਿਜਲੀ ਉਹ ਸ੍ਰੀ ਭਗਵਤੀ ਜੀ ਸਹਾਏ, ਪ੍ਰਥਮ ਭਗਵਤੀ ਸਿਮਰ ਕੇ ਉਹਨੂੰ ਕਿਹਾ ਮਹਾਰਾਜ ਨੇ। ਅੱਜ ਭਰਮਾਂ 'ਚ ਪੈ ਜਾਂਦੇ। ਤੇ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ, ਬੜੇ ਸੋਹਣੇ ਬਚਨ ਕਹਿ ਕੇ ਪਿਆਰ ਦਾ ਵਾਤਾਵਰਨ ਬਣਾ ਕੇ ਗਏ ਨੇ। ਇੱਕ ਇੱਕ ਕਦਮ ਉਹਨਾਂ ਦਾ ਸਾਡੇ ਸਿਰ ਮੱਥੇ ਤੇ ਹੈ। ਸੋ ਇਸੇ ਤਰ੍ਹਾਂ ਬਹੁਤ ਸਤਿਕਾਰਯੋਗ ਜਥੇਦਾਰ ਰਣਜੀਤ ਸਿੰਘ ਜੀ, ਜੋ ਕੈਲੀਫੋਰਨੀਆ ਮੰਟੀਕੇ ਤੋਂ ਗੱਤਕੇ ਦੀ ਬਹੁਤ ਵੱਡੀ ਸੇਵਾ ਬਾਬਾ ਦੀਦਾਰ ਸਿੰਘ ਜੀ ਦੇ ਨਾਲ ਰਲ ਕੇ, ਅਤੇ ਸਾਡੇ ਬਹੁਤ ਹੀ ਵੱਡੇ ਸਤਿਕਾਰਯੋਗ
ਭਾਈ ਜਸਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਪਿਆਰ ਨਾਲ ਸੰਗਤਾਂ ਲਵਲਾ ਜੀ ਕਹਿੰਦੀਆਂ ਨੇ। ਸਾਧ ਸੰਗਤ ਜੀ, ਇਹ ਸੱਚੀ ਮੁੱਚੀ ਲਵ ਪ੍ਰੇਮ ਦੇ ਹੀ ਰੂਪ ਹਨ। ਸਭ ਨੂੰ ਪ੍ਰੇਮ ਕਰਕੇ ਕਿੰਨੇ ਬੱਚੇ ਤਿਆਰ ਕਰਤੇ। ਅੱਜ ਤੁਹਾਡੀ ਸਭ ਤੋਂ ਵੱਡੀ ਅਮਰੀਕਾ 'ਚ ਪ੍ਰਾਪਰਟੀਆਂ, ਜ਼ਮੀਨਾਂ ਨਹੀਂ ਗਈਆਂ ਤੁਹਾਡੀਆਂ, ਮਾਫ ਕਰਨਾ, ਕੋਈ ਗੁੱਸਾ ਨਾ ਕਰੇ। ਤੁਹਾਡੇ ਕੋਲ 1000 ਕਿੱਲਾ ਜ਼ਮੀਨ ਹੈ ਇੱਥੇ ਕੈਲੀਫੋਰਨੀਆ 'ਚ, ਉਹਦੀ ਕੋਈ ਵੈਲਿਊ ਨਹੀਂ। ਕਿਸੇ ਕੋਲ 100-200 ਟਰੱਕ ਨੇ, ਉਹਦੀ ਕੋਈ ਵੈਲਿਊ ਨਹੀਂ। ਤੁਹਾਡੇ ਕੋਲ ਬੜੇ ਬੜੇ ਬਿਜ਼ਨਸ ਨੇ, ਮਾਫ ਕਰਨਾ, ਕੋਈ ਵੈਲਿਊ ਨਹੀਂ। ਗੁੱਸਾ ਨਾ ਕਰਿਆ ਜੇ ਕਹਿ ਰਿਹਾ ਮੈਂ। ਤੁਹਾਡੀ ਵੈਲਿਊ ਜੇ ਤੁਹਾਡੇ ਬੱਚੇ ਅੰਮ੍ਰਿਤਧਾਰੀ ਨੇ, ਜੇ ਤੁਹਾਡੇ ਬੱਚੇ ਨਸ਼ਿਆਂ ਤੋਂ ਬਚੇ ਨੇ, ਜੇ ਤੁਹਾਡੇ ਬੱਚੇ ਬਾਣੀ ਬਾਣੇ ਨਾਲ ਜੁੜੇ ਨੇ, ਜੇ ਤੁਹਾਡੇ ਬੱਚਿਆਂ ਨੂੰ ਆਪਣੇ 10 ਪਾਤਸ਼ਾਹੀਆਂ ਦਾ, ਸ਼ਹੀਦਾਂ ਸਿੰਘਾਂ ਦਾ ਇਤਿਹਾਸ ਪਤਾ ਹੈ, ਤੇ ਤੁਸੀਂ ਅਮੀਰ ਹੋ, ਤੇ ਨਹੀਂ ਤਾਂ ਤੁਸੀਂ ਕੁਝ ਵੀ ਨਹੀਂ। ਉਹ ਵੱਡੀ ਸੇਵਾ ਇਹਨਾਂ ਗੁਰਮੁਖਾਂ ਨੇ ਬਾਬਾ ਦੀਦਾਰ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵਿੱਚ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਜਿਹੜਾ ਸਾਧ ਸੰਗਤ ਜੀ ਤਪ ਸਥਾਨ ਹੈ, ਉੱਥੇ ਪਹਿਲਾਂ ਮਹਾਰਾਜ 6ਵੇਂ ਪਾਤਸ਼ਾਹ ਖਾੜਾ ਲਾਇਆ ਕਰਦੇ ਸੀ। ਮੱਲ ਖਾੜਾ ਸਾਹਿਬ, ਉੱਥੇ ਨਾਲੇ ਕੁਸ਼ਤੀ ਕਰਾਣੀ, ਨਾਲੇ ਗੱਤਕਾ ਵਿਦਿਆ ਸਿਖਾਣੀ। ਉਸੇ ਜਿੱਥੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਖਾੜਾ ਲਾਉਂਦੇ ਸੀ ਫੌਜ ਦਾ, ਉੱਥੇ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ, ਬਾਬਾ ਨੈਣਾ ਸਿੰਘ ਜੀ ਮਹਾਂਪੁਰਸ਼ਾਂ ਨੇ ਫਿਰ ਉੱਥੇ ਛਾਉਣੀ ਪ੍ਰਗਟ ਕੀਤੀ। 40 ਖੂਹ ਸਨ ਉਸ ਛਾਉਣੀ ਨੂੰ। ਹੁਣ ਤਾਂ ਲੋਕਾਂ ਨੇ ਜ਼ਮੀਨਾਂ ਦੱਬ ਲਈਆਂ। 40 ਖੂਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾ ਕੇ ਦਿੱਤੇ ਸੀ। ਇੰਨੀ ਫੌਜ ਹੁੰਦੀ ਸੀ। ਬੁੱਢੇ ਦਲ ਦੀ ਫੌਜ 70,000 ਘੋੜ ਸਵਾਰ ਹੁੰਦੇ ਸੀਗੇ। ਉੜਮੜ ਟਾਂਡੇ ਦੇ ਕੋਲ 20,000 ਹਾਥੀ ਖਾਨਾ ਹੁੰਦਾ ਸੀਗਾ, ਇੱਧਰ ਹੁਸ਼ਿਆਰਪੁਰ ਦੇ ਇਲਾਕੇ ਵਿੱਚ। ਉਧਰ ਮੁਕਤਸਰ ਦੇ ਇਲਾਕੇ 'ਚ ਇੱਦਾਂ ਸਿੰਘਾਂ ਦੀਆਂ ਛਾਉਣੀਆਂ ਬੜੀਆਂ ਬੜੀਆਂ ਵੱਡੀਆਂ ਹੁੰਦੀਆਂ ਸੀ। ਉੱਥੇ ਖਾਲਸਾ ਰਹਿੰਦਾ, ਜਪ ਤਪ ਕਰਦੇ, ਬਾਣੀ ਪੜ੍ਹਦੇ, ਵਿਦਿਆ ਪੜ੍ਹਦੇ ਪੜ੍ਹਾਉਂਦੇ। ਉਹ ਅਕਾਲੀ ਫੂਲਾ ਸਿੰਘ ਜੀ ਦਾ ਜੋ ਤਪ ਸਥਾਨ ਹੈ, ਬੁਰਜ ਅਕਾਲੀ ਫੂਲਾ ਸਿੰਘ, ਉੱਥੇ ਇਹਨਾਂ ਦਾ ਜਨਮ ਹੋਇਆ, ਬਾਬਾ ਦੀਦਾਰ ਸਿੰਘ ਜੀ ਦਾ। ਸ਼ਹੀਦੀ ਅਸਥਾਨਾਂ 'ਤੇ ਜਨਮ ਹੋਣ ਦੀਆਂ ਵੀ ਖਾਸ ਬਖਸ਼ਿਸ਼ਾਂ ਹੁੰਦੀਆਂ, ਉੱਥੋਂ ਦਾ ਵਾਈਬ੍ਰੇਸ਼ਨ ਇੱਦਾਂ ਦੀ ਹੁੰਦੀ ਹੈ। ਫਿਰ ਸਾਧ ਸੰਗਤ ਜੀ, ਜਥੇਦਾਰ ਲਵਲਾ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਉਹ ਉਦਮ ਬਖਸ਼ਿਆ, ਕਿਉਂਕਿ ਉਹਨਾਂ ਦਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ। ਉਹ ਇੱਥੇ ਆਏ, ਬੱਚਿਆਂ ਨੂੰ ਗੁਰਬਾਣੀ ਨਾਲ, ਇਤਿਹਾਸ ਨਾਲ, ਸ਼ਸਤਰ ਵਿੱਦਿਆ ਨਾਲ ਜੋੜ ਕੇ। ਇਸੇ ਤਰ੍ਹਾਂ ਜਥੇਦਾਰ ਰਣਜੀਤ ਸਿੰਘ ਜੀ, ਮਹਾਂਪੁਰਸ਼ ਬਾਬਾ ਠਾਕਰ ਸਿੰਘ ਜੀ ਦੀ ਉਹਨਾਂ ਨੇ ਸੇਵਾ ਕੀਤੀ ਹੈ। ਬਹੁਤ ਸਾਰੇ ਸਤਿਕਾਰਯੋਗ ਸਾਡੇ ਵੀਰ ਜੀ ਮਾਨ ਸਾਹਿਬ, ਜਿਨ੍ਹਾਂ 'ਤੇ ਕਿਰਪਾ ਸੰਤ ਬਾਬਾ ਜੀ, ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ। ਉਹਨਾਂ ਦੇ ਪਿਤਾ ਜੀ, ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਤੇ ਅੱਜ ਉਹਨਾਂ ਦੀ ਕਿਰਪਾ ਨਾਲ ਅੱਜ ਇਹ ਸਾਰੇ ਇੱਥੇ ਬੱਚੇ ਜਿਹੜੇ ਹਨ ਬਾਣੀ ਬਾਣੇ ਨਾਲ ਜੁੜੇ ਹੋਏ ਨੇ, ਜੋੜ ਰਹੇ ਨੇ। ਸਤਿਕਾਰਯੋਗ ਗਿਆਨੀ ਗੁਰਦਿੱਤ ਸਿੰਘ ਜੀ, ਇਹਨਾਂ ਦੀ ਕਿਆ ਬਾਤ ਹੈ। ਮੇਰੇ ਜਿਹੜੇ ਵਿਦਿਆ ਦਾਤੇ ਸਨ ਮਹਾਂਪੁਰਸ਼, ਉਹਨਾਂ ਦੇ ਜਿਹੜੇ ਵਿਦਿਆ ਦਾਤੇ ਸਨ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਂਪੁਰਸ਼ ਧੂਰਕੋਟ ਵਾਲੇ, ਇਹ ਉਹਨਾਂ ਦੀ ਦਾਈ ਹੋਈ ਪਨੀਰੀ ਹੈ ਇੱਥੇ। ਇਹ ਬੱਚੇ ਜਿਹਨਾਂ ਨੇ 10ਮ ਦਾ ਪਾਠ ਕੀਤਾ, ਇਹਨਾਂ ਦੇ ਵਿਦਿਆਰਥੀ ਸੀ ਸਾਰੇ। ਇਹਨਾਂ ਨੇ ਪੜ੍ਹਾਇਆ, ਸਿੰਘਾਂ ਨੇ ਪਾਠ ਕੀਤਾ, ਨਾਲੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਕੀਤੇ। ਸਾਰੀਆਂ ਸੰਪਰਦਾਵਾਂ ਮੈਂ ਬੇਨਤੀ ਕਰਾਂ ਇੱਕੋ ਹੀ ਰੂਪ ਹਨ। ਜੜ ਇੱਕ ਹੋਵੇ ਨਾ, ਉੱਤੇ ਟਾਹਣੀਆਂ, ਪੱਤੇ, ਫਲ, ਫੁੱਲ ਬਹੁਤ ਫੈਲ ਜਾਂਦੇ ਆ, ਪਰ ਜੜ ਇੱਕ ਹੀ ਹੁੰਦੀ ਹੈ। ਇਹ ਜੜ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਦੀ ਸਾਰੀ ਇਹ ਫੁਲਵਾੜੀ ਹੈ। ਸੋ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ। ਇੱਥੋਂ ਦੇ ਪ੍ਰਬੰਧਕ, ਇੱਥੋਂ ਦੀਆਂ ਸੰਗਤਾਂ, ਇੱਥੋਂ ਦੇ ਪਿਆਰੇ, ਜਿਨ੍ਹਾਂ ਨੇ ਬਹੁਤ ਪਿਆਰ ਇਸ ਹਫ਼ਤੇ 'ਚ ਦਿੱਤਾ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਖਾਲਸਾ ਪੰਥ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਚਲਾਇਆ ਉਸੇ ਤਰ੍ਹਾਂ ਹੀ ਚੱਲਦਾ ਰਹੇ, ਕਿਉਂਕਿ ਸਰੀਰ ਬਦਲਦੇ ਰਹਿੰਦੇ ਆ, ਜੋਤ ਨਹੀਂ ਬਦਲਦੀ। ਮਹਾਰਾਜ 10 ਜਾਮਿਆਂ ਵਿੱਚ ਵਰਤੇ, ਜੋਤ ਇੱਕੋ ਹੀ ਵਰਤੀ। ਅੱਜ ਵੀ ਉਹ ਜੋਤ ਪੰਥ ਵਿੱਚ ਹੈ। ਇਹ ਨਾ ਸਮਝੋ ਵੀ ਜੋਤ ਸਮਾਪਤ ਨਹੀਂ ਹੋਈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਮੈਂ ਅੱਜ ਤੋਂ ਬਾਅਦ ਆਪਣੇ ਖਾਲਸੇ 'ਚ ਵਰਤਾਂਗਾ, ਗੁਰੂ ਗ੍ਰੰਥ ਤੇ ਗੁਰੂ ਪੰਥ ਵਿੱਚ ਵਰਤਾਂਗਾ। ਬੰਦੇ ਬਹਾਦਰ ਨੇ ਪੁੱਛਿਆ ਮਹਾਰਾਜ ਦਰਸ਼ਨ ਕਰਨੇ ਹੋਣ ਤੁਹਾਡੇ ਕਿੱਥੇ ਕਰੀਏ? ਮਹਾਰਾਜ ਕਹਿੰਦੇ ਖਾਲਸੇ ਦੀਵਾਨ ਚਲਾ ਜੀ, ਸਿੰਘਾਂ ਦੇ ਦਰਸ਼ਨ ਕਰਨ ਲਈ। ਕਹਿੰਦੇ ਦੀਵਾਨ ਨਾ ਲੱਗਾ ਹੋਵੇ ਫਿਰ ਕੀ ਕਰੀਏ? ਮਹਾਰਾਜ ਕਹਿੰਦੇ 5 ਸਿੰਘ ਤਾਂ ਮਿਲ ਜਾਣਗੇ, 5 ਦੇ ਦਰਸ਼ਨ ਕਰ ਲਈ। ਕਹਿੰਦਾ ਜੇ 5 ਵੀ ਨਾ ਮਿਲੇ ਫਿਰ? ਮਹਾਰਾਜ ਕਹਿੰਦੇ ਫਿਰ ਇੱਕ ਸਿੰਘ ਦੇ ਹੀ ਦਰਸ਼ਨ ਕਰ ਲਈ। ਕਹਿੰਦਾ ਜੇ ਇੱਕ ਵੀ ਨਾ ਮਿਲਿਆ, ਮਹਾਰਾਜ ਕਹਿੰਦੇ ਆਪਣਾ ਮੂੰਹ ਸ਼ੀਸ਼ੇ 'ਚ ਵੇਖ ਲਈ। ਇੰਨੀ ਬਖਸ਼ਿਸ਼ ਕੀਤੀ ਮਹਾਰਾਜ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸੋ ਪਿਆਰਿਓ, ਆਪਾਂ ਗੁਰੂ ਪਾਤਸ਼ਾਹ ਦਾ ਜਸ ਸਰਵਣ ਕਰ ਕੀਤਾ, ਬਾਣੀ ਬਾਣੇ ਨਾਲ ਜੁੜੇ ਹਾਂ। ਹੁਣ ਸਾਹਿਬ ਸ੍ਰੀ ਗੁਰੂ ਕਲਗੀਧਰ ਜੀ ਦੇ ਬਾਗ ਦੇ ਸਭ ਤੋਂ ਵਧੀਆ ਸੋਹਣੇ ਫੁੱਲ ਜਿਹੜੇ ਹਨ,
ਉਹ ਹਨ ਭਾਈ ਤਾਰੂ ਸਿੰਘ ਤੇ ਭਾਈ ਮਤਾਬ ਸਿੰਘ ਜੀ। ਮਤਾਬ ਸਿੰਘ ਨੂੰ ਪਤਾ ਲੱਗਾ ਸੀ ਤਾਰੂ ਸਿੰਘ ਗ੍ਰਿਫਤਾਰ ਹੋ ਗਿਆ। ਉਹ ਆਪ ਉਹਨਾਂ ਜ਼ਾਲਮਾਂ ਦੀ ਕੈਦ ਵਿੱਚ ਚਲੇ ਗਏ ਤੇ ਉਹਨਾਂ ਨੂੰ ਜਾ ਕੇ ਭਾਈ ਮਤਾਬ ਸਿੰਘ ਨੂੰ ਤਾਰੂ ਸਿੰਘ ਦੇ ਕੋਲ ਹੀ ਉਹਨਾਂ ਨੇ ਜੇਲ੍ਹ ਵਿੱਚ ਸਿੱਟ ਦਿੱਤਾ। ਤੇ ਉਹਨਾਂ ਨੇ ਜਾ ਕੇ ਫਤਿਹ ਗਜਾਈ। ਉਹ ਕਹਿੰਦੇ ਜਹਦਾਰ ਜੀ ਤੁਸੀਂ ਕਿਵੇਂ ਆਏ? ਕਹਿੰਦੇ ਭਾਈ ਤਾਰੂ ਸਿੰਘ ਜੀ ਤੁਹਾਡੇ ਦਰਸ਼ਨ ਕਰਨੇ ਸੀਗੇ। ਦਰਸ਼ਨ ਕਰਨ ਵਾਸਤੇ ਆਪਣੇ ਸੀਸ ਦੀ ਬਾਜੀ ਲਾਤੀ। ਧੰਨ ਭਾਈ ਮਤਾਬ ਸਿੰਘ ਜੀ ਪਹੁੰਚ ਗਏ ਨੇ। ਉੱਥੋਂ ਅਗਲੀ ਕਥਾ ਪੂਰੀ ਤਾਂ ਨਹੀਂ ਹੋ ਸਕਣੀ, ਇਹ ਕਥਾ ਨੈੱਟ ਤੇ ਪਈ ਆ, ਤੁਸੀਂ ਸੁਣਦੇ ਹੋ। ਪਰ ਜੇ ਆਪਾਂ ਇਹ ਕਥਾ ਲਗਾਤਾਰ ਕਰੀਏ 2 ਹਫ਼ਤੇ ਲਗਭਗ ਮੇਰਾ ਖਿਆਲ ਹੈ। ਅਗਲਾ ਪ੍ਰਸੰਗ ਮੈਂ ਰਾਤੀ ਫਿਰ ਦੇਖਿਆ ਸੀਗਾ। ਪਿਛਲਾ ਜਿਹੜਾ ਛੱਡਿਆ ਸੀ ਉਹ ਵੀ ਹਫ਼ਤੇ ਦਾ, ਜਿਹੜਾ ਅੱਗੇ ਆਉਣਾ ਉਹ ਵੀ ਹਫ਼ਤੇ ਦਾ, ਯਾਨੀ 12-15 ਦਿਨ ਦੀ ਗੱਲ ਹੈ। ਇਤਿਹਾਸ ਸਾਰਾ ਭਾਈ ਤਾਰੂ ਸਿੰਘ ਦਾ। ਪਰ ਚਲੋ ਜਿੰਨਾ ਕੁ ਸੰਗਤਾਂ ਆਨੰਦ ਲੈ ਸਕਦੀਆਂ ਨੇ, ਆਪਾਂ ਕੋ ਅੰਤ ਤਾਂ ਪਾਉਣਾ ਨਹੀਂ। ਕਹਿੰਦੇ ਮਿਸਰੀ ਦਾ ਪਹਾੜ ਹੋਵੇ ਤੇ ਕੀੜੀ ਚੜ੍ਹ ਜੇ ਉੱਤੇ, ਉਹ ਮਿਸਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਆਪਣਾ ਢਿੱਡ ਭਰ ਸਕਦੀ। ਆਪਾਂ ਆਪਣਾ ਲਾਹਾ ਲਈਏ, ਭਾਈ ਤਾਰੂ ਸਿੰਘ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹੇ, ਸਤਿਨਾਮ ਸ੍ਰੀ ਵਾਹੇ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਰ ਭਗਤ ਲਾਹੌਰ ਲੈ ਪੁਜਿਓ। ਹਰ ਭਗਤ ਨਿਰੰਜਨੀਆਂ ਭਾਈ ਮਤਾਬ ਸਿੰਘ ਜੀ ਨੂੰ ਲਾਹੌਰ ਲੈ ਗਿਆ। ਦਿਓ ਨਵਾਬ ਸੁਨਾਏ। ਤੇ ਨਵਾਬ ਜ਼ਕਰੀਆ ਨੂੰ ਦੱਸਿਆ ਵੀ ਆ ਉਹ ਬੰਦਾ ਫੜ ਕੇ ਲਿਆਂਦਾ ਜਿਹਨੇ ਮੱਸੇ ਦਾ ਸਿਰ ਵੱਢਿਆ ਸੀ। ਤਾਰੂ ਸਿੰਘ ਤੇ ਖਾਲ ਕੇ। ਕਹਿੰਦੇ ਤਾਰੂ ਸਿੰਘ ਦੇ ਕੋਲ ਸੁੱਟ ਦਿਓ ਇਹਨੂੰ, ਉੱਥੇ ਲੈ ਜਾਓ। ਕਹਿਓ ਦੋ ਚਰਖ ਚੜਾਏ। ਭਾਈ ਤਾਰੂ ਸਿੰਘ ਨੂੰ ਜਾ ਫਤਿਹ ਗਜਾਈ, ਇੱਕ ਰਾਤ ਉਹਦੇ ਕੋਲ ਰੱਖਿਆ ਤੇ ਜ਼ਕਰੀਆ ਨੂੰ ਹੁਕਮ ਦਿੱਤਾ ਇਹਨੂੰ ਚਰਖੜੀ ਚਾੜ ਕੇ ਸ਼ਹੀਦ ਕਰ ਦਿਓ। ਮਿਥੀ ਜਿਵੇਂ ਥੀ ਸਿੰਘ ਜੀ। ਜਿਵੇਂ ਭਾਈ ਮਤਾਬ ਸਿੰਘ ਨੇ ਸੋਚਿਆ ਸੀ ਆਪਣੇ ਮਨ ਵਿੱਚ ਵੀ ਭਾਈ ਤਾਰੂ ਸਿੰਘ ਤੋਂ ਪਹਿਲਾਂ ਸ਼ਹੀਦੀ ਪਾਣੀ ਹੈ। ਤਿਮ ਚੜਿਓ ਚਰਖ ਪਰ ਧਾਏ। ਭਾਈ ਮਤਾਬ ਸਿੰਘ ਜੀ ਨੂੰ ਚਰਖੜੀ ਤੇ ਚਾੜ ਕੇ ਉਹਨਾਂ ਦੇ ਸਰੀਰ ਦੇ ਅੰਗ ਅੰਗ ਚੂਰ ਚੂਰ ਕਰ ਦਿੱਤੇ ਗਏ। ਧਨ ਜਨਮ ਧਨ ਕਰਮ ਉਨ। ਭਾਈ ਮਤਾਬ ਸਿੰਘ ਜੀ ਦਾ ਜਨਮ ਵੀ ਧਨ ਹੈ, ਭਾਈ ਮਤਾਬ ਸਿੰਘ ਦੇ ਕਰਮ ਵੀ ਧਨ ਹਨ। ਸਿੱਖੀ ਰੱਖ ਸਿਰ ਲਾਏ। ਭਾਈ ਮਤਾਬ ਸਿੰਘ ਜੀ ਨੇ ਆਪਣਾ ਸੀਸ ਦੇ ਦਿੱਤਾ ਪਰ ਸਿੱਖੀ ਰੱਖ ਲਈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਤਿ ਸ੍ਰੀ ਅਕਾਲ। ਤਾਰੂ ਸਿੰਘ ਸੁਨ ਖੁਸ਼ ਭਇਓ। ਭਾਈ ਤਾਰੂ ਸਿੰਘ ਜੀ ਨੇ ਭਾਈ ਮਤਾਬ ਸਿੰਘ ਜੀ ਦੀ ਸ਼ਹੀਦੀ ਵੇਖੀ, ਮਨ 'ਚ ਦੁੱਗਣਾ ਚਾਅ ਚੜ ਗਿਆ। ਸਿੰਘ ਚੜਿਓ ਚਰਖ ਸ਼ਤਾਬ। ਜਦੋਂ ਬੜੀ ਖੁਸ਼ੀ ਨਾਲ ਸਿੰਘ ਚਰਖੜੀ ਤੇ ਚੜ ਕੇ ਛੇਤੀ ਨਾਲ ਸੱਚਖੰਡ ਪਹੁੰਚ ਗਿਆ। ਅਸਾਂ ਨਿਮਿਤ ਆਪ ਆ ਮਿਲਿਓ। ਕਹਿੰਦੇ ਭਾਈ ਤਾਰੂ ਸਿੰਘ ਕਹਿੰਦੇ ਮਤਾਬ ਸਿੰਘ ਜੀ ਧੰਨ ਹੋ ਤੁਸੀਂ ਜਿਹੜੇ ਸਾਨੂੰ ਮਿਲਣ ਵਾਸਤੇ ਆਪਣੀ ਜਾਨ ਤੇ ਖੇਡ ਗਏ ਹੋ। ਧੰਨ ਧੰਨ ਸਿੰਘ ਮਤਾਬ। ਧੰਨ ਭਾਈ ਮਤਾਬ ਸਿੰਘ ਜੀ, ਧੰਨ ਹੋ ਤੁਸੀਂ। ਇਹ ਬਚਨ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਦੀ ਸ਼ਹੀਦੀ ਤੇ ਕਹੇ ਹਨ। ਚੌਪਈ ਤਾਰੂ ਸਿੰਘ ਪਰ ਫਿਰ ਗੱਲ ਆਈ। ਹੁਣ ਭਾਈ ਤਾਰੂ ਸਿੰਘ ਤੇ ਗੱਲ ਆ ਗਈ, ਤਾਰੂ ਸਿੰਘ ਦੀ ਵਾਰੀ ਆ ਗਈ। ਸੁਨੋ ਸੰਤ ਤੁਮ ਮਨ ਚਿਤ ਲਾਈ। ਇਹ ਖਾਲਸਾ ਜੀ ਮਨ ਚਿਤ ਲਾ ਕੇ ਨਕਾਸ ਚੌਂਕ ਲਾਹੌਰ ਵਿੱਚ ਚੱਲੋ, ਉੱਥੋਂ ਦੀ ਕਥਾ ਸੁਣੋ। ਉਹ ਲਾਹੌਰ ਦੀ ਜੇਲ੍ਹ ਵਿੱਚ ਕੀ ਕੁਝ ਵਾਪਰ ਰਿਹਾ ਹੈ। ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਜਲ ਨਹੀਂ ਛਕਿਆ, ਕਿਉਂਕਿ ਤੁਰਕਾਂ ਦਾ ਨਾ ਪਾਣੀ ਪੀਵੇ ਨਾ ਤੁਰਕਾਂ ਦਾ ਭੋਜਨ ਛਕੇ। ਬੜਾ ਤਿਆਰ ਪਰ ਤਿਆਰ ਸਿੰਘ ਵਾਹਿਗੁਰੂ 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 ਜਪਦਾ ਰਵੇ ਦਿਨ ਰਾਤ। ਤਾਰੂ ਸਿੰਘ ਨਵਾਬ ਬੁਲਾਇਆ। ਫਿਰ ਤਾਰੂ ਸਿੰਘ ਦੀ ਪੇਸ਼ੀ ਜ਼ਕਰੀਏ ਦੀ ਕਚਹਿਰੀ 'ਚ ਹੋਈ। ਜ਼ਕਰੀਏ ਨੇ ਆਪਣੇ ਸਾਹਮਣੇ ਸੱਦਿਆ। ਉਹਨੇ ਅਹਦੀਨ ਆਨ ਮਿਲਾਇਆ। ਸਿਪਾਹੀ ਲੈ ਕੇ ਭਾਈ ਤਾਰੂ ਸਿੰਘ ਨੂੰ ਕਚਹਿਰੀ 'ਚ ਪੇਸ਼ ਕੀਤਾ। ਵਾਹਿਗੁਰੂ ਕੀ ਫਤਿਹ ਬੁਲਾਈ। ਜਦੋਂ ਜ਼ਕਰੀਏ ਦੀ ਕਚਹਿਰੀ 'ਚ ਪਹੁੰਚਿਆ, ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਅਕਾਲ ਅਕਾਲ ਕਹਿ ਊਚ ਸੁਨਾਈ। ਅਕਾਲ ਹੀ ਅਕਾਲ ਤਾਂ ਗੱਜ ਕੇ ਜਕਾਰੇ ਗਜਾਏ ਹਨ ਕਚਹਿਰੀ ਦੇ ਵਿੱਚ। ਸੁਨਤ ਨਵਾਬ ਅਤ ਸੋਖਤ ਭਇਓ। ਕਹਿੰਦੇ ਫਤਿਹ ਅਕਾਲ ਅਕਾਲ ਗਜਾਈ, ਧੂਮ ਕਚਹਿਰੀ ਵਿੱਚ ਮਚਾਈ। ਜਦੋਂ ਇੱਕੋ ਸਿੰਘ ਗੱਜਿਆ, ਕਈ ਵਾਰੀ ਸਿੰਘ ਸੋਚਦੇ ਆ ਵੀ ਮੈਂ ਕੱਲਾ ਜਕਾਰੇ ਦਾ ਜਵਾਬ ਕੌਣ ਦੇਵੇਗਾ। ਸੰਗਤਾਂ ਨਾਲ ਜਵਾਬ ਦਿੰਦੀਆਂ, ਪਰ ਜੇ 1.25 ਲੱਖ ਫੌਜ ਹੋਵੇ ਨਾ ਤੇ ਸ਼ਹੀਦ ਸਿੰਘ ਜਵਾਬ ਦਿੰਦੇ ਆ। ਇਹ ਗੱਲ ਸਾਡੇ ਵਰਗਿਆਂ ਦੇ ਤੇ ਅਨੁਭਵ ਚ ਆਉਂਦੀ ਨਹੀਂ, ਕਿਉਂਕਿ ਅਸੀਂ ਸੰਸਾਰ 'ਚ ਵਿਚਰਦੇ ਹਾਂ
ਜਿਹੜੇ ਉਸ ਮੰਡਲ 'ਚ ਵਿਚਰਦੇ ਆ ਉਹਨਾਂ ਨੂੰ ਪਤਾ। ਉਹ ਜਦੋਂ ਸਤਿ ਸ੍ਰੀ ਅਕਾਲ ਗਜਾਂਦੇ, ਨਿਹੰਗ ਸਿੰਘ ਆਮ ਪੜ੍ਹਦੇ ਨੇ, ਸ਼ਹੀਦੋ ਮਰੀਦੋ ਹਠਿਓ ਤਪਿਓ ਚਿੱਤੋ ਗੁਪਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਉਹ ਫਿਰ ਉੱਤੇ ਸੁਰ ਜੁੜ ਜਾਂਦੀ ਅਕਾਲ ਪੁਰਖ ਨਾਲ। ਜਦੋਂ ਅਕਾਲ ਅਕਾਲ ਗਜਾਈ ਨਾ ਤੇ ਕੱਲਾ ਸਿੰਘ ਸੀ, ਪਰ ਸਾਰੀ ਕਚਹਿਰੀ ਗੂੰਜ ਗਈ। ਸਾਰੇ ਤੁਰਕ ਜਿਹੜੇ ਸੀ ਉਹਨਾਂ ਦੇ ਕੰਨਾਂ ਦੇ ਵਿੱਚ ਅਕਾਲ ਅਕਾਲ ਗੂੰਜਣ ਲੱਗਾ। ਕਾਟ ਅੰਗੁਲ ਜਨ ਲੂਣ ਲਗਿਓ। ਕਹਿੰਦੇ ਤੁਰਕ ਜ਼ਕਰੀਆ ਖਾਨ ਨੂੰ ਇੰਜ ਚਿੱਪ ਚੜੀ ਨਾ, ਇੰਨਾ ਸੜ ਗਿਆ ਜਿਵੇਂ ਨੇ ਉਹ ਕਿਸੇ ਦੀ ਉਹਦੀ ਉਂਗਲੀ ਚੀਰ ਕੇ ਉੱਤੇ ਲੂਣ ਲਾਤਾ ਹੋਵੇ। ਕਿਸੇ ਦੀ ਉਂਗਲੀ ਚੀਰ ਕੇ ਉੱਤੇ ਲੂਣ ਲਾ ਰਹੀ, ਉਹਨੂੰ ਪੀੜ ਹੁੰਦੀ ਹੈ ਨਾ, ਇੰਨਾ ਦੁੱਖ ਲੱਗਾ ਜ਼ਕਰੀਏ ਨੂੰ। ਦੋਹਰਾ ਤਾਰੂ ਸਿੰਘ ਜੀ ਤਬ ਕਹਿਓ। ਤਾਂ ਭਾਈ ਤਾਰੂ ਸਿੰਘ ਸਾਹਿਬ ਜੀ ਬੋਲੇ, ਤੂੰ ਸੁਨ ਬਾਤ ਨਵਾਬ। ਆ ਨਵਾਬ ਜ਼ਕਰੀਆ ਖਾਨ ਤੂੰ ਸੁਣ, ਹਮ ਤੁਮਰੋ ਨਾ ਬਿਗਾੜਿਓ। ਅਸੀਂ ਤੇਰਾ ਕੁਝ ਵਿਗਾੜਿਆ ਨਹੀਂ, ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ। ਤੁਮ ਕਿਮ ਦੇਤ ਅਜ਼ਾਬ। ਤੂੰ ਸਾਨੂੰ ਜਿਹੜੇ ਦੁੱਖ ਦੇ ਰਿਹਾ, ਤਸੀਹੇ ਦੇ ਰਿਹਾ, ਸਾਨੂੰ ਚਰਖੜੀਆਂ ਤੇ ਚਾੜ ਚਾੜ ਕੇ ਸ਼ਹੀਦ ਕਰਦਾ, ਅਸੀਂ ਤੇਰਾ ਕੀ ਵਿਗਾੜਿਆ, ਕੀ ਤੇਰਾ ਨੁਕਸਾਨ ਕੀਤਾ ਹੈ। ਚੌਪੇ ਜੋ ਹਮ ਤੁਮਰੀ ਭੂਮ ਬਿਗਰੈ। ਜੇ ਤੂੰ ਕਹਿਣਾ ਵੀ ਤੁਸੀਂ ਮੇਰੀ ਜ਼ਮੀਨ ਤੇ ਹਲ ਵਾਹੁੰਦੇ ਹੋ, ਖੇਤੀ ਕਰਦੇ ਹੋ, ਕਿਉਂਕਿ ਅੱਜ ਕੱਲ ਤਾਂ ਸਾਧ ਸੰਗਤ ਜੀ ਜ਼ਮੀਨਾਂ ਆਪਣੀਆਂ ਨਾ, ਇਹ ਬਹੁਤਿਆਂ ਨੂੰ ਪਤਾ ਨਹੀਂਗਾ। ਹੁਣ ਤੇ ਜਿਹਦੇ ਕੋਲ 10 ਕਿੱਲੇ ਉਹ 10 ਕਿੱਲੇ ਦਾ ਮਾਲਕ ਹੈ, 20 ਕਿੱਲੇ ਵਾਲਾ 20 ਕਿੱਲੇ ਦਾ ਮਾਲਕ ਹੈ। ਜਦੋਂ ਕਿੱਲਾ ਉਹ ਕਿੱਲੇ ਦਾ ਮਾਲਕ ਹੈ, ਉਹਦੇ ਨਾਲ ਰਜਿਸਟਰੀ ਹੋਈ ਹੈ, ਉਹਦੇ ਨਾਲ ਇੰਤਕਾਲ ਹੋਇਆ ਹੈ। ਇਹ ਇੰਤਕਾਲ ਮੁਗਲਾਂ ਵੇਲੇ ਨਹੀਂ ਸੀ ਹੁੰਦੇ। ਜ਼ਮੀਨ ਸਰਕਾਰ ਦੀ ਹੁੰਦੀ ਸੀ, ਅਸੀਂ ਲੋਕ ਜਿਹੜੇ ਸਾਂ ਉੱਤੇ ਮੁਜਾਰੇ ਹੁੰਦੇ ਸਨ। 5 ਕਿੱਲੇ 10 ਕਿੱਲੇ 20 ਕਿੱਲੇ ਵਾਹ ਲਓ, 6ਵਾਂ ਹਿੱਸਾ ਤੁਹਾਨੂੰ ਮਿਲ ਜਾਏਗਾ, 5 ਹਿੱਸੇ ਸਰਕਾਰ ਲੈ ਜਾਏਗੀ। 6ਵਾਂ ਹਿੱਸਾ ਕਿੱਲੇ ਵਿੱਚੋਂ ਜੇ 10 ਬੋਰੀਆਂ ਨਿਕਲੀਆਂ ਤੇ ਉਹਦੇ ਵਿੱਚੋਂ 8 ਬੋਰੀਆਂ ਜਿਹੜੀਆਂ ਸਮਝੋ ਸਰਕਾਰ ਦੀਆਂ ਬਣ ਜਾਣੀਆਂ, 5 ਲੈ ਜਾਣੇ ਉਹਨਾਂ ਨੇ। ਚੌਚਾ ਇੱਕ ਹਿੱਸਾ ਜ਼ਿਮੀਂਦਾਰ ਨੂੰ ਵਿਚਾਰੇ ਨੂੰ, ਉਹਦੇ ਤਨ ਤੇ ਕੱਪੜਾ ਨਹੀਂ ਸੀ ਹੁੰਦਾ ਤੇ ਖਾਣ ਨੂੰ ਰੋਟੀ ਨਹੀਂ ਸੀ ਹੁੰਦੀ। ਜਦੋਂ ਬੰਦੇ ਬਹਾਦਰ ਨੂੰ ਭੇਜਿਆ ਪੰਜਾਬ ਨੂੰ, ਹਜੂਰ ਸਾਹਿਬ ਕਲਗੀਧਰ ਪਾਤਸ਼ਾਹ ਸਾਰੀ ਨੀਤੀ ਦੱਸੀ ਖਾਲਸੇ ਦੇ ਰਾਜ ਦੀ। ਇਹਦੇ ਲੋਕਾਂ ਨੂੰ ਪਤਾ ਹੀ ਨਹੀਂ, ਪੰਥ ਪ੍ਰਕਾਸ਼ ਪੜ੍ਹੋ ਫਿਰ ਪਤਾ ਲੱਗ। ਮਾਰੇ ਕਹਿੰਦੇ ਆ ਜਿਹੜੇ ਗਰੀਬ ਲੋਕ ਨੇ ਨਾ, ਜਿਹੜੇ ਇਹਨਾਂ ਨੂੰ ਖੇਤਾਂ ਦੇ ਝੜ ਵਾਹੁੰਦੇ ਨੇ, ਇਹਨਾਂ ਨੂੰ ਮਾਲਕ ਬਣਾ ਦੇ। ਜੇ ਕੋਈ 10 ਕਿੱਲੇ ਉਹਦਾ ਉਹ ਮਾਲਕ, ਜਿਹੜਾ 20 ਕਿੱਲੇ ਉਹ ਮਾਲਕ, ਇੱਕ ਕਿੱਲਾ ਉਹਦਾ ਉਹਦੀ ਜ਼ਮੀਨ ਉਹਦੀ, ਉਹ ਟੈਕਸ ਦੇ ਦੇਣ ਸਰਕਾਰ ਨੂੰ, ਕੰਮ ਚਲਾ ਲਓ। ਇਹ ਥੋੜਾ ਵੀ ਸਾਰਾ ਲੁੱਟ ਲਓ। ਫਿਰ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਨੀਤੀ ਨਾਲ ਬਾਬੇ ਬੰਦੇ ਬਹਾਦਰ ਨੇ ਜ਼ਮੀਨਾਂ ਜੱਟਾਂ ਜ਼ਿਮੀਂਦਾਰਾਂ ਨੂੰ ਦੇਤੀਆਂ। ਨਹੀਂ, ਅਸੀਂ ਸਾਧ ਸੰਗਤ ਜੀ ਮੁਜਾਰੇ ਸੀ ਸਰਕਾਰਾਂ ਦੇ, ਉਹ ਮਾਲਕ ਸੀ ਸਰਕਾਰਾਂ। ਤੇ ਫਿਰ ਤੁਰਕਾਂ ਨੇ ਫਿਰ ਉਹ ਬੰਦੇ ਬਹਾਦਰ ਤੋਂ ਬਾਅਦ ਆਪਣਾ ਹੀ ਕਾਨੂੰਨ ਲਾਗੂ ਕਰਨਾ ਸੀ ਨਾ, ਫਿਰ ਉਹਨਾਂ ਨੇ ਕਰ ਲਿਆ। ਭਾਈ ਤਾਰੂ ਸੇ ਕਹਿੰਦਾ ਜਿਹੜੀ ਜ਼ਮੀਨ ਤੇ ਅਸੀਂ ਹਲ ਵਾਹੁੰਦੇ ਆ, ਮੰਨ ਲੈ ਤੇਰੀ ਹੈ, ਤੂੰ ਕਹਿੰਦਾ ਸਾਡੀ ਹੈ। ਹਾਂਜੀ, ਤੋ ਤੁਮ ਕੋ ਹਮ ਪੈਸੇ ਭਰੈ। ਤੇ ਉਹ ਜ਼ਮੀਨ ਦੇ ਅਸੀਂ ਤੈਨੂੰ ਟੈਕਸ ਪੈਸੇ ਭਰਦੇ ਹਾਂ। ਜ਼ਮੀਨ ਤੇਰੀ ਹੈ, ਅਸੀਂ ਹਲ ਵਾਹੁੰਦੇ ਆ, ਖੇਤੀ ਕਰਦੇ ਆ, ਪਰ ਜ਼ਮੀਨ ਦੇ ਉੱਤੇ ਫਿਰ ਅਸੀਂ ਤੇਰੇ ਤੋਂ ਮੁਫਤ 'ਚ ਨਹੀਂ ਲੈਂਦੇ, ਅਸੀਂ ਉਹਦੇ ਬਦਲੇ ਤੈਨੂੰ ਬਹੁਤ ਟੈਕਸ ਧਾਰਦੇ। ਹਾਂਜੀ, ਓ ਜੋ ਵਣਜ ਵਪਾਰ ਭੀ ਕਰੈ। ਜਿਹੜਾ ਅਸੀਂ ਸਾਡੇ ਸਿੱਖ ਖੇਤੀਬਾੜੀ ਤੋਂ ਇਲਾਵਾ ਵਣਜ ਦੁਕਾਨਦਾਰੀ ਕੋਈ ਬਿਜ਼ਨਸ ਕਰਦੇ ਨੇ, ਤੋ ਭੀ ਤੁਮਰੋ ਹਾਲਾ ਭਰੈ। ਉਹ ਜਿਹੜੇ ਬਿਜ਼ਨਸਮੈਨ ਨੇ ਸਾਡੇ, ਉਹ ਵੀ ਤੇਰਾ ਹਾਲਾ ਭਰਦੇ ਨੇ, ਉਹ ਵੀ ਤੈਨੂੰ ਟੈਕਸ ਦਿੰਦੇ ਨੇ। ਤੁਮ ਕੋ ਦੇ ਕੇ ਜੋ ਰਹਿ ਜਾਏ। ਜਿਹੜਾ ਤੁਹਾਨੂੰ ਦੇਣ ਤੋਂ ਬਾਅਦ ਥੋੜਾ ਬਾੜਾ ਸਾਡੇ ਗਰੀਬਾਂ ਕੋਲ ਬਚਦਾ ਹੈ, ਸੋ ਹਮ ਆਪਣੇ ਪੇਟਨ ਪਾਏ। ਉਹ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਪਾਲਦੇ ਹਾਂ। ਆਪਣੇ ਤਨ ਪੇਟ ਰੱਖ ਕੇ ਊਣੀ। ਅਸੀਂ ਆਪਣਾ ਪੇਟ ਵੀ ਊਣਾ ਰੱਖਦੇ ਹਾਂ, ਰੱਜ ਕੇ ਅਸੀਂ ਰੋਟੀ ਨਹੀਂ ਖਾਂਦੇ, ਤੇ ਰੱਜ ਕੇ ਅਸੀਂ ਚੰਗਾ ਸੋਹਣਾ ਕੱਪੜਾ ਨਹੀਂ ਪਾ ਸਕਦੇ। ਦੇਤ ਔਰ ਕੋ ਚਬਣ ਚਬੂਣੀ। ਤੇ ਅਸੀਂ ਦੂਜਿਆਂ ਦਾ ਪੇਟ ਭਰਦੇ ਹਾਂ। ਅੱਜ ਵੀ ਸਾਧ ਸੰਗਤ ਜੀ ਦੇਖ ਲਓ, ਕਿਸਾਨ ਜਿਹੜੇ ਹਨ ਦੂਜਿਆਂ ਦਾ ਪੇਟ ਭਰਨ ਵਾਲੇ, ਉਹਨਾਂ ਉੱਤੇ ਹੀ ਟੈਕਸ ਨੇ, ਉਹਨਾਂ ਉੱਤੇ ਹੀ ਜ਼ੁਲਮ ਹੈ, ਉਹਨਾਂ ਉੱਤੇ ਹੀ ਸਾਰਾ ਜ਼ੋਰ ਹੈ। ਇਹ ਕਿੱਦਾਂ ਦਾ ਰਾਜ ਹੈ? ਪਰਮੇਸ਼ਰ ਕਿਰਪਾ ਕਰੇ ਦੁਨੀਆ ਉੱਤੇ, ਦੇਵਤਿਆਂ ਦਾ ਰਾਜ ਕਾਇਮ ਕਰੇ। ਮਹਾਰਾਜ ਨੇ ਜਿਹੜੇ ਬਚਨ ਕਹੇ ਸੀ ਨਾ, ਵੀ ਬਾਣੀ ਦੇ ਵਿੱਚ ਬਚਨ ਆਉਂਦੇ, ਚੰਡੀ ਦੇ ਕੋਲ ਜਾ ਕੇ ਦੇਵਤੇ ਕਹਿਣ ਲੱਗੇ ਵੀ ਸਾਨੂੰ ਤੇ ਕੱਢ ਦਿੱਤਾ ਤੇ ਰਾਜ ਦੈਂਤਾ ਨੇ ਖੋਹ ਲਿਆ। ਆਉਂਦਾ ਨਾ, ਇੱਕ ਦਿਹਾੜੇ ਨਾਵਣ ਆਈ ਦੁਰਗਸ਼ਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨਵੀ, ਲੋਕੀ ਤੀ ਫਿਰਾਈ ਦੋਈ ਆਪਣੀ, ਬੈਠੇ ਵਾਏ ਵਧਾਈ ਤੇ ਅਮਰਾਵਤੀ। ਆਪਣਾ ਹੀ ਕਾਨੂੰਨ ਬਣਾਈ ਜਾਂਦੇ, ਆਪਣਾ ਹੀ ਚਲਾਈ ਜਾਂਦੇ, ਬੈਠੇ ਵਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇਵ ਭੁਜਾਈ, ਭੁਜਾਤੇ ਦੇਵਤੇ ਸਾਰੇ।
ਦੈਂਤਾਂ ਦਾ ਰਾਜ ਹੋ ਗਿਆ। ਤੋ ਜ਼ਕਰੀਆ ਖਾਨ ਵੀ ਤੂੰ ਦੈਂਤਾਂ ਵਾਲਾ ਰਾਜ ਕਰਦਾ, ਲੋਕਾਂ ਨੂੰ ਗਰੀਬਾਂ ਨੂੰ ਰੋਟੀ ਨਹੀਂ ਖਾਣ ਦਿੰਦਾ ਤੂੰ। ਹਾਂਜੀ, ਕਹੋ ਤੇਰੀ ਕਿਆ ਗਾਠੋਂ ਜਾਏ। ਤੇਰੇ ਪੱਲਿਓਂ ਕੀ ਜਾਂਦਾ? ਅਸੀਂ ਆਪਣੀ ਮਿਹਨਤ ਕਰਕੇ ਪ੍ਰਸ਼ਾਦਾ ਛਕਦੇ ਹਾਂ, ਜੇ ਉਹਦੇ ਵਿੱਚੋਂ ਅਸੀਂ ਆਪਣਾ ਪੇਟ ਕੱਟ ਕੇ ਕਿਸੇ ਆਪਣੇ ਭਰਾ ਨੂੰ ਸਿੰਘ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ, ਤੇਰੇ ਪੱਲਿਓਂ ਕੀ ਜਾਂਦਾ? ਜਾਂ ਤੇਰੇ ਟੈਕਸ ਵਿੱਚ ਅਸੀਂ ਕਮੀ ਕਰਦੇ ਹਾਂ, ਸਰਕਾਰ ਦਾ ਟੈਕਸ ਅਸੀਂ ਪੂਰਾ ਉਤਾਰ ਰਹੇ ਹਾਂ, ਫਿਰ ਵੀ ਸਾਨੂੰ ਤੂੰ ਜੀਣ ਨਹੀਂ ਦਿੰਦਾ। ਹਮਕੋ ਤੁਮ ਕਿਮ ਦੇਤ ਸਜਾਏ। ਕਿਹੜੇ ਕਾਨੂੰਨ ਥੱਲੇ ਤੂੰ ਸਾਨੂੰ ਸਜ਼ਾ ਦੇ ਰਿਹਾ? ਕਿਹੜੇ ਗੱਲ ਪਿੱਛੇ ਸਾਨੂੰ ਤੂੰ ਕਿਹੜੇ ਦੋਸ਼ ਦੇ ਵਿੱਚ ਸਾਨੂੰ ਚਰਖੜੀਆਂ ਤੇ ਚਾੜ ਰਿਹਾ? ਦੱਸ ਤਾਂ ਸਹੀ ਜਰਾ। ਹਾਂਜੀ, ਨਵਾਬ ਅੱਗੇ ਥੋ ਕ੍ਰੋਧ ਹੈ ਭਰਿਓ। ਉਹਦੇ ਅੱਗੇ ਹੀ ਸੜਿਆ ਬੜਿਆ ਸੀਗਾ, ਜਦੋਂ ਜਕਾਰਾ ਗਜਾਇਆ, ਫਤਿਹ ਗਜਾਈ ਤੇ ਜ਼ਕਰੀਆ ਨੂੰ ਅੱਗ ਲੱਗੀ ਪਈ ਸੀ। ਮੁਖ ਤੇ ਖੋਟਾ ਬਚਨ ਉਚਰਿਓ। ਬੜਾ ਖੋਟਾ ਬਚਨ ਬੋਲਿਆ, ਹੰਕਾਰਿਆ ਹੋਇਆ ਜ਼ਕਰੀਆ। ਨਵਾਬ ਕਹੈ ਤੂੰ ਹੋ ਮੁਸਲਮਾਨ। ਕਹਿਣ ਲੱਗਾ ਤਾਰੂ ਸਿੰਘ, ਮੈਂ ਬਹੁਤੀਆਂ ਗੱਲਾਂ ਨਹੀਂ ਸੁਣਨਾ, ਮੈਂ ਤੈਨੂੰ ਇੱਕੋ ਗੱਲ ਕਹਿਣਾ ਵੀ ਮੁਸਲਮਾਨ ਬਣ ਜਾ, ਤੋ ਛਾਡਾਂਗਾ ਤੁਮਰੀ ਜਾਨ। ਤਾਂ ਤੇਰੀ ਜਾਨ ਸੌਖੀ ਕਰ ਦਿਆਂਗਾ, ਤੈਨੂੰ ਛੱਡ ਦਿਆਂਗਾ, ਤੇਰੀ ਜਾਨ ਬਖਸ਼ੀ ਕਰ ਦਿਆਂਗਾ। ਸਿੰਘ ਕਹਿਓ ਹਮ ਡਰ ਕਿਆ ਜਾਨੋ। ਹਾਂ, ਭਾਈ ਤਾਰੂ ਸਿੰਘ ਕਹਿਣ ਲੱਗਾ, ਸਾਡੇ ਪੰਥ ਵਿੱਚ ਕਿਹੜਾ ਜਿਹੜਾ ਅੱਜ ਤਾਈਂ ਮੁਸਲਮਾਨ ਬਣਿਆ? ਦੱਸ ਕਿਹੜਾ ਸਿੰਘ ਹੈ ਜਿਹੜਾ ਜਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ? ਕਿਸੇ ਨੇ ਜਾਨ ਅੱਗੇ ਬਚਾਈ ਹੈ ਤੇ ਮੈਂ ਵੀ ਬਚਾ ਲਵਾਂ। ਹਾਂਜੀ, ਹਮ ਹੋਵੇ ਕਿਮ ਮੁਸਲਮਾਨੋ। ਅਸੀਂ ਮੁਸਲਮਾਨ ਕਿਵੇਂ ਬਣ ਸਕਦੇ ਹਾਂ? ਸਾਡੇ ਤਾਂ 7-7 ਸਾਲ ਦੇ ਨਹੀਂ ਬਣੇ, ਸਾਡੇ ਤੇ ਨੀਹਾਂ ਵਿੱਚ ਚਿਣੇਗੇ ਤਾਂ ਨਹੀਂ ਬਣੇ, ਬੰਦ ਕੱਟੇਗੇ ਤਾਂ ਨਹੀਂ ਬਣੇ, ਤੇ ਮੈਂ ਕਿਵੇਂ ਬਣ ਜਾਵਾਂ? ਹਾਂਜੀ, ਮੁਸਲਮਾਨ ਕਰ ਮਰੋ ਕਿ ਨਾਹੀ। ਇਹ ਦੱਸ ਵੀ ਮੁਸਲਮਾਨ ਬਣ ਕੇ ਮਰਨਾ ਨਹੀਂ? ਜੇ ਤੇ ਤੂੰ ਮੈਨੂੰ ਪੱਕੀ ਗਰੰਟੀ ਦੇ ਦੇਵੇਂ ਵੀ ਮੁਸਲਮਾਨ ਬਣਨ ਤੋਂ ਬਾਅਦ ਮੌਤ ਨਹੀਂ ਆਵੇਗੀ, ਤਾਂ ਮੈਂ ਬੜੀ ਖੁਸ਼ੀ ਨਾਲ ਮੁਸਲਮਾਨ ਬਣ ਜਾਵਾਂਗਾ। ਹਾਂਜੀ, ਜੋ ਫਿਰ ਮਰੋ ਕਿਮ ਧਰਮ ਗਵਾਈ। ਜੇ ਫਿਰ ਮੁਸਲਮਾਨ ਬਣ ਕੇ ਵੀ 2-4 ਸਾਲ ਬਾਅਦ ਮਰਨਾ ਹੀ ਹੈ, ਫਿਰ ਮੈਂ ਆਪਣਾ ਧਰਮ ਕਿਵੇਂ ਗਵਾਵਾਂ? ਚਾਹੀਏ ਨਵਾਬ ਤੇ ਧਰਮ ਰਖਾਇਆ। ਹਾਂ, ਭਾਈ ਤਾਰੂ ਸਿੰਘ ਨੇ ਇਰਾਦਾ ਕਰ ਲਿਆ ਵੀ ਹੁਣ ਧਰਮ ਰੱਖਣਾ ਪਵੇਗਾ। ਕੇਸੀ ਸਾਸੀ ਨਿਭਾਓ ਕਰਾਇਆ। ਮੇਰਾ ਗੁਰੂ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦੇਣਗੇ। ਦੋਹਰਾ ਫਿਰ ਨਵਾਬ ਇਹੀ ਕਹੀ। ਫਿਰ ਨਵਾਬ ਨੇ ਇਹ ਗੱਲ ਕਹੀ, ਜਿੰਦ ਚਾਹੇ ਤਾਂ ਆਵੋ ਦੀਨ। ਜੇ ਤੂੰ ਆਪਣੀ ਜਾਨ ਬਚਾਣੀ ਹੈ ਤਾਂ ਦੀਨ ਵਿੱਚ ਆ ਜਾ ਤਾਰੂ ਸਿੰਘ, ਔਰ ਜੋ ਚਾਹੇ ਮੰਗ ਸੋ। ਬਾਕੀ ਜੋ ਤੈਨੂੰ ਚਾਹੀਦਾ ਮੰਗ। ਫਿਰ ਜੇ ਤੂੰ ਮੁਸਲਮਾਨ ਬਣ ਕੇ ਆਪਣੇ ਮੂੰਹ ਤੋਂ ਜਿਹੜੀ ਵੀ ਮੰਗ ਰੱਖੇਗਾ ਤੇਰੀ ਪੂਰੀ ਕਰਾਂਗੇ। ਧਨ ਅਰ ਮੁਲਕ ਜ਼ਮੀਨ। ਪੈਸਾ ਜਿੰਨਾ ਵੀ ਚਾਹੇਗਾ ਉਹ ਦੇਾਂਗੇ, ਜਿੰਨੀ ਜ਼ਮੀਨ ਤੈਨੂੰ ਚਾਹੀਦੀ ਉਨੀ ਤੈਨੂੰ ਦੇਾਂਗੇ, ਤੈਨੂੰ ਜ਼ਗੀਰਾਂ ਦੇਾਂਗੇ, ਅਹੁਦੇ ਦੇਾਂਗੇ। ਚੌਪੀ ਆਓ ਮੁਗਲ ਪਠਾਨਣ ਬੇਟੀ ਲੈ ਹੋ। ਪਰ ਮੁਗਲਾਂ ਪਠਾਣਾਂ ਦੀਆਂ ਬੇਟੀਆਂ ਦੇ ਤੇਰੇ ਰਿਸ਼ਤੇ ਕਰਾਵਾਂ, ਚੰਗੇ ਚੰਗੇ ਘਰ ਦੀਆਂ ਲੜਕੀਆਂ ਬੇਗਮਾਂ ਤੇਰੀਆਂ ਹੋਣਗੀਆਂ। बीच हवेलन बास करे हो। ਵੱਡੀਆਂ ਵੱਡੀਆਂ ਹਵੇਲੀਆਂ 'ਚ ਤੇਰਾ ਘਰ ਹੋਵੇਗਾ, ਬੜੇ ਬੜੇ ਮਕਾਨ ਸੋਹਣੇ ਹੋਣਗੇ, ਕਿਲਿਆਂ 'ਚ ਰਹੇਗਾ ਤੂੰ ਸ਼ਾਨ ਦੇ ਨਾਲ। तब सिंह जी ने बचन उचारो। ਇਹ ਸੁਣ ਕੇ ਭਾਈ ਤਾਰੂ ਸਿੰਘ ਸਾਹਿਬ ਜੀ ਬੋਲੇ, सो देहो हम जो लगे प्यारो। ਜ਼ਕਰੀਆ ਖਾਨ, ਜਿਹੜੀ ਚੀਜ਼ ਮੈਨੂੰ ਪਿਆਰੀ ਲੱਗਦੀ ਤੂੰ ਮੈਨੂੰ ਉਹ ਦੇ ਦੇ। तू जे हम पे है मेहरबान। ਜੇ ਤੂੰ ਮੇਰੇ ਤੇ ਮਿਹਰਬਾਨ ਹੋਇਆ, ਮੇਰੇ ਤੇ ਤੂੰ ਬਹੁਤ ਹੀ ਤਰਸ ਕਰ ਰਿਹਾ, ਮੇਰੇ ਨਾਲ ਤੇਰਾ ਬਾਹਲਾ ਹੀ ਪ੍ਰੇਮ ਹੈ, आख हमें ना हो मुसलमान। ਤਾਂ ਫਿਰ ਤੂੰ ਮੇਰਾ ਇੰਨੀ ਮੰਗ ਮੇਰੀ ਪੂਰੀ ਕਰ ਦੇ ਵੀ ਆਪਣੀ ਜ਼ਬਾਨ ਤੋਂ ਇਹ ਨਾ ਆਖੀ ਕਿ ਤੂੰ ਮੁਸਲਮਾਨ ਬਣ ਜਾ। ਮੇਰੀ ਇਹੀ ਮੰਗ ਹੈ, ਮੈਂ ਤੇਰੇ ਤੋਂ ਮੰਗਦਾ ਕਿ ਤੂੰ ਮੈਨੂੰ ਇਹ ਦੇ ਕਿ ਆਪਣੀ ਜ਼ਬਾਨ ਬੰਦ ਕਰ ਲੈ, ਜਿਹੜੀ ਜ਼ਬਾਨ ਨਾਲ ਤੂੰ ਕਹਿ ਰਿਹਾ ਕਿ ਤੂੰ ਤੁਰਕ ਬਣ ਜਾ, ਮੁਸਲਮਾਨ ਬਣ ਜਾ, ਇਹ ਵਰਡ ਨਾ ਕਹਿ ਤੇ ਬਾਕੀ ਤੂੰ ਜੋ ਮਰਜ਼ੀ ਕਰ। ਹਾਂਜੀ, तू दस हमें कछ ऐसे राहो। ਤੂੰ ਸਾਨੂੰ ਇਹੋ ਜਿਹਾ ਰਸਤਾ ਦੱਸ, केसी सासी होए निबाहो। ਮੇਰੀ ਸਿੱਖੀ ਨਿਭ ਜੇ, ਕੇਸੀ ਸਵਾਸੀ ਮੈਂ ਨਿਭ ਜਾਵਾਂ, ਸ਼ਹੀਦੀ ਪਾ ਜਾਵਾਂ, ਇਹ ਦੱਸ ਦੇ ਤੂੰ। तब नवाब बहु गुस्सा खाया। ਤਾਂ ਨਵਾਬ ਬੜੇ ਗੁੱਸੇ 'ਚ ਆ ਗਿਆ मुख ते खोटा बचन सुनाया। ਤੇ ਨਵਾਬ ਗੁੱਸੇ 'ਚ ਆ ਕੇ ਖੋਟੇ ਬਚਨ ਬੋਲਣ ਲੱਗਾ। जूतन साथ करो बाल दूर। ਕਹਿਣ ਲੱਗਾ, ਜਿਹੜੇ ਤੂੰ ਲੰਮੇ ਲੰਮੇ ਵਾਲ ਵਧਾਈ ਬੈਠਾ ਨਾ, ਜੁੱਤੀਆਂ ਮਾਰ ਕੇ ਉਡਾ ਦਿਆਂਗਾ ਮੈਂ ਤੇਰੇ। नायन कहो सिर मन हो जरूर। ਉਹਦੇ ਦਿਮਾਗ ਵਿੱਚ ਪੁੱਠੀ ਗੱਲ ਆ ਗਈ। ਉਸੇ ਵੇਲੇ ਨਾਈਆਂ ਨੂੰ ਬੁਲਾ ਕੇ ਕਹਿਣ ਲੱਗਾ, ਇਹਦੇ ਸਿਰ ਮੁੰਨ ਦਿਓ, ਕੇਸ ਦਾੜੀ ਕੱਟ ਦਿਓ।
ਦੋਹਰਾ ਤਬ ਤਾਰੂ ਸਿੰਘ ਉਸ ਕਹਿਓ, ਤਾਂ ਅੱਗੋਂ ਭਾਈ ਤਾਰੂ ਸਿੰਘ ਜੀ ਬੋਲੇ, ਵਹਿ ਜੂਤ ਤੁਮਾਰੇ ਪਾਹੇ। ਜ਼ਕਰੀਆ ਖਾਨ, ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ, ਪਰ ਜਿਹੜੇ ਤੂੰ ਬਚਨ ਬੋਲੇ ਨੇ ਉਹ ਤੇਰੇ ਤੇ ਪੈਣਗੇ। ਤੂੰ ਖਾਲਸੇ ਦੀ ਜੁੱਤੀ ਅੱਗੇ ਲੱਗ ਕੇ ਨਰਕਾਂ ਨੂੰ ਜਾਏਗਾ। ਜੋ ਸਿੱਖ ਪੂਰੇ ਸਤਿਗੁਰੂ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਸਿੰਘ ਹਨ, ਤਿੰਨ ਸਿਰ ਕੇਸ ਨਿਬਾਹੇ। ਉਹਨਾਂ ਦੇ ਕੇਸ ਨਹੀਂ ਤੂੰ ਕੱਟ ਸਕਦਾ। ਚੌਪਈ ਤਬ ਨਵਾਬ ਨੇ ਨੌਵੇ ਲਗਾਏ, ਤਾਂ ਉਹਨੇ ਨਊਏ ਸੱਦ ਲਏ। ਨਊਏ ਮੈਨੇ ਨਾਈ, ਕੇਸ ਕੱਟਣ ਵਾਲੇ, ਉਹ ਸੱਦ ਲਏ। ਉਨਕੇ ਸੰਦ ਖੁੰਡੇ ਹੋ ਆਏ, ਤਾਂ ਨਊਆਂ ਦੇ ਜਿਹੜੇ ਸੰਦ ਸੀਗੇ ਉਹ ਖੁੰਡੇ ਹੋ ਗਏ। ਜਿਮ ਜਿਮ ਨੌਵੇ ਫੇਰ ਲਗਾਵੇ, ਜਿਵੇਂ ਜਿਵੇਂ ਭਾਈ ਸਾਹਿਬ ਦੇ ਕੇਸਾਂ ਨੂੰ ਲਾਉਂਦੇ ਆ ਕੈਂਚੀ, ਤਿਮ ਤਿਮ ਉਨ ਹੱਥ ਭੈੜੇ ਪਾਵੇ। ਉਹਨਾਂ ਦੇ ਹੱਥ ਭੈੜੇ ਪੈਂਦੇ, ਅੰਦਰੋਂ ਜਾਨ ਨਹੀਂ, ਜਿਵੇਂ ਹੱਥਾਂ 'ਚ ਤਾਕਤ ਘਟਦੀ ਜਾਂਦੀ। ਅੰਦਰੋਂ ਸ਼ਹੀਦੀ ਪਹਿਰਾ ਵਰਤ ਗਿਆ, ਕਿਉਂਕਿ ਅਕਾਲ ਪੁਰਖ ਦੀਆਂ ਗੁਪਤ ਸ਼ਕਤੀਆਂ ਹਨ। ਅੱਜ ਕੱਲ੍ਹ ਕਈ ਲੋਕ ਕਹਿੰਦੇ ਜੇ ਕੇਸ ਕਿਵੇਂ, ਕਹਿੰਦੇ ਲੋਹੇ ਦੀਆਂ ਤਾਰਾਂ ਬਣ ਗਏ। ਇਹ ਉਹਨਾਂ ਨੂੰ ਤੇ 7 ਜਨਮ 100 ਜਨਮ ਨਹੀਂ ਸਮਝ ਆਣੀ ਜਿਹੜੇ ਇਦਾਂ ਕਹਿੰਦੇ ਆ। ਉਹਦੇ ਲੱਖ ਜਨਮ 'ਚ ਵੀ ਨਹੀਂ ਸਮਝ, ਬੁੱਧੀ ਨਹੀਂ। ਅੰਨੇ ਨੂੰ ਤੇ 100 ਜਨਮ 'ਚ ਨਹੀਂ ਸੂਰਜ ਦਿਸਿਆ ਕਦੀ। ਜੇ ਅੰਨਾ ਕਵੇ ਵੀ ਪੀਲੇ ਰੋਸ਼ਨੀ ਦਾ ਰੰਗ ਦੱਸੋ, ਕਿਵੇਂ ਦਿਖਾਈਏ ਉਹਨੂੰ? ਇਸ ਕਰਕੇ ਜਿਨ੍ਹਾਂ ਕੋਲ ਅੱਖਾਂ ਨਹੀਂ ਉਹ ਤਾਂ ਇਦਾਂ ਗੱਲਾਂ ਕਰਨਗੇ। ਪਰ ਭਾਈ ਰਤਨ ਸਿੰਘ ਜੀ ਸ਼ਹੀਦ ਲਿਖ ਰਹੇ ਆ ਵੀ ਜਿਉਂ-ਜਿਉਂ ਹੱਥ ਲਾਉਂਦੇ ਤਿਉਂ-ਤਿਉਂ ਹੱਥਾਂ ਦੀ ਸੱਤਿਆ ਘਟਦੀ ਜਾਂਦੀ ਨਊਆਂ ਦੀ। ਹਾਂਜੀ, ਜਿਮ ਜਿਮ ਨੌਵਨ ਨਵਾਬ ਡਰਾਵੇ, ਜਿਵੇਂ ਜਿਵੇਂ ਨਊਏ ਕੰਬਦੇ ਆ ਤੇ ਪਿੱਛੋਂ ਨਵਾਬ ਦਬ ਕੇ ਮਾਰਦਾ, ਤੁਸੀਂ ਕੱਟੋ ਕੇਸ। ਤੇ ਉਹ ਨਾਈ ਕਹਿੰਦੇ ਜੀ ਕਰੀਏ ਕੀ, ਸਾਡੇ ਹੱਥਾਂ 'ਚ ਜਾਨ ਹੀ ਨਹੀਂ ਰਹੀ। ਹਾਂਜੀ, ਤਿਮ ਤਿਮ ਨੌਵਨ ਹੱਥ ਕੰਪਾਵੇ, ਨਊਆਂ ਦੇ ਹੱਥ ਕੰਬਦੇ ਹਨ ਨਾਈਆਂ ਦੇ। ਕਲਾ ਖਾਲਸੇ ਤਬ ਐਸੀ ਕਈ, ਉਹ ਖਾਲਸੇ ਨੇ ਐਸੀ ਕਲਾ ਵਰਤਾਈ ਹੈ ਸ਼ਹੀਦਾਂ ਸਿੰਘਾਂ ਨੇ। ਨੌਵਨ ਦ੍ਰਿਸ਼ਟ ਮੰਦ ਤਬ ਭਈ, ਕਹਿੰਦੇ ਨਾਈਆਂ ਦੀ ਨਜ਼ਰ ਹੀ ਬੰਦ ਹੋ ਗਈ। ਨਵਾਬ ਕਹਿਓ ਇਨ ਜਾਦੂ ਚਲਾਇਆ, ਕਹਿੰਦੇ ਨਵਾਬ ਜ਼ਕਰੀਆ ਖਾਨ ਕਹਿਣ ਲੱਗਾ ਇਸ ਬੰਦੇ ਨੇ ਕੋਈ ਜਾਦੂ ਕੀਤਾ, ਜਿਹੜੇ ਇਹ ਨਾਈ ਕੁਛ ਕਰ ਨਹੀਂ ਪਾ ਰਹੇ। ਨਾਈਆਂ ਦਾ ਜਿਹੜਾ ਹੱਥ ਨਹੀਂ ਚੱਲ ਰਿਹਾ, ਇਸ ਦੇ ਕੋਲ ਕੋਈ ਕਾਲਾ ਇਲਮ ਹੈ। ਕਿਉਂਕਿ ਮੁਸਲਮਾਨ ਵੀ 3 ਇਲਮ ਮੰਨਦੇ ਹਨ, ਇੱਕ ਚਿੱਟਾ ਇਲਮ, ਇੱਕ ਲਾਲ ਇਲਮ, ਇੱਕ ਕਾਲਾ ਇਲਮ। ਚਿੱਟਾ ਇਲਮ ਮੰਨਦੇ ਆ ਜਿਹਦਾ ਰੱਬ ਨੂੰ ਮਿਲਣ ਵਾਸਤੇ ਕੁਰਾਨ ਪਾਕ ਵਿੱਚ ਸੋਹਣੀਆਂ ਗੱਲਾਂ ਲਿਖੀਆਂ ਨੇ, ਜਿਹੜੀਆਂ ਰੱਬ ਨੂੰ ਮਿਲਾਉਣ ਵਾਲੀਆਂ ਨੇ, ਉਹਨੂੰ ਕਹਿੰਦੇ ਚਿੱਟਾ ਇਲਮ। ਤੇ ਲਾਲ ਇਲਮ ਕਹਿੰਦੇ ਕਿਸੇ ਦਾ ਕੰਮ ਰੁਕਿਆ ਹੋਵੇ, ਜਿਵੇਂ ਠੀਕ ਕਰ ਦੇਣਾ, ਵੀ ਚਲੋ ਭਲਾ ਕਰ ਦੇਣਾ ਕਿਸੇ ਦਾ। ਤੇ ਕਾਲਾ ਇਲਮ ਨੁਕਸਾਨ ਕਰ ਦੇਣਾ, ਆਪੋਜਿਟ ਕਰ ਦੇਣਾ, ਪੁੱਠਾ ਕਰ ਦੇਣਾ। ਤੋ ਇਹ ਕੋਈ ਕਾਲਾ ਇਲਮ, ਕੋਈ ਜਾਦੂ ਕਰ ਰਿਹਾ ਜਿਹੜਾ ਸਾਡੇ ਨਾਈਆਂ ਨੂੰ ਦਿਸਦਾ ਨਹੀਂ ਪਿਆ। ਨਾਈਆਂ ਦਾ ਹੱਥ ਨਹੀਂ ਚੱਲ ਰਿਹਾ। ਕਹਿ ਨੌਵਨ ਕਛ ਲੱਭ ਦਿਵਾਇਆ, ਜਾਂ ਇਹ ਲਾਲਚ ਦੇ ਦਿੱਤਾ ਇਹਨੇ ਕੋਈ ਨਾਈਆਂ ਨੂੰ ਜਿਹੜੇ ਪਿੱਛੇ ਹਟ ਗਏ ਨੇ। ਅਬ ਲਿਆਵੋ ਮੋਚੀ 2-4, ਕਹਿੰਦੇ ਜਾਓ 2-4 ਮੋਚੀ ਜਿਹੜੇ ਚਮੜਾ ਚੀਰਦੇ ਨੇ ਉਹ ਲੈ ਕੇ ਆਓ। ਖੋਪਰੀ ਸਾਥ ਦਿਓ ਬਾਲ ਉਤਾਰ, ਇਹਦੀ ਖੋਪਰੀ ਲਾ ਦਿਓ ਉਤੋਂ ਸਾਰਾ। ਮੋਚੀ ਜਿਹੜੇ ਹਨ ਆਪਣੀ ਰੰਬੀ ਦੇ ਨਾਲ ਇਹਦਾ ਸਣੇ ਮੁਕੇਸਾਂ ਦੇ ਖੋਪਰੀ ਲਾ ਦੇਣ। ਤਬ ਸਿੰਘ ਜੀ ਬਹੁ ਭਲੀ ਮਨਾਈ, ਜਦੋਂ ਖੋਪਰੀ ਤੇ ਗੱਲ ਆਈ ਤਾਂ ਭਾਈ ਤਾਰੂ ਸਿੰਘ ਬੜੇ ਖੁਸ਼ ਹੋਏ, ਆਪਣੇ ਗੁਰੂ ਦਾ ਸ਼ੁਕਰਾਨਾ ਕੀਤਾ। ਸਾਥ ਕੇਸਨ ਕੇ ਖੋਪਰੀ ਜਾਈ, ਕਹਿੰਦੇ ਚਲੋ ਕੇਸਾਂ ਦੇ ਨਾਲ ਮੇਰੀ ਖੋਪਰੀ ਤੇ ਜਾਏਗੀ ਨਾ, ਕੇਸ ਤਾਂ ਨਹੀਂ ਜਾਣਗੇ। ਹਾਂਜੀ, ਤੋ ਭੀ ਹਮਰੋ ਬਚਨ ਰਹਾਈ, ਤਾਂ ਵੀ ਸਾਡਾ ਬਚਨ ਤਾਂ ਪੂਰਾ ਹੋ ਜਾਏਗਾ। ਸਿੱਖੀ ਕੀ ਗੁਰ ਪੈਜ ਰਖਾਈ, ਗੁਰੂ ਸਾਹਿਬ ਆਪਣੀ ਸਿੱਖੀ ਦੀ ਪੈਜ ਰੱਖ ਲੈਣਗੇ। ਅਕਾਲ ਅਕਾਲ ਸਿੰਘ ਜਾਪ ਉਚਾਰੇ, ਕਹਿੰਦੇ ਭਾਈ ਤਾਰੂ ਸਿੰਘ ਸਤਿ ਸ੍ਰੀ ਅਕਾਲ, ਅਕਾਲ ਹੀ ਅਕਾਲ ਦੇ ਜਕਾਰੇ ਗੁਜਾ ਰਿਹਾ ਸੀ। ਸੁਣ ਨਵਾਬ ਮੂੰਦੇ ਕੰਨ ਸਾਰੇ, ਤੇ ਉਸ ਵੇਲੇ ਸਾਧ ਸੰਗਤ ਜੀ ਜਦੋਂ ਜਕਾਰੇ ਗਜਾਂਦਾ ਸੀ ਤੇ ਨਵਾਬ ਕੰਨਾਂ 'ਚ ਉਂਗਲੀਆਂ ਦਿੰਦਾ ਸੀ ਵੀ ਇੰਨੀ ਆਵਾਜ਼ ਆਉਂਦੀ ਅਕਾਲ ਅਕਾਲ ਦੀ, ਝੱਲੀ ਨਹੀਂ ਸੀ ਜਾਂਦੀ। ਤਬ ਨਵਾਬ ਬਹੁ ਕ੍ਰੋਧ ਹੈ ਭਰਾ, ਉਹ ਜਕਾਰੇ ਸੁਣ ਸੁਣ ਕੇ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਆਈ ਜਾਂਦਾ ਸੀ। ਸੋ ਹੁਕਮ ਉਨ ਮੋਚੀਨ ਕਰਾ, ਉਹਨੇ ਆਪਣੇ ਮੋਚੀਆਂ ਨੂੰ ਹੁਕਮ ਦਿੱਤਾ, ਇਸ ਕੀ ਖੋਪਰੀ ਸਾਥੇ ਬਾਲ, ਕਹਿੰਦੇ ਇਹਦੀ ਖੋਪਰੀ ਸਣੇ ਕੇਸਾਂ ਦੇ ਲਾ ਦਿਓ, ਕਾਟ ਉਤਾਰੋ ਰੰਬੀ ਨਾਲ, ਰੰਬੀ ਨਾਲ ਉਤਾਰ ਦਿਓ, ਉੱਤੋਂ ਸਾਰੀ ਖੋਪਰੀ ਲਾ ਦਿਓ। ਤਬੈ ਕਸਾਇਨ ਵੈਸੀ ਕਰੀ, ਤੋ ਕਸਾਈਆਂ ਨੇ, ਜਲਾਦਾਂ ਨੇ, ਮੋਚੀਆਂ ਨੇ ਉਹ ਐਸਾ ਹੀ ਕੀਤਾ। ਕਰ ਪੈਨੀ ਸਿਰ ਰੰਬੀ ਧਰੀ, ਰੰਬੀ ਜਿਹਦੇ ਨਾਲ ਉਹ ਚਮੜਾ ਛਿਲਦੇ ਹਨ ਉਹਨੂੰ ਬਹੁਤ ਤਿੱਖੀ ਕਰਕੇ ਤੇ ਮੱਥੇ ਤੇ ਧਰ ਦਿੱਤੀ। ਦੋਹਰਾ ਪੈਨੀ ਥੀ ਰੰਬੀ ਕਰੀ, ਕਹਿੰਦੇ ਬਹੁਤ ਤਿੱਖੀ ਕੀਤੀ ਸੀ, ਪੱਥਰ ਤੇ ਰਗੜ ਰਗੜ ਕੇ ਰੰਬੀ।
ਧਰ ਮਥਿਓ ਦੇਈ ਦਬਾਏ। ਇੱਥੇ ਮੱਥੇ ਤੇ ਰੱਖ ਕੇ ਜ਼ੋਰ ਨਾਲ ਦਬਾ ਦਿੱਤੀ। ਮੱਥੇ ਤੇ ਕੰਨਾ ਤਈ। ਕਹਿੰਦੇ ਮੱਥੇ ਤੋਂ ਲੈ ਕੇ ਕੰਨਾਂ ਤੱਕ ਗਿਚਿਓ ਦੇਈ ਤੇ ਪਟਾਏ। ਆ ਪਿਛਲੇ ਪਾਸੇ ਗਿੱਚੀ ਤੱਕ ਸਾਰੇ ਇਦਾਂ ਪਹਿਲਾਂ ਉਹਨਾਂ ਨੇ ਮੋਚੀ ਨੇ ਜਿਹੜਾ ਸੀ ਨਾ ਕਨੈਕਸ਼ਨ ਥੱਲੇ ਵਾਲੇ ਮਾਸ ਨਾਲੋਂ ਵੱਖਰਾ ਕਰ ਦਿੱਤਾ, ਪੱਟ ਦਿੱਤੀ। ਚੌਪਈ ਸਿੰਘ ਜੀ ਮੁਖ ਤੇ ਸੀ ਨਾ ਕਰੀ। ਭਾਈ ਤਾਰੂ ਸਿੰਘ ਵਾਹਿਗੁਰੂ ਵਾਹਿਗੁਰੂ ਜਪਦੇ ਬੈਠੇ, ਅਕਾਲ ਅਕਾਲ ਗਜਾਂਦੇ ਰਹੇ, ਮੂੰਹ ਤੋਂ ਸੀ ਨਹੀਂ ਕੀਤੀ। ਧੰਨ ਧੰਨ ਗੁਰਮੁਖ ਕਹਿਣੀ ਸਰੀ। ਧੰਨ ਗੁਰਮੁਖ ਭਾਈ ਤਾਰੂ ਸਿੰਘ ਜੀ ਜੋ ਬਚਨ ਕਹੇ ਪੂਰੇ ਕਰ ਨਿਭਾਏ ਹਨ। ਹਕਾਰੋ ਦੇਖ ਲੋਕ ਬਹੁ ਭਰੇ। ਜਦੋਂ ਨਖਾਸ ਚੌਂਕ ਵਿੱਚ ਇਹ ਭਾਣਾ ਵਰਤ ਰਿਹਾ ਸੀਗਾ, ਉਸ ਵੇਲੇ ਸ਼ਹਿਰ ਦੇ ਲੋਕ ਦੇਖ ਦੇਖ ਕੇ ਭੈ ਭੀਤ ਹੋ ਰਹੇ ਸਨ, ਡਰ ਰਹੇ ਸਨ ਕਿ ਕਿੰਨਾ ਜ਼ੁਲਮ ਹੋ ਰਿਹਾ ਤੇ ਕਿੱਡਾ ਇਹ ਸੰਤ ਮਹਾਂਪੁਰਸ਼ ਬੈਠਾ ਅਡੋਲ ਭਾਣਾ ਮੰਨ ਰਿਹਾ ਹੈ। ਜੋ ਸੋ ਸੁਨੈ ਸੋ ਹੈ ਕਰੇ। ਜੋ ਵੀ ਵੇਖ ਰਿਹਾ ਸੀ, ਜੋ ਜੋ ਸੁਣ ਰਿਹਾ ਸੀ, ਹਾਏ ਹਾਏ ਕਰ ਰਹੇ ਸੀ। ਲੋਕ ਕਹਿੰਦੇ ਜ਼ਕਰੀਆ ਖਾਨ ਦਾ ਰਾਜ ਗਰਕ ਹੋ ਜਾਣਾ, ਇਹਦਾ ਬੇੜਾ ਗਰਕ ਹੋ ਜਾਣਾ, ਇਹਦਾ ਰਹਿਣਾ ਕੱਖ ਨਹੀਂ, ਐਡਾ ਪਾਪੀ ਬੰਦਾ ਹੈ। ਲੋਕ ਸਿਆਣੇ ਐਸੇ ਕਹੈ। ਸਿਆਣੇ ਲੋਕ ਹਿੰਦੂ ਮੁਸਲਮਾਨ ਜਿਹੜੇ ਰੱਬ ਤੋਂ ਡਰਨ ਵਾਲੇ ਨੇਕ ਬੰਦੇ ਸੀ, ਇਉਂ ਕਹਿੰਦੇ ਸੀ ਪਤਸ਼ਾਹੀ ਇਨਕੀ ਨਾ ਰਹੈ। ਕਿ ਇਹਨਾਂ ਮੁਗਲਾਂ ਦੀ ਬਾਦਸ਼ਾਹੀ ਹੁਣ ਨਹੀਂ ਰਹਿਣੀ, ਇਹ ਆਪਣੇ ਅਖੀਰ ਤੇ ਆ ਗਏ ਨੇ, ਇਹਨਾਂ ਦਾ ਅੰਤ ਸਮਾਂ ਨੇੜੇ ਆ ਗਿਆ ਹੈ। 1800 ਉਪਰ 2 ਸਾਲ। ਸਾਧ ਸੰਗਤ ਜੀ 1802 ਬਿਕਰਮੀ ਚ, ਇਹ ਈਸਵੀ ਨਹੀਂ ਬਿਕਰਮੀ। ਹੁਣ ਦੇ ਜਿਹੜੇ ਗ੍ਰੰਥ ਨੇ ਉਹਦੇ ਚ ਈਸਵੀ ਲਿਖਣਾ ਪੈਂਦਾ ਕਿਉਂਕਿ ਸਾਰੇ ਪਾਸੇ ਉਹ ਕੈਲੰਡਰ ਸ਼ੁਰੂ ਹੋ ਗਿਆ। ਪਹਿਲਾਂ ਜਿਹੜਾ ਸੀਗਾ ਉਹ ਬਿਕਰਮੀ ਸੀਗਾ, ਉਹਦੇ ਵਿੱਚ 1802 ਬਿਕਰਮੀ ਤੇ 1745 ਈਸਵੀ ਸੀਗਾ। ਹਾਂਜੀ। ਸਾਕਾ ਕੀਓ ਤਾਰੂ ਸਿੰਘ ਨਾਲ। ਭਾਈ ਤਾਰੂ ਸਿੰਘ ਜੀ ਨਾਲ ਇਹ ਸਾਕਾ ਵਰਤਿਆ ਸੀ। 1791 ਸਾਲ। ਇਸ ਤੋਂ ਕੁਝ ਸਾਲ ਪਹਿਲਾਂ 1791 ਵਿੱਚ ਇਸੇ ਕਹੀ ਥੀ ਹਕੀਕਤ ਨਾਲ। ਹਕੀਕਤ ਰਾਏ ਨੂੰ ਵੀ ਇਦਾਂ ਹੀ ਸ਼ਹੀਦ ਕੀਤਾ ਸੀ। ਉਹ ਬਟਾਲੇ ਦਾ ਰਹਿਣ ਵਾਲਾ ਸਹਿਜਧਾਰੀ ਗੁਰਸਿੱਖਾਂ ਦਾ ਬੱਚਾ ਸੀ, ਗੁਰਬਾਣੀ ਜਪਜੀ ਸਾਹਿਬ ਪੜ੍ਹਦਾ ਸੀ ਤੇ ਜਿਹੜੇ ਮਦਰਸੇ 'ਚ ਪੜ੍ਹਦਾ ਸੀ ਉੱਥੇ ਸਾਧ ਸੰਗਤ ਜੀ ਉਹ ਜਿਹੜੇ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਜਾਣਬੁੱਝ ਕੇ ਦੇਵੀ ਮਾਤਾ ਨੂੰ ਗਾਲ ਕੱਢੀ ਚੜਾਉਣ ਵਾਸਤੇ। ਅੱਗੋਂ ਉਹਨੇ ਵੀ ਥੋੜਾ ਜਿਹਾ ਗੁੱਸਾ ਕਰਕੇ ਰੋਜ਼ ਤੰਗ ਕਰਦੇ ਸੀ, ਉਹਨੇ ਵੀ ਉਸੇ ਤਰ੍ਹਾਂ ਜਵਾਬ ਦੇ ਦਿੱਤਾ ਬੀਬੀ ਫਾਤਮਾ ਦਾ ਨਾਮ ਲੈ ਕੇ। ਬਸ ਉਹ ਗਰੀਬ ਦੀ ਕੌਣ ਸੁਣਦਾ, ਫਿਰ ਪਾ ਲਿਆ ਰੌਲਾ, ਆਖੇ ਜੀ ਇਹਨੇ ਬੀਬੀ ਫਾਤਮਾ ਦੀ ਲੜਕੀ ਨੂੰ, ਬੀਬੀ ਫਾਤਮਾ ਨੂੰ ਗਾਲ ਕੱਢੀ ਹੈ। ਉਹ ਫੜ ਕੇ ਲਾਹੌਰ ਲੈ ਗਏ। ਉੱਥੇ ਜਾ ਕੇ ਉਸ ਬੱਚੇ ਨੂੰ ਇੱਕੋ ਹੀ ਸ਼ਰਤ ਹੁੰਦੀ ਸੀ, ਜਾਂ ਮੁਸਲਮਾਨ ਬਣ ਤੇ ਜਾਂ ਫਿਰ ਤੂੰ ਕਤਲ ਹੋ। ਉਹਨੂੰ ਫਿਰ ਸਾਧ ਸੰਗਤ ਜੀ ਸ਼ਹੀਦ ਕਰ ਦਿੱਤਾ ਸੀ। ਉਸ ਤੇ ਸਰੀ ਨਹੀਂ ਥੀ ਕਾਈ। ਪਰ ਉਹ ਵਿਚਾਰਾ ਬੱਚਾ ਸੀ, ਉਹ ਆਪਣੀ ਜਾਨ ਦੇ ਗਿਆ, ਆਪਣਾ ਧਰਮ ਨਿਭਾ ਗਿਆ, ਸ਼ਹੀਦ ਹਕੀਕਤ ਰਾਏ। ਉਸ ਤੋਂ ਇਹਨਾਂ ਦਾ ਕਹਿੰਦੇ ਜ਼ੁਲਮ ਦਾ ਜੜ ਪੁੱਟੀ ਨਹੀਂ ਗਈ, ਪਰ ਹੁਣ ਤਾਰੂ ਸਿੰਘ ਪੁੱਟ ਕੇ ਜਾਏਗਾ। ਹਾਂਜੀ। ਸਗਵੋ ਨਵਾਬ ਗਇਓ ਚੰਬਲਾਈ। ਸਗੋਂ ਹਕੀਕਤ ਰਾਏ ਦੀ ਸ਼ਹੀਦੀ ਦੇ ਨਾਲ ਇਹ ਚੰਬਲ ਗਿਆ ਸੀਗਾ ਨਵਾਬ, ਪਰ ਹੁਣ ਇਹਦਾ ਬੇੜਾ ਗਰਕ ਹੋ ਗਿਆ। ਲੋਕ ਕਹਿ ਰਹੇ ਨੇ ਕਿਉਂਕਿ ਜਦੋਂ ਹਕੀਕਤ ਰਾਏ 17 ਸਾਲ ਦਾ ਸੀਗਾ ਤੇ ਅਜੇ ਦਾੜੀ ਨਹੀਂ ਸੀ ਆਈ, ਮੁੱਛ ਨਹੀਂ ਸੀ ਆਈ। ਕਾਲਜ, ਅੱਜ ਕੱਲ੍ਹ ਕਾਲਜ ਕਹਿੰਦੇ, ਪਹਿਲਾਂ ਮਦਰਸੇ ਹੁੰਦੇ ਸੀ। ਉਹ ਮਦਰਸੇ 'ਚ ਯਾਨੀ ਕਾਲਜ 'ਚ ਪੜ੍ਹਦਾ ਸੀ, ਚੰਗੀ ਵਧੀਆ ਐਜੂਕੇਸ਼ਨ ਲੈਂਦਾ ਸੀ। ਉਹਦੇ ਸਹੁਰੇ ਅੰਮ੍ਰਿਤਧਾਰੀ ਸਿੰਘ ਸਨ, ਭਾਈ ਹਰਕਿਸ਼ਨ ਸਿੰਘ ਜੀ। ਉਹ ਅੰਮ੍ਰਿਤਧਾਰੀ ਪਰਿਵਾਰ ਸੀ, ਉਹਨਾਂ ਦੀ ਬੱਚੀ ਇਹਨੂੰ ਵਿਆਹੀ ਹੋਈ ਸੀ। ਗੁਰਬਾਣੀ ਪੜ੍ਹਦਾ ਸੀ, ਪਰ ਉਹ ਬਰਦਾਸ਼ਤ ਨਹੀਂ ਕਰ ਸਕਿਆ ਵੀ ਤੁਰਕ ਜਿਹੜੇ ਸਾਡੀ ਦੇਵੀ ਨੂੰ ਗਾਲਾਂ ਕੱਢਣ। ਉਹਨੇ ਉਹਦਾ ਜਵਾਬ ਦੇ ਦਿੱਤਾ ਤੇ ਉਹ ਜਵਾਬ ਦੇ ਬਦਲੇ ਉਹਨੂੰ ਸ਼ਹੀਦ ਕਰ ਦਿੱਤਾ। ਤਾਂ ਲੋਕ ਕਹਿੰਦੇ ਉਹ ਬੱਚਾ ਤਾਂ ਸ਼ਹੀਦ ਹੋ ਗਿਆ ਸੀ, ਉਹਨੇ ਤਾਂ ਇਹਦਾ ਬੇੜਾ ਗਰਕ ਨਹੀਂ ਕੀਤਾ, ਪਰ ਜਿਹੜਾ ਆ ਬੈਠਾ ਖੋਪਰੀ ਲੁਹਾ ਰਿਹਾ ਨਾ, ਇਹ ਇਹਨਾਂ ਦਾ ਬੇੜਾ ਗਰਕ ਕਰੇਗਾ। ਹਾਂਜੀ। ਦੋਹਰਾ ਨਵਾਬ ਖਾਨ ਜ਼ੁਲਮੀ ਕਰੀ। ਨਵਾਬ ਜ਼ਕਰੀਆ ਨੇ ਬੜੀ ਜ਼ੁਲਮੀ ਕੀਤੀ ਹੈ। ਸ਼ੋਹਰਤ ਭਈ ਜਹਾਨ। ਇਹ ਸਾਰੀ ਦੁਨੀਆ 'ਚ ਫੈਲ ਗਈ। ਭਾਈ ਮਨੀ ਸਿੰਘ ਦੇ ਬੰਦ ਵੀ ਇੰਨੇ ਹੀ ਕੱਟੇ, ਸਿੰਘਾਂ ਦੇ ਬੁਰਜ ਉਸਾਰ ਦਿੱਤੇ, ਸਿਰਾਂ ਦੇ ਸ਼ਹਿਰ ਦੇ ਕੇ ਦਰਵਾਜ਼ਿਆਂ ਦੇ ਸਿਰ ਰੱਖ ਟੰਗ ਛੱਡਦਾ ਸੀ ਸਿੰਘਾਂ ਦੇ, ਖੂਬ ਭਰ ਦਿੰਦਾ ਸੀ ਸਿੰਘਾਂ ਦੇ ਸਿਰਾਂ ਨਾਲ। ਇੱਕ ਵਾਰੀ ਥੋੜਾ ਇਹਨੇ ਬਹੁਤ ਜ਼ੁਲਮ ਕੀਤੇ ਹਨ। ਦਿਲਗਿਰੀ ਸਿੰਘਨ ਭਈ। ਕਹਿੰਦੇ ਖਾਲਸੇ ਦੇ ਮਨਾਂ ਵਿੱਚ ਦਿਲਗੀਰੀ ਆ ਗਈ ਸੀ, ਪੰਜਾਬ ਛੱਡ ਕੇ ਜਾਣਾ ਪਿਆ ਸੀ ਇਹਦੇ ਸਮੇਂ ਵਿੱਚ। ਔ ਖੁਸ਼ੀਆਂ ਮੁਸਲਮਾਨ। ਤੁਰਕ ਬੜੇ ਖੁਸ਼ ਹੁੰਦੇ ਸਨ ਇਹਦੇ ਰਾਜ ਵਿੱਚ, ਕਹਿੰਦੇ ਬਹੁਤ ਵਧੀਆ ਨਵਾਬ ਆਇਆ, ਇਹਨੇ ਬੜਾ ਚੰਗਾ ਕੰਮ ਕੀਤਾ, ਕਾਫਰਾਂ ਨੂੰ ਮਾਰਦਾ। ਪਰ ਖਾਲਸੇ ਨੂੰ ਪਰੇਸ਼ਾਨੀਆਂ ਸਨ, ਖੁਆਰੀਆਂ ਸਨ, ਦੁਸ਼ਵਾਰੀਆਂ ਸਨ। 20 ਸਾਲ ਉਹਦਾ ਰਾਜ ਰਿਹਾ ਲਗਭਗ,
1725 ਦੇ ਨੇੜੇ ਤੇੜੇ ਉਹ ਨਵਾਬ ਬਣਿਆ ਸੀ ਲਾਹੌਰ ਦਾ, ਤੇ 45 ਤੱਕ ਹੋ ਰਿਹਾ। ਤੇ 20 ਸਾਲਾਂ 'ਚ ਉਹਨੇ ਜ਼ੁਲਮ ਦੀਆਂ ਹਨੇਰੀਆਂ ਲਿਆਂਦੀਆਂ। ਹਾਂਜੀ, ਧਰਮਸਾਲ ਸਿੱਖਨ ਹੁਤੀ, ਜਿਹੜੇ ਗੁਰਦੁਆਰੇ ਸਨ ਸਿੰਘਾਂ ਦੇ, ਧਰਮਸ਼ਾਲਾ ਸਨ ਸਿੱਖਾਂ ਦੀਆਂ, ਤਾਮੇ ਦੀਨੋ ਪਾਏ। ਉਹਨੇ ਤਾਲੇ ਲਵਾ ਦਿੱਤੇ ਸਨ, ਉਹਨੇ ਬੰਦ ਕਰਵਾ ਦਿੱਤੀਆਂ ਸਨ ਸਾਰੀਆਂ ਹੀ। ਜਬ ਨਿਕਸੈਂਗੇ ਪ੍ਰਾਣ ਇਸ, ਤੋ ਕਹਿੰਦੇ ਭਾਈ ਸਾਹਿਬ ਦੀ ਖੋਪਰੀ ਲਾ ਕੇ ਨਾ ਭਾਈ ਤਾਰੂ ਸਿੰਘ ਦੀ, ਉਹਨੂੰ ਕਿਲੇ ਦੇ ਪਿਛਲੇ ਪਾਸੇ ਖਾਈ 'ਚ ਸੁੱਟ ਆਏ। ਉੱਥੋਂ ਜਿਹੜੀ ਧਰਮਸ਼ਾਲਾ ਸੀ ਨਾ ਸ਼ਹਿਰ ਸਿੱਖਾਂ ਦੀ, ਉੱਥੇ ਲੈ ਗਏ। ਤਬ ਤੁਮ ਦਇਓ ਫਕਾਏ, ਤੇ ਕਹਿਣ ਲੱਗਾ ਜਦੋਂ ਇਹ ਮਰ ਜਾਏਗਾ, ਜਦੋਂ ਇਹਦੀ ਜਾਨ ਨਿਕਲ ਜਾਏਗੀ ਤਾਂ ਮੈਨੂੰ ਦੱਸਿਆ ਜੇ। ਚੌਪਈ ਸਿੰਘ ਜੀ ਮੁਖੋਂ ਹਾਏ ਨਾ ਕਰੈ, ਭਾਈ ਤਾਰੂ ਸਿੰਘ ਦੀ ਖੋਪਰੀ ਲਾ ਕੇ ਉਹਨੂੰ ਉਹਦੇ ਬਾਹਰ ਖਾਈ 'ਚ ਸੁੱਟਿਆ। ਉੱਥੋਂ ਫਿਰ ਲਾਹੌਰ ਦੇ ਸਿੱਖ ਲੈ ਗਏ ਗੁਰਦੁਆਰੇ ਵਿੱਚ, ਪਰ ਹਾਏ ਨਹੀਂ ਕਰਦਾ ਤਾਰੂ ਸਿੰਘ। ਵਾਹਿਗੁਰੂ 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 ਜਪੀ ਜਾਂਦਾ, ਸਵਾਸ ਸਵਾਸ ਨਾਮ ਅਭਿਆਸ ਕਰਦਾ ਹੈ। ਗੁਰੂ ਗੁਰੂ ਮੁਖ ਤੇ ਸੁਰਰੈ, ਗੁਰੂ ਗੁਰੂ ਜਪਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸੀਸ ਰਖਤ ਸੋ ਕਰੈ ਸਨਾਨ, ਆਪਣੇ ਸਿਰ ਤੇ ਖੂਨ ਨਾਲ ਰੋਜ਼ ਇਸ਼ਨਾਨ ਕਰਦਾ, ਸਿਰ 'ਚੋਂ ਖੂਨ ਵਗਦਾ ਰਹਿੰਦਾ। ਤੇ ਭਾਈ ਤਾਰੂ ਸਿੰਘ ਆਪਣੇ ਲਹੂ ਨਾਲ ਨਹਾਉਂਦਾ ਹੈ। ਜੋ ਗੰਗਾ ਮੈਂ ਟੁੱਬੀ ਲਾਨ, ਜਿਵੇਂ ਗੰਗਾ ਦੇ ਵਿੱਚ ਕੋਈ ਇਸ਼ਨਾਨ ਕਰਕੇ ਪਵਿੱਤਰ ਹੁੰਦਾ, ਸ਼ਹੀਦਾਂ ਦਾ ਖੂਨ ਤਾਂ ਗੰਗਾ ਨਾਲੋਂ ਵੀ ਕਿੰਨਾ ਪਵਿੱਤਰ ਹੈ, ਜਿਹਦੇ ਵਿੱਚ ਭਾਈ ਸਾਹਿਬ ਤਾਰੂ ਸਿੰਘ ਜੀ ਨਹਾਉਂਦੇ ਹਨ। ਜਿਮ ਮਨਸੂਰ ਨੇ ਹੱਥ ਕਟਾਏ, ਜਿਵੇਂ ਮਨਸੂਰ ਇੱਕ ਮਹਾਂਪੁਰਸ਼ ਹੋਏ ਨੇ ਮੁਸਲਮਾਨਾਂ ਵਿੱਚ, ਜਿਨ੍ਹਾਂ ਨੇ ਕਿਹਾ ਸੀ ਅਨਲ ਹੱਕ, ਮੈਂ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ। ਜਦੋਂ ਜੋਤ ਜਗੀ ਸੀ, ਇੱਕਮਿਕ ਹੋ ਗਏ ਅਕਾਲ ਪੁਰਖ ਨਾਲ, ਉਸ ਵੇਲੇ ਅਨਲ ਹੱਕ ਦਾ ਆਵਾਜ਼ਾ ਦਿੱਤਾ ਸੀ ਜਦੋਂ, ਤੇ ਉਹਦੇ ਹੱਥ ਕਟਵਾ ਤੇ ਸੂਲੀ ਚਾੜ ਦਿੱਤਾ ਸੀ ਉਸ ਨੂੰ। ਤਿੰਨ ਲਹੂ ਸੋ ਵਜ਼ੂ ਸਜਾਏ, ਤੇ ਉਹਨੇ ਆਪਣੇ ਲਹੂ ਨਾਲ ਹੀ ਵਜ਼ੂ ਕੀਤਾ ਸੀ। ਆਪਾਂ 5 ਇਸ਼ਨਾਨਾਂ ਕਹਿੰਦੇ ਆ, ਮੁਸਲਮਾਨ ਵਜ਼ੂ ਕਹਿੰਦੇ ਨੇ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਗੋਡਿਆਂ ਤੱਕ ਪੈਰ ਧੋਣੇ, ਪੌਣੀਆਂ ਤੱਕ ਬਾਹਾਂ ਧੋਣੀਆਂ, ਮੂੰਹ ਧੋਣਾ, ਉਹਨੂੰ ਕਹਿੰਦੇ ਨੇ ਵਜ਼ੂ ਕਰਨਾ। ਫਿਰ ਨਮਾਜ਼ ਪੜ੍ਹਦੇ ਆ। ਭਾਈ ਮਨਸੂਰ ਕਹਿੰਦਾ ਸੀ ਮੈਂ ਆਪਣੇ ਲਹੂ ਨਾਲ ਵਜ਼ੂ ਕਰ ਲਿਆ, ਤੇ ਅੱਜ ਤਾਰੂ ਸਿੰਘ ਕਹਿੰਦਾ ਮੈਂ ਆਪਣੇ ਖੂਨ ਨਾਲ ਇਸ਼ਨਾਨ ਕਰ ਲਿਆ। ਹਾਂਜੀ, ਨਵਾਜ਼ ਭਈ ਉਸ ਦਰਗਾਹ ਕਬੂਲ, ਤੇ ਉਸ ਦੀ ਨਵਾਜ਼ ਜਿਹੜੀ ਸੀ ਅੱਲਾ ਦੇ ਦਰਬਾਰ 'ਚ ਮਨਜ਼ੂਰ ਹੋਈ ਸੀ। ਮੁੱਲਾ ਕਾਜੀ ਭੈ ਰਜੂਲ, ਜਿਨ੍ਹਾਂ ਨੇ ਉਸ ਮਨਸੂਰ ਨੂੰ ਫਤਵੇ ਲਾਏ ਸੀ, ਉਹ ਕਾਜੀ ਮੁਲਾਣੇ ਉਹਦੇ ਸਾਹਮਣੇ ਪਸਤ ਹੋ ਗਏ ਸਨ। ਉਹਨਾਂ ਪਾਪੀਆਂ ਦੀ ਕੋਈ ਪੇਸ਼ ਨਹੀਂ ਸੀ ਗਈ। ਅੱਜ ਦੁਨੀਆ ਮਨਸੂਰ ਨੂੰ ਯਾਦ ਕਰਦੀ ਹੈ, ਉਹਨਾਂ ਕਾਜ਼ੀਆਂ ਮੁਲਾਣਿਆਂ ਦਾ ਕੋਈ ਨਾਂ ਨਹੀਂ ਲੈਂਦਾ। ਦੋਹਰਾ ਉਸ ਹੀ ਦਿਨ ਸੋ ਨਵਾਬ ਨੇ, ਉਸ ਦਿਨ ਨਵਾਬ ਨੇ ਪੁੱਛ ਭੇਜਿਓ ਸਿੰਘ ਜੀ ਪਾਹੋ, ਭਾਈ ਤਾਰੂ ਸਿੰਘ ਜੀ ਕੋਲ ਸੱਦਾ ਭੇਜਿਆ। ਤੂੰ ਜੇ ਕਹਿਤ ਥੋ ਕੇਸ ਹਮ, ਹਾਂ, ਜਦੋਂ ਲੈ ਗਏ ਨਾ ਉੱਥੇ ਧਰਮਸ਼ਾਲਾ ਵਿੱਚ, ਗੁਰੂ ਘਰ 'ਚ ਸਿੰਘ ਲੈ ਗਏ ਚੁੱਕ ਕੇ ਲਾਹੌਰ ਦੇ, ਉੱਥੇ ਭਾਈ ਸਾਹਿਬ ਦੀ ਸੇਵਾ ਕਰਦੇ, ਉੱਥੇ ਸਰੀਰ 'ਚ ਲਹੂ ਵਗਦਾ। ਪਿੱਛੇ ਫੇਰ ਮੈਸੇਜ ਭੇਜਿਆ, ਸੁਣਾ ਤਾਰੂ ਸਿਆ, ਤੂੰ ਕਹਿੰਦਾ ਸੀ ਮੇਰੇ ਕੇਸ ਨਾਲ ਰਹਿਣਗੇ, ਕੇਸ ਤਾਂ ਤੇਰੇ ਲਾਹ ਤੇ ਅਸੀਂ, ਖੋਪਰੀ ਜੋ ਲਾਹਤੀ। ਹਾਂਜੀ, ਸੀਸ ਹੀ ਸਾਥ ਨਿਭਾਹੋ, ਤੂੰ ਕਹਿੰਦਾ ਸੀ ਮੈਂ ਸਿਰ ਦੇ ਨਾਲ ਕੇਸ ਨਿਭਾਵਾਂਗਾ, ਹੁਣ ਤੇਰੇ ਕੇਸ ਕਿੱਥੇ ਨੇ? ਚੌਪੀ ਇਹ ਤੁਮਰੀ ਭਈ ਝੂਠੀ ਗੱਲ, ਤਾਰੂ ਸਿਆ ਤੇਰੀ ਗੱਲ ਝੂਠੀ ਪੈ ਗਈ। ਤੂੰ ਜਿਹੜਾ ਦਾਵਾ ਕਰਦਾ ਸੀ ਵੀ ਕੇਸ ਤਾਂ ਮੇਰੇ ਸਿਰ ਦੇ ਜੂੜੇ ਨਾਲ ਹੀ ਰਹਿਣਗੇ, ਹੁਣ ਤੇਰਾ ਜੂੜਾ ਕਿੱਥੇ ਹੈ? ਉਹਦਾ ਅਸੀਂ ਲਾਹ ਦਿੱਤਾ ਹੈ। ਗਏ ਬਾਲ ਲੈ ਕੇ ਸਿਰ ਖੱਲ, ਕਹਿੰਦੇ ਖੱਲ ਲਾਹ ਦਿੱਤੀ, ਤੇਰੀ ਖੱਲ ਵੀ ਚਲੀ ਗਈ, ਤੇਰੇ ਵਾਲ ਜਿਹੜੇ ਸੀ ਤੇਰੀ ਚਮੜੀ ਵੀ ਲੈ ਕੇ ਚਲੇ ਗਏ, ਤੇਰੀ ਖੋਪਰੀ ਲੈ ਕੇ ਚਲੇ ਗਏ। ਬਿਨਾ ਬਾਲ ਸਿਰ ਦੇ ਹੀ ਰਹੀ, ਹੁਣ ਤੇਰਾ ਸਿਰ ਜਿਹੜਾ ਵਾਲਾਂ ਤੋਂ ਬਿਨਾਂ ਹੀ ਹੈ ਨਾ। ਜੇ ਪਹਿਲਾਂ ਹੀ ਸਾਡੀ ਗੱਲ ਮੰਨ ਲੈਂਦਾ ਤੇ ਵਾਲ ਮਨਵਾ ਲੈਂਦਾ, ਤੇ ਤੇਰਾ ਸਿਰ ਤਾਂ ਨਾ ਛਿੱਲਿਆ ਜਾਂਦਾ, ਤੇਰੀ ਖੋਪਰੀ ਤਾਂ ਲਾਈ ਜਾਂਦੀ। ਹਾਂਜੀ, ਦੋ ਬਾਤ ਤੁਝ ਝੂਠੀ ਭਈ, ਤੂੰ ਕਹਿੰਦਾ ਸੀ ਮੇਰੀ ਨਿਭ ਜਾਵੇਗੀ ਕੇਸਾਂ ਨਾਲ, ਕਿੱਥੇ ਹੈ? ਝੂਠੀ ਹੈ ਤੇਰੀ ਗੱਲ, ਤੇਰਾ ਦੋਵੇਂ ਗੱਲਾਂ ਤੇਰੀਆਂ ਝੂਠੀਆਂ ਹੋਈਆਂ ਨੇ। ਤਬ ਸਿੰਘ ਨੇ ਯੋਂ ਬਾਨੀ ਕਹੀ, ਅੱਗੋਂ ਫਿਰ ਭਾਈ ਤਾਰੂ ਸਿੰਘ ਸਾਹਿਬ ਜੀ ਆ ਗਏ, ਆਪਣੇ ਤਾਤ ਤੇ ਸ਼ਹੀਦਾਂ ਦਾ ਪਹਿਰਾ ਫਿਰ ਵਰਤ ਗਿਆ, ਉਹ ਬਚਨ ਛੱਡਿਆ। ਨਹਿ ਨਵਾਬ ਤੁਮ ਸਮਝੇ ਐਈ, ਉਹ ਨਵਾਬ ਤੈਨੂੰ ਸਮਝ ਹੀ ਨਹੀਂ ਆਈ, ਤੈਨੂੰ ਅਕਲ ਹੀ ਨਹੀਂ ਆਈ, ਤੂੰ ਮੇਰੇ ਬਚਨ ਨੂੰ ਸਮਝ ਨਹੀਂ ਸਕਿਆ। ਰਹੇ ਕੇਸ ਹਮ ਖੋਪਰੀ ਨਾਲ, ਸਾਡੇ ਕੇਸ ਸਾਡੀ ਖੋਪਰੀ ਦੇ ਨਾਲ ਹੀ ਨੇ, ਖੋਪਰੀ ਤੋਂ ਤਾਂ ਨਹੀਂ ਉਤਰੇ ਨਾ, ਸਾਡੀ ਖੋਪਰੀ ਦੇ ਨਾਲ ਨੇ ਸਾਡੇ ਕੇਸ। ਹਾਂਜੀ, ਹੈ ਝੂਠੇ ਦੋਏ ਤੁਮਰੇ ਸਵਾਲ, ਤੇਰੇ ਦੋਵੇਂ ਸਵਾਲ ਹੀ ਗਲਤ ਨੇ, ਤੇਰੇ ਸਵਾਲ ਝੂਠੇ ਨੇ, ਬੇਬੁਨਿਆਦ ਨੇ ਤੇਰੇ ਬਚਨ। ਸਵਾਸ ਰਖੇ ਹਮ ਇਮ ਕਰ ਦੇਹ, ਹਾਂ, ਕਹਿੰਦੇ ਅਸੀਂ
ਆਪਣੇ ਇਹ ਜਿਹੜੇ ਸਵਾਸ ਰੱਖੇ ਨੇ, ਅਸੀਂ ਨਾਲ ਹੀ ਸਰੀਰ ਛੱਡ ਸਕਦੇ ਸੀਗੇ। ਸਾਡੀ ਮਰਜ਼ੀ ਹੁੰਦੀ ਨਾ, ਜਦੋਂ ਸਾਡੀ ਖੋਪਰੀ ਲਈ ਅਸੀਂ ਸਵਾਸ ਵੀ ਛੱਡ ਸਕਦੇ ਸੀ, ਪਰ ਅਜੇ ਨਹੀਂ ਛੱਡਣੇ ਅਸੀਂ ਇਸ ਕਰਕੇ ਰੱਖੇ ਨੇ। ਸੁਣ ਲੈ। ਹਾਂਜੀ। ਮਾਰ ਜੂਤ ਤੁਝ ਅੱਗੇ ਧਰ ਲੈ, ਕਿਉਂਕਿ ਤੈਨੂੰ ਜੁੱਤੀਆਂ ਮਾਰ ਕੇ ਅੱਗੇ ਲੈ ਕੇ ਧਰ ਕੇ, ਆਪਣੇ ਤੋਂ ਪਹਿਲਾਂ ਜਦੋਂ ਤੋਰਾਂਗੇ ਫੇਰ ਜਾਵਾਂਗੇ, ਉਦੋਂ ਅਸੀਂ ਛੱਡਾਂਗੇ, ਪਹਿਲਾਂ ਤੇਰਾ ਭੋਗ ਪਾਵਾਂਗੇ। ਹਾਂਜੀ। ਉਸਤਾਦ ਮਿਲਿਓ ਤੁਧ ਅੱਗੇ ਨਾ ਕੋਏ, ਅੱਗੇ ਤੈਨੂੰ ਕੋਈ ਉਸਤਾਦ ਨਹੀਂ ਟੱਕਰਿਆ ਜ਼ਕਰੀਆ ਖਾਨ, ਅੱਗੇ ਤੈਨੂੰ ਨਹੀਂ ਉਸਤਾਦ ਟੱਕਰਿਆ ਕੋਈ। ਤੂੰ ਐਵੇਂ ਹੀ ਭੂਸਰਿਆ ਫਿਰਦਾ ਸੀ ਲੋਕਾਂ ਬੇਗੁਨਾਹਾਂ ਤੇ ਜ਼ੁਲਮ ਕਰ ਕਰਕੇ। ਹੁਣ ਤੇਰੀ ਖਾਲਸੇ ਨਾਲ ਟੱਕਰ ਹੋਈ ਹੈ, ਹੁਣ ਤੈਨੂੰ ਦੱਸਾਂਗੇ। ਖੂਨ ਹਕੀਕਤ ਬਚ ਗਿਓ ਤੋਏ, ਤੂੰ ਹਕੀਕਤ ਰਾਏ ਵਰਗਿਆਂ ਦਾ, ਭਾਈ ਮਨੀ ਸਿੰਘ ਵਰਗਿਆਂ ਮਹਾਂਪੁਰਸ਼ਾਂ ਦਾ ਖੂਨ ਤਾਂ ਹਜਮ ਕਰ ਲਿਆ, ਪਰ ਤੈਨੂੰ ਤਾਰੂ ਸਿੰਘ ਦਾ ਖੂਨ ਹਜਮ ਨਹੀਂ ਹੋਣਾ। ਮਾਰ ਜੁੱਤੀ ਧਰ ਲਿਓ ਅੱਗੇ, ਮੈਂ ਜੁੱਤੀ ਦੇ ਅੱਗੇ ਲੈ ਕੇ ਲੈ ਜਾਣਾ ਤੈਨੂੰ, ਜੁੱਤੀਆਂ ਮਾਰ ਕੇ ਲੈ ਕੇ ਜਾਣਾ। ਛੱਡਾ ਤੋਹੇ ਪਕੰਬਰ ਲਾਗੇ, ਤੈਨੂੰ ਪੈਗੰਬਰ ਸਾਹਿਬ ਕੋਲ, ਮੁਹੰਮਦ ਸਾਹਿਬ ਕੋਲ ਪਹੁੰਚਾਵਾਂਗੇ। ਉੱਥੇ ਕਵਾਂਗੇ ਵੀ ਆਹ ਬੰਦਾ ਤੁਹਾਡਾ ਹੀ ਹੈ, ਆਹ ਕਰਤੂਤਾਂ ਕਰਕੇ ਆਇਆ। ਫਿਰ ਮੁਹੰਮਦ ਸਾਹਿਬ ਤੈਨੂੰ ਪੁੱਛਣਗੇ, ਕਾਕਾ ਸੁਣਾ, ਤੈਨੂੰ ਭੇਜਿਆ ਸੀ ਅੱਲਾ ਦੀ ਬੰਦਗੀ ਕਰੀ, ਨਾਮ ਜਪੀ, ਕੋਈ ਲੋਕਾਂ ਦਾ ਭਲਾ ਕਰੀ, ਰਾਜ ਕਰੀ। ਰਾਜੇ ਦਾ ਤਾਂ ਬਹੁਤ ਵੱਡਾ ਪਰਿਵਾਰ ਹੁੰਦਾ, ਜਿਵੇਂ ਇੱਕ ਪਰਿਵਾਰ ਦਾ ਬੰਦਾ ਮਾਲਕ ਹੁੰਦਾ ਨਾ ਵੱਡਾ, ਉਹਦੇ 4-5 ਬੱਚੇ ਹੁੰਦੇ, ਉਹ ਬੱਚਿਆਂ ਦੀ ਉਹਨਾਂ ਦੀ ਪਾਲਣਾ ਪੋਸ਼ਣਾ ਦੀ ਜ਼ਿੰਮੇਵਾਰੀ ਹੁੰਦੀ। ਰਾਜੇ ਦੀ ਲੱਖਾਂ ਲੋਕਾਂ, ਕਰੋੜਾਂ ਲੋਕਾਂ ਦੀ ਮਾਂ-ਬਾਪ ਹੁੰਦਾ ਉਹ, ਤੇ ਤੂੰ ਰਾਜਾ ਹੋ ਕੇ ਆਪਣੀ ਪ੍ਰਜਾ ਤੇ ਜ਼ੁਲਮ ਕਰਦਾ ਰਿਹਾ, ਖੋਪਰੀਆਂ ਲਾਉਂਦਾ ਰਿਹਾ, ਬੰਦ ਕੱਟਦਾ ਰਿਹਾ, ਬੇਗੁਨਾਹਾਂ ਨੂੰ ਮਾਰਦਾ ਰਿਹਾ, ਹਜ਼ਾਰਾਂ ਨੂੰ। ਮੁਹੰਮਦ ਸਾਹਿਬ ਪੁੱਛਣਗੇ ਤੈਨੂੰ, ਤੇ ਮੈਂ ਤੈਨੂੰ ਮੁਹੰਮਦ ਕੋਲ ਜਾ ਕੇ ਖੜਾ ਕਰ ਦੇਣਾ। ਹਾਂਜੀ। ਔਰ ਜੋ ਤੁਮਕੋ ਅਬ ਛੱਡ ਜਾਵੋ, ਤੇ ਜੇ ਮੈਂ ਤੈਨੂੰ ਛੱਡ ਗਿਆ, ਤੇਰੇ ਤੋਂ ਪਹਿਲਾਂ ਮੈਂ ਚਲਾ ਗਿਆ, ਤੁਮ ਤੋਂ ਆਪੇ ਬਲੀ ਕਹਾਵੋ, ਤੇ ਤੂੰ ਸਮਝੇਗਾ ਵੀ ਮੈਂ ਹੀ ਆ, ਮੇਰੇ ਤੋਂ ਵੱਡਾ ਕੋਈ ਹੈ ਨਹੀਂ, ਮੈਂ ਹੀ ਬਲੀ ਆ। ਫਿਰ ਤੇ ਤੂੰ ਹੋਰ ਤੇਰਾ ਹੰਕਾਰ ਵਧੇਗਾ। ਹੁਣ ਤੇਰਾ ਹੰਕਾਰ ਤੋੜ ਕੇ ਜਾਣਾ। ਜਾ ਸਕਦਾ ਸੀ ਮੈਂ ਖੋਪਰੀ ਰਹਿੰਦੇ, ਮੈਂ ਨਾ, ਵੈਸੇ ਸਾਧ ਸੰਗਤ ਦੀ ਬੰਦੇ ਦੀ ਖੋਪਰੀ ਰਹਿ ਜੇ ਬੰਦਾ ਜੀ ਸਕਦਾ ਨਹੀਂ। ਖੋਪਰੀ ਮੇਨ ਹੈ ਨਾ, ਦਿਮਾਗ ਸਾਰਾ ਉੱਪਰਲਾ, ਉਹ ਬੰਦਾ ਉੱਡ ਗਿਆ ਤੇ ਬੰਦਾ 10 ਮਿੰਟ ਬਾਅਦ ਮਰ ਜਾਂਦਾ। ਕਹਿੰਦਾ ਮੈਂ ਨਹੀਂ ਮਰਦਾ, ਮੈਂ ਉਦੋਂ ਹੀ ਜਾਵਾਂਗਾ ਜਦੋਂ ਤੂੰ ਨਰਕਾਂ ਨੂੰ ਜਾਏਗਾ। ਹਾਂਜੀ। ਛੱਡ ਪੇਕੰਬਰ ਤੁਝੈ ਦਿਖਾਲ, ਹਾਂ, ਤੈਨੂੰ ਅੱਗੇ ਤੋਰ ਕੇ ਪਹਿਲਾਂ ਮੁਹੰਮਦ ਸਾਹਿਬ ਜੀ ਦੇ ਚਰਨਾਂ 'ਚ ਖੜਾ ਕਰਾਂਗਾ, ਫਿਰ ਮੁਹੰਮਦ ਸਾਹਿਬ ਨੂੰ ਕਹਾਂਗਾ ਵੀ ਆਹ ਲੈ ਆਓ, ਵੇਖ ਲਓ ਤੁਹਾਡਾ ਆ ਗਿਆ, ਇਹਨੂੰ ਕਰੋ ਗੱਲਬਾਤ ਇਹਦੇ ਨਾਲ। ਫਿਰ ਮੈਂ ਆਪਣੇ ਪਿਤਾ ਜੀ ਕੋਲ ਕਲਗੀਧਰ ਪਾਤਸ਼ਾਹ ਕੋਲ ਜਾਵਾਂਗਾ, ਸੱਚਖੰਡ ਜਾਵਾਂਗਾ, ਤੂੰ ਆਪਣੇ ਪੈਗੰਬਰ ਨੂੰ ਜਵਾਬ ਦਿੰਦਾ ਰਵੀਂ। ਫਿਰ ਹਾਂਜੀ। ਦੇਉ ਉਸੈ ਕਚਹਿਰੀ ਹੀ ਡਾਲ, ਤੈਨੂੰ ਮੁਹੰਮਦ ਸਾਹਿਬ ਦੇ ਕਚਹਿਰੀ, ਇਹ ਸਾਰੇ ਜਿਤਨੇ ਵੀ ਸਾਧ ਸੰਗਤ ਜੀ ਪਰਮੇਸ਼ਰ ਦੇ ਦਰਬਾਰ ਦੇ ਬਾਰ-ਬਾਰ ਵੱਖੋ-ਵੱਖ ਪਹਿਰੇ ਲੱਗੇ ਹੋਏ, ਸਤਿਕਾਰਯੋਗ ਨੇ ਮੁਹੰਮਦ ਸਾਹਿਬ, ਈਸਾ ਮਸੀਹ, ਜਿੰਨੇ ਵੀ ਅਵਤਾਰ ਪੀਰ ਪੈਗੰਬਰ ਨੇ, ਪਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਹੋਈ। ਉੱਥੇ ਗੁਰੂ ਮਾਰੇ ਅਕਾਲ ਪੁਰਖ ਦੇ ਚਰਨਾਂ 'ਚ ਮੈਂ ਜਾਣਾ। ਪਹਿਲਾਂ ਤੇਰੀ ਡਿਊਟੀ, ਜਿਹੜੀ ਮੇਰੀ ਡਿਊਟੀ ਲੱਗੀ, ਮੈਂ ਨਿਭਾ ਕੇ ਤੈਨੂੰ ਮੁਹੰਮਦ ਸਾਹਿਬ ਕੋਲ ਛੱਡ ਕੇ ਫਿਰ ਅੱਗੇ ਜਾਣਾ। ਹਾਂਜੀ। ਵਹਿ ਤੋਹੇ ਕੂੜੀ ਭਰੇ ਸ਼ਫਾਤ, ਉਹ ਤੇਰੀਆਂ ਸਿਫਾਰਿਸ਼ਾਂ ਕਰਦੇ ਸੀ ਨਾ ਮੁਹੰਮਦ ਸਾਹਿਬ, ਤਾਂ ਹੀ ਤੈਨੂੰ ਰਾਜ ਮਿਲਿਆ। ਫਿਰ ਉਹ ਤੈਨੂੰ, ਜਿਹੜੇ ਬੰਦੇ ਨੇ ਸਿਫਾਰਿਸ਼ ਭਰੀ ਹੋਵੇ, ਫਿਰ ਉਹ ਬੰਦਾ ਪੁੱਛ ਸਕਦਾ ਵੀ ਮੈਂ ਤਾਂ ਤੇਰੀ ਐਗਜ਼ਾਮਣੀ ਭਰੀ ਸੀ ਤੇ ਤੂੰ ਆਹ ਕੀ ਕੀਤਾ ਜੇ। ਫਿਰ ਮੁਹੰਮਦ ਸਾਹਿਬ ਪੁੱਛਣਗੇ ਤੈਨੂੰ। ਹਾਂਜੀ। ਵਹਿ ਭੀ ਵਿੱਚ ਘਸਟਿਓ ਜਾਤ, ਹਾਂ, ਉਹ ਕਿਉਂਕਿ ਉਹਨਾਂ ਦੀ ਕਮਾਈ ਦਾ ਵੀ ਫਰਕ ਪੈਂਦਾ, ਉਹਨਾਂ ਦਾ ਵੀ ਨਾਮ ਬਦਨਾਮ ਹੁੰਦਾ, ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਕੋਈ ਬੰਦਗੀ ਕੀਤੀ ਅੱਲਾ ਦੀ, ਨਾਮ ਜਪਿਆ, ਤੁਹਾਨੂੰ ਮੁਸਲਮਾਨਾਂ ਨੂੰ ਬਰਕਤਾਂ ਦਿੱਤੀਆਂ ਲਿਆ ਕੇ, ਤੇ ਤੁਸੀਂ ਉਹਨਾਂ ਦੀਆਂ ਬਰਕਤਾਂ ਇੱਦਾਂ ਰੋੜ ਰਹੇ ਹੋ, ਇੱਦਾਂ ਜ਼ੁਲਮ ਕਰ ਰਹੇ ਹੋ। ਮੁਹੰਮਦ ਸਾਹਿਬ ਤਾਂ ਕਹਿੰਦੇ ਇਸਲਾਮ ਦਾ ਮਤਲਬ ਹੈ ਮੁਹੱਬਤ, ਪਿਆਰ, ਲੋਕਾਂ ਨਾਲ ਪਿਆਰ ਕਰੋ। ਤੇ ਤੁਹਾਡਾ ਪਿਆਰ ਕੀ ਹੈ? ਤੁਸੀਂ ਉਹ ਪਿਆਰ ਵਾਲਾ ਦਾ ਪਾਠ ਹੀ ਨਹੀਂ ਪੜ੍ਹਦੇ, ਉਹਨਾਂ ਦੀ ਗੱਲ ਨਹੀਂ ਸੁਣਦੇ, ਪੁੱਠੀਆਂ ਗੱਲਾਂ ਤੁਸੀਂ ਬਣਾ ਕੇ ਵੀ ਸ਼ਰ੍ਹਾ ਬਣਾਉਣੀ ਹੈ, ਜਿਹਾਦ ਕਰਨਾ, ਲੋਕਾਂ ਨੂੰ ਮਾਰਨਾ, ਇਹ ਜਿਹੜੇ ਤੁਸੀਂ ਕੰਮ ਕਰਦੇ ਹੋ। ਫਿਰ ਮੁਹੰਮਦ ਸਾਹਿਬ ਪੁੱਛਣਗੇ, ਦੋਹਰਾ ਮਾਰ ਹਕੀਕਤ ਬਚ ਰਹਿਓ, ਹਕੀਕਤ ਰਾਏ ਨੂੰ ਸ਼ਹੀਦ ਕਰਕੇ ਤਾਂ ਤੂੰ ਬਚ ਰਿਹਾ ਸੀ, ਅਬ ਤੂੰ ਬਚਤੋ ਨਾਹੇ। ਜ਼ਕਰੀਏ ਖਾਂ ਹੁਣ ਨਹੀਂ ਤੂੰ ਬਚਦਾ, ਹੁਣ ਆ ਗਿਆ ਤੇਰਾ ਟਾਈਮ, ਹੁਣ ਤੈਨੂੰ ਵੇਖਾਂਗੇ। ਪੇਕੰਬਰ ਭੀ ਦੋ ਜਗ ਪੜੈ, ਹਾਂ, ਜੇ ਤੇਰੇ ਵਰਗਿਆਂ ਦੀ ਸਿਫਾਰਿਸ਼ ਕਰਨਗੇ ਮੁਹੰਮਦ ਸਾਹਿਬ, ਉਹ ਵੀ ਫਸ ਜਾਣਗੇ।
ਇਸ ਕਰਕੇ ਆਪਣੇ ਪੈਗੰਬਰ ਦਾ ਨਾਮ ਬਦਨਾਮ ਕਰਨ ਵਾਲਿਆਂ ਨੂੰ ਮੁਹੰਮਦ ਸਾਹਿਬ ਆਪ ਹੀ ਸਜ਼ਾ ਦਿੰਦੇ ਨੇ। ਹਾਂਜੀ, ਜੋਗ ਹੈ ਤੁਮਾਰੀ ਬਾਹੇ। ਜੇ ਤੁਹਾਡੀ ਬਾਹ ਫੜਨਗੇ ਤੇ ਉਹ ਆਪ ਦੋਸ਼ੀ ਬਣਨਗੇ। ਫਿਰ ਚੋਰ ਦੀ ਬਾਹ ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਫਿਰ ਤੇਰੀ ਮੁਹੰਮਦ ਸਾਹਿਬ ਨੇ ਹੁਣ ਕੋਈ ਹਾਮੀ ਨਹੀਂ ਭਰਨੀ। ਹਾਂਜੀ, ਚੌਪੇ ਕਹੋ ਜਾਏ ਹੋ ਰੋ ਮਜ਼ਬੂਤ। ਹਾਂ, ਕਹੋ ਜਾਏ ਹੋ ਰੋ ਮਜ਼ਬੂਤ। ਕਹਿੰਦੇ ਜਿਹੜਾ ਬੰਦਾ ਤਾਰੂ ਸਿੰਘ ਨੂੰ ਮੈਸੇਜ ਦੇਣ ਆਇਆ ਸੀ ਨਾ, ਜਿਹੜਾ ਕਹਿਣ ਆਇਆ ਸੀ ਸੁਣਾ ਤਾਰੂ ਸਿਆਂ, ਖਾਨ ਸਾਹਿਬ ਪੁੱਛਦੇ ਨੇ ਕੀ ਹਾਲ ਹੈ, ਖੋਪਰੀ ਲੈ ਗਈ ਤੇਰੀ, ਤੇਰੇ ਕੇਸ ਕਿੱਥੇ ਨੇ। ਉਹਨੂੰ ਫਿਰ ਮੈਸੇਜ ਦੇਣ ਵਾਲੇ ਨੂੰ ਕਹਿ ਰਹੇ ਨੇ ਭਾਈ ਦਾ ਕਿ ਉਹਨੂੰ ਕਹਿ ਨਹੀਂ ਜ਼ਕਰੀਆ ਖਾਨ ਨੂੰ ਵੀ ਤਗੜਾ ਹੋ ਜਾ, ਮਜ਼ਬੂਤ ਹੋ ਜਾ। ਹੁਣ ਮਾਰੋ ਬੰਦ ਕਰ ਹਗਣੋ ਮੂਤ। ਤੈਨੂੰ ਮਾਰਨਾ ਜਿਹੜੀ ਮੌਤ ਉਹ ਵੀ ਦੱਸਦੇ ਨੇ ਬੜੇ ਤਰੀਕੇ ਨੇ, ਪਰ ਤੇਰਾ ਹੱਗਣਾ ਮੂਤਣਾ ਬੰਦ ਕਰਾਂਗੇ। ਮਾਰੋ ਬੰਦ ਕਰ ਹੱਗਣੋ ਮੂਤ, ਯਾਨੀ ਬੰਦ ਪਾ ਦਿਆਂਗੇ ਹੁਣ ਤੈਨੂੰ। ਸਭ ਤੋਂ ਭੈੜੀ ਬਿਮਾਰੀ ਹੁੰਦੀ ਹੈ, ਰੱਬ ਕਰਕੇ ਕਿਸੇ ਨਾਲ ਨਾ ਹੋਵੇ। ਤਕਲੀਫਾਂ ਤਾਂ ਬੜੀਆਂ ਨੇ, ਪਰ ਕਿਸੇ ਨੂੰ ਸ਼ਰਲਾ ਹੀ ਨਾ ਆਵੇ, ਉਹਦਾ ਕੀ ਹਾਲ, ਮੈਦਾਨ ਹੀ ਨਾ ਆਵੇ। ਕਹਿੰਦੇ ਤੈਨੂੰ ਇਹ ਸਜ਼ਾ ਦੇਾਂਗੇ ਹੁਣ। ਹਾਂਜੀ, ਉਹ ਤਿਆਰ ਤੂੰ ਦੋਜਕ ਤਾਊ। ਹੁਣ ਤਿਆਰੀ ਕਰ, ਬਿਸਤਰਾ ਬੰਨ ਲੈ, ਤਿਆਰੀ ਕਰ ਲੈ ਦੋਜਕ ਵਿੱਚ ਜਾਣ ਦੀ, ਨਰਕਾਂ ਵਿੱਚ ਜਾਣ ਦੀ। ਮਾਰ ਜੂਤਨ ਤੋਹੇ ਪਹਿਲੋ ਲਿਜਾਊ। ਜੁੱਤੀਆਂ ਮਾਰ ਕੇ ਪਹਿਲਾਂ ਤੈਨੂੰ ਲੈ ਕੇ ਚੱਲਾਂਗੇ, ਫਿਰ ਆਪਾਂ ਆਪਣੇ ਪਿਤਾ ਕਲਗੀਧਰ ਮਹਾਰਾਜ ਕੋਲ ਜਾਵਾਂਗੇ। ਹਾਂਜੀ, ਦੋਹਰਾ ਉਸੀ ਵਕਤ ਨਵਾਬ ਕੋ। ਬਸ ਇਹ ਬਚਨ ਜਦੋਂ ਕਿਹਾ, ਇਧਰੋਂ ਤੀਰ ਚੱਲਿਆ, ਉਧਰ ਜਾ ਵੱਜਾ, ਨਵਾਬ ਨੂੰ ਪਹਿਰਾ ਸ਼ਹੀਦੀ ਲੱਗ ਗਿਆ। ਹਾਂਜੀ, ਭਇਓ ਸੋ ਬੰਦ ਪਿਸ਼ਾਬ। ਪਿਸ਼ਾਬ ਬੰਦ ਹੋ ਗਿਆ ਜ਼ਕਰੀਆ ਖਾਨ ਦਾ। ਹਾਂਜੀ, ਯੋ ਤੜਫੈ ਜਿਮ ਥਲ ਮਚੀ। ਜਿਵੇਂ ਸਾਧ ਸੰਗਤ ਜੀ ਪਾਣੀ ਚੋਂ ਮੱਛੀ ਕੱਢ ਕੇ ਬਾਹਰ ਰੱਖਦੇ ਹੋ ਨਾ, ਪਾਵਤ ਤੜਫਦੀ ਹੈ ਨਾ, ਇਦਾਂ ਫਿਰ ਜ਼ਕਰੀਆ ਤੜਫਣ ਲੱਗ ਪਿਆ, ਮੰਜੇ ਦੇ ਪਿਆ ਪਿਆ ਲੱਤਾਂ ਮਾਰਦਾ ਹੈ। ਪਾਵਤ ਭਇਓ ਅਜ਼ਾਬ। ਵੱਡਾ ਭਾਰੀ ਕਸ਼ਟ ਪਾਣ ਲੱਗਾ ਜ਼ਕਰੀਆ ਪਿਸ਼ਾਬ ਦੇ ਬੰਨ ਦੇ ਨਾਲ। ਚੌਪੇ ਕਦੇ ਭੂਮ ਕਦੇ ਪਲੰਗ ਭਵੈ। ਕਦੀ ਤੇ ਪਲੰਘੇ ਦੇ ਉੱਤੇ ਤੜਫਦਾ, ਤੇ ਕਦੀ ਮੰਜੇ ਦੇ ਥੱਲੇ ਆ ਕੇ ਫਰਸ਼ ਤੇ ਲਿਟਣ ਲੱਗ ਜਾਂਦਾ। ਕਦੇ ਟਿਕੈ ਕਦੇ ਉਠ ਉਠ ਪਵੈ। ਕਦੇ ਟਿਕ ਜਾਂਦਾ ਤੇ ਕਦੀ ਉੱਠ ਕੇ ਬਹਿ ਜਾਂਦਾ। ਕਦ ਊਂਦੋ ਕਦ ਮੂਧੋ ਹੋਏ। ਕਦੇ ਮੂਧਾ ਪੈਂਦਾ, ਪੇਟ ਨੂੰ ਦਬਾਉਂਦਾ, ਕਦੀ ਸਿੱਧਾ ਹੁੰਦਾ, ਕਦੀ ਪੇਟ ਮਲਦਾ, ਤੇ ਹਾਏ 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 ਕਰਦਾ। ਕਦ ਕੂਕੈ ਕਦ ਪਰੈ ਸੋ ਰੋਏ। ਕਦੀ ਚੂ ਚੀਕਾਂ ਮਾਰਦਾ, ਕਦੀ ਰੋ ਪੈਂਦਾ। ਲੱਗੇ ਮੰਗਾਵਨ ਮੁੱਲਾ ਕਾਜ਼ੀ। ਫਿਰ ਕਹਿੰਦਾ ਜਾਓ ਮੁੱਲਾ ਸਾਹਿਬ ਨੂੰ, ਕਾਜੀ ਸਾਹਿਬ ਨੂੰ ਬੁਲਾ ਕੇ ਲਿਆਓ, ਜਿਹੜੇ ਮਸੀਤਾਂ ਵਿੱਚ ਲੋਕਾਂ ਦੇ ਝਾੜੇ ਫੂਕੇ ਕਰਦੇ ਸੀਗੇ, ਲੋਕਾਂ ਨੂੰ ਫੂਕਾਂ ਮਾਰ ਕੇ ਠੀਕ ਕਰਦੇ ਸੀ, ਉਹਨਾਂ ਨੂੰ ਬੁਲਾਇਆ। ਕਹੈ ਆਏ ਹਮ ਕਰੀਏ ਰਾਜ਼ੀ। ਕਾਜੀ ਸਾਹਿਬ ਆਓ ਛੇਤੀ, ਮੁੱਲਾ ਸਾਹਿਬ ਆਓ ਛੇਤੀ, ਸਾਨੂੰ ਰਾਜ਼ੀ ਕਰੋ। ਪੜ ਪੜ ਸੈਫੀ ਕਲਾਮਨ ਫੂਕੈ। ਤੇ ਉਹ ਜਿਹੜੇ ਲਾਹੌਰ ਦੇ ਮੁਲਾਣੇ ਆ ਕੇ ਲੰਮੀਆਂ ਲੰਮੀਆਂ ਤਸਬੀਹਾਂ ਹੱਥ ਫੜੀਆਂ, ਅੱਲਾਹੂ ਅੱਲਾਹੂ ਕਰਦੇ ਆਉਂਦੇ, ਸੈਫੀਆਂ ਪੜ ਕੇ ਫੂਕਾਂ ਮਾਰਦੇ ਨੇ। ਤਿਮ ਤਿਮ ਲੱਗੈ ਨਵਾਬ ਤਨ ਹੂਕੈ। ਜਦੋਂ ਉਹ ਫੂਕਾਂ ਮਾਰਦੇ ਨੇ, ਉਨੀ ਜ਼ਿਆਦੀ ਸ਼ਹੀਦ ਸਿੰਘ ਚਾਬੀ ਟੈਟ ਕਰ ਦਿੰਦੇ ਨੇ ਅੰਦਰੋਂ। ਉਹ ਹੋਰ ਚੀਕਦਾ, ਹੋਰ ਚੀਕਾਂ ਨਿਕਲਦੀਆਂ ਉਹਦੀਆਂ। ਨੀਲਾ ਬਾਣਾ ਹੱਥ ਵੱਢ ਸੋਟੋ। ਕਹਿੰਦੇ ਨੀਲੇ ਬਾਣੇ ਵੱਡੇ ਵੱਡੇ ਦੁਮਾਲੇ ਸਜਾਏ, ਚੱਕਰ ਖੰਡੇ ਲਾਏ, ਸਲੋਤਰ ਮੋਢਿਆਂ ਤੇ ਰੱਖੇ ਹੋਏ। ਮਾਰੈ ਸ਼ਹੀਦ ਭੰਗ ਘੋਟਣੇ ਮੋਟੋ। ਦੇਗਾਂ ਦੇ ਰਗੜੇ ਲਾਣ ਵਾਲੇ ਜਿਹੜੇ ਸਲੋਤਰ ਹੁੰਦੇ ਨਾ, ਵੱਡੇ ਵੱਡੇ 6-6 ਫੁੱਟੇ, ਉਹ ਮੋਢਿਆਂ ਦੇ ਉਹ ਹੀ ਕੁੱਟਦੇ, ਉਹਦੇ ਨਾਲ ਹੀ ਉਹ ਹੀ ਮਾਰਦੇ ਆ, ਉਹਨੂੰ ਦਿਸਦੇ ਆ, ਹੋਰ ਨਹੀਂ ਕਿਸੇ ਨੂੰ ਦਿਸਦੇ। ਕਾਜੀ ਮੁਲਾਣਿਆਂ ਨੂੰ ਹੀ ਦਿਸਦੇ ਸ਼ਹੀਦ। ਉਹ ਕਹਿੰਦੇ ਸਲੋਤਰ ਰਗੜੇ ਲਾਣ ਵਾਲੇ, ਉਹਨਾਂ ਨਾਲ ਹੀ ਠਾ ਠਾ ਪੈਂਦੀਆਂ ਨੇ। ਜਿਮ ਜਿਮ ਪੀਰ ਪੈਗੰਬਰ ਧਿਆਵੈ। ਜਿਵੇਂ ਜਿਵੇਂ ਪੀਰ ਪੈਗੰਬਰਾਂ ਨੂੰ ਧਿਆਂਦਾ ਵੀ ਮੁਹੰਮਦ ਸਾਹਿਬ ਕਿਰਪਾ ਕਰੋ। ਮੁਹੰਮਦ ਸਾਹਿਬ ਕਹਿੰਦੇ ਕੀ ਕਰਤੂਤ ਕੀਤੀ, ਤੇਰੀ ਕਰਤੂਤ ਮਦਦ ਕਰਨ ਵਾਲੀ ਹੈ ਹੀ ਕੋਈ ਨਹੀਂ। ਪੀਰ ਪੈਗੰਬਰ ਜਵਾਬ ਦੇ ਗਏ, ਸਾਥ ਛੱਡ ਗਏ ਸਾਰੇ। ਹਾਂਜੀ, ਤਿਮ ਤਿਮ ਸ਼ਹੀਦ ਉਸ ਬਹੁਤ ਅਕਾਵੈ। ਕਹਿੰਦੇ ਤਿਉਂ ਤਿਉਂ ਸ਼ਹੀਦ ਸਿੰਘ ਹੋਰ ਮਾਰਦੇ ਆ, ਹੋਰ ਅਕਾਂਦੇ ਉਸ ਨੂੰ। ਕਹੈ ਦੁਸ਼ਟ ਤੁਰ ਆਗੇ ਚਾਲ। ਕਹਿੰਦੇ ਦੁਸ਼ਟਾ ਚੱਲ ਅੱਗੇ, ਹੁਣ ਅੱਗੇ ਤੁਰ, ਇੱਥੇ ਰਹਿਣਾ ਨਹੀਂ ਤੂੰ ਹੁਣ। ਸ਼ਹੀਦ ਸਿੰਘ ਉਹਨੂੰ ਦਬਕੇ ਮਾਰਦੇ ਆ। ਕਰੇ ਨਵਾਬ ਕੋ ਐਸ ਹਵਾਲ। ਇਹ ਨਵਾਬ ਜ਼ਕਰੀਆ ਦਾ ਹਾਲ ਕਰਦਾ ਸ਼ਹੀਦਾਂ ਸਿੰਘਾਂ ਨੇ। ਸਨਮੁਖ ਨਦਰ ਨਵਾਬੈ ਆਵੈ। ਸ਼ਹੀਦ ਸਿੰਘ ਸਾਹਮਣੇ ਦਿਸਦੇ ਆ, ਜਿਵੇਂ ਸੂਬੇ ਸਰਹੰਦ ਨੂੰ ਵੀ ਦਿਸਦੇ ਸੀ। ਬੰਦੇ ਬਹਾਦਰ ਨੇ ਜਦੋਂ ਉੱਥੇ ਜਾ ਕੇ ਫਤਿਹ ਕੀਤੀ ਨਾ ਸਰਹੰਦ, ਉੱਥੇ ਸਾਧ ਸੰਗਤ ਜੀ ਤੁਸੀਂ ਅੰਦਰ ਕਦੀ ਜਾਣਾ, ਧਿਆਨ ਦੇਣਾ, ਭੋਰੇ ਸਾਹਿਬ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਸੋਨੇ ਦੀ ਪਾਲਕੀ 'ਚ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੈ।
ਉਹ ਪਾਲਕੀ ਦੇ ਸਾਹਮਣੇ ਇਹ ਐਡਾ ਕੁ ਜਾਣੀ 2.5 ਫੁੱਟ ਉੱਚਾ ਤੇ 2.5 ਫੁੱਟ ਚੌੜਾ ਇੱਕ ਥੜਾ। ਉਹ ਥੜਾ ਸੂਬੇ ਵਜ਼ੀਰ ਖਾਨ ਸੂਬੇ ਸਰਹੰਦ ਨੇ ਬਣਵਾਇਆ ਸੀਗਾ। ਕਿਉਂ ਬਣਵਾਇਆ ਸੀ? ਉਹਨੂੰ ਵੀ ਸ਼ਹੀਦ ਸਿੰਘ ਮਾਰਦੇ ਸੀ। ਉਹ ਜਿਹੜਾ ਉੱਥੋਂ ਕੋਈ ਜੁੱਤੀ ਲੈ ਕੇ ਲੰਘਦਾ ਸੀ ਉਹਨੂੰ ਵੀ ਮਾਰਦੇ ਸੀ, ਜਿਹੜਾ ਉੱਥੇ ਕੋਈ ਥੁੱਕਦਾ ਸੀ, ਕੋਈ ਪਿਸ਼ਾਬ ਕਰਦਾ ਉਹਨੂੰ ਵੀ ਮਾਰਦੇ ਸੀ। ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ। ਫਿਰ ਉਹਨੇ ਕਹਿੰਦੇ ਮੌਲਵੀਆਂ ਨੂੰ ਬੜੇ ਬੁਲਾ ਕੇ ਝਾੜੇ ਫੂਕੇ ਕਰਾਏ, ਠੀਕ ਨਹੀਂ ਹੋਇਆ। ਫਿਰ ਉਹਨੇ ਪੰਡਤਾਂ ਨੂੰ ਵੀ ਕਿਹਾ ਵੀ ਤੁਸੀਂ ਕਰ ਦਿਓ ਕੁਛ, ਪੰਡਤਾਂ ਕੋਲੋਂ ਵੀ ਠੀਕ ਨਹੀਂ ਹੋਇਆ। ਫਿਰ ਕੋਟ ਕਪੂਰੇ ਦਾ ਸਰਦਾਰ ਸੀ ਜਿਹੜਾ ਕਪੂਰ ਸਿੰਘ, ਉਹ ਆਇਆ ਆਪਣੇ ਟੈਕਸ ਤਾਰਨ ਵਾਸਤੇ, ਮਾਮਲਾ ਤਾਰਨ ਵਾਸਤੇ। ਕੋਟ ਕਪੂਰੇ ਪਰਗਣੇ ਦਾ, ਇਹ 52 ਪਰਗਣੇ ਸੀ ਸਰਹੰਦ ਦੇ, ਜਿਵੇਂ ਜ਼ਿਲ੍ਹੇ ਹੁੰਦੇ ਨਾ, ਉਹ ਜ਼ਿਲ੍ਹਾ ਹੀ ਸਿੱਖ ਤਰ੍ਹਾਂ ਦਾ ਕੋਟ ਕਪੂਰਾ। ਉਹ ਆਇਆ ਹੁਣ ਮਾਮਲਾ ਤਾਰਨ ਨੂੰ, ਕਹਿੰਦਾ ਖਾਨ ਸਾਹਿਬ ਤੁਹਾਡਾ ਚਿਹਰਾ ਬੜਾ ਉਤਰਿਆ, ਬੜੇ ਦੁਖੀ ਜੇ, ਬਿਮਾਰ ਜੇ, ਕੀ ਬਿਮਾਰੀ ਹੋਈ? ਉਹ ਕਹਿਣ ਲੱਗਾ ਚੌਧਰੀ ਜੀ ਕੀ ਦੱਸਾਂ, ਜਿਸ ਦਿਨ ਮੈਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਕੀਤੇ ਉਸ ਦਿਨ ਤੋਂ ਮੈਨੂੰ ਆ ਕੇ ਟਿਕਣ ਨਹੀਂ ਦਿੰਦੇ। ਬੜੇ ਬੜੇ ਸਲੋਤਰ ਫੜੇ ਹੁੰਦੇ ਆ, ਨੀਲੇ ਦੁਮਾਲੇ ਵੱਡੇ ਵੱਡੇ ਸਜਾਏ ਹੁੰਦੇ ਆ, ਮੈਨੂੰ ਡਾਂਗਾ ਮਾਰਦੇ ਆ, ਹੁੱਜਾਂ ਜਦੋਂ ਮੈਨੂੰ ਅੱਖ ਲੱਗਣ ਲੱਗਦੀ ਮੇਰੀ ਵੱਖੀ 'ਚ ਮਾਰਦੇ ਆ। ਮੈਂ ਉੱਠ ਕੇ ਬਹਿ ਜਾਂਦਾ, ਰੋਟੀ ਖਾਣ ਲੱਗਦਾ ਤੇ ਇੱਥੇ ਉਡਾ ਦਿੰਦੇ, ਅੰਦਰ ਲੰਘਣ ਨਹੀਂ ਦਿੰਦੇ। ਮੈਂ ਬਹੁਤ ਦੁਖੀ ਹਾਂ, ਮੈਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ ਚੈਨ ਹੈ। ਮੈਂ ਕੀ ਕਰਾਂ? ਮੈਨੂੰ ਤਾਂ ਮੁਸਲਮਾਨ ਮੌਲਵੀਆਂ ਦੇ ਕਾਲੇ ਇਲਮ ਵੀ ਨਹੀਂ ਬਚਾ ਸਕੇ ਤੇ ਮੈਨੂੰ ਪੰਡਤਾਂ ਦੇ ਮੰਤਰ ਵੀ ਨਹੀਂ ਬਚਾ ਸਕੇ। ਮੈਂ ਦੱਸ ਕੋਈ ਤੇਰੇ ਕੋਲ ਹੈ ਇਲਾਜ? ਉਹ ਕਹਿਣ ਲੱਗਾ ਹਾਂ ਹੈ। ਕਹਿੰਦੇ ਕਿ ਕਿਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਉੱਥੇ ਸਫਾਈ ਕਰਾ ਦੇ, ਉੱਥੇ ਉਹਨਾਂ ਦੀ ਯਾਦ ਬਣਾ ਦੇ, ਉੱਥੇ ਦੀਵਾ ਬਾਲਿਆ ਕਰ, ਉੱਥੇ ਜਾ ਕੇ ਨੱਕ ਰਗੜਿਆ ਕਰ, ਮੱਥਾ ਟੇਕਿਆ ਕਰ, ਮਾਫੀਆਂ ਮੰਗਿਆ ਕਰ, ਉੱਥੇ ਕਿਸੇ ਨੂੰ ਜੁੱਤੀ ਲੈ ਕੇ ਨਾ ਲੰਘਣ ਦਿਆ ਕਰ। ਜ਼ਕਰੀ ਸੂਬੇ ਵਜ਼ੀਰ ਖਾਨ ਨੇ ਫਿਰ ਉਹ ਜਿਹੜਾ ਥੜਾ ਅੰਦਰ ਹੈ ਨਾ, ਤੁਸੀਂ ਜਾ ਕੇ ਦੇਖ ਲੈਣਾ, ਉਹ ਉਹਨੇ ਬਣਵਾਇਆ ਸੀ। ਬਾਬੇ ਬੰਦੇ ਬਹਾਦਰ ਨੂੰ ਫਿਰ ਸ਼ਹਿਰ ਵਾਲਿਆਂ ਨੇ ਦੱਸਿਆ ਸੀ ਵੀ ਆਹ ਥੜਾ ਹੈ, ਤੇ ਆਏ ਉੱਥੇ ਫਿਰ ਗੁਰਦੁਆਰਾ ਬਣਿਆ ਸੀਗਾ। ਸੋ ਸਾਧ ਸੰਗਤ ਜੀ, ਇਹ ਸ਼ਹੀਦੀ ਪਹਿਰਾ ਹੁੰਦਾ। ਲੋਕ ਜਿਹੜੇ ਨਹੀਂ ਮੰਨਦੇ ਵਰਤ ਉਹਨਾਂ ਦੇ ਵੀ ਜਾਂਦਾ, ਪਰ ਜਿਹੜੇ ਮੰਨ ਜਾਂਦੇ ਉਹਨਾਂ ਨੂੰ ਬਖਸ਼ਿਸ਼ਾਂ ਵੀ ਹੋ ਜਾਂਦੀਆਂ। ਸੋ ਇਹਨਾਂ ਦਾ ਸੂਬੇ ਦਾ ਹਾਲ ਸ਼ਹੀਦਾਂ ਨੇ ਬੁਰਾ ਕਰ ਦਿੱਤਾ। ਹਾਂਜੀ। ਸੀਸ ਕਰਦ ਹਵ ਚੱਕਰ ਘੁਮਾਵੇ, ਕਹਿੰਦੇ ਸਿਰ ਦੇ ਉੱਤੇ ਖੰਡੇ ਲਾਏ ਹੋਏ, ਚੱਕਰ ਲਾਏ ਹੋਏ, ਤੇ ਉਹ ਆ ਕੇ ਸੂਬੇ ਵਿੱਚ ਜ਼ਕਰੀਏ ਨੂੰ ਡਰਾਉਂਦੇ ਨੇ। ਨਵਾਬ ਦੇਖੇ ਅਰ ਥਰ ਕਰ ਕੰਪੇ, ਜਦੋਂ ਵੱਡੇ ਵੱਡੇ ਦਮਾਲਿਆਂ ਵਾਲੇ ਸਿੰਘਾਂ ਦੇ ਚੱਕਰਾਂ ਦੇ ਦਰਸ਼ਨ ਕਰਦਾ, ਉਹ ਵੇਖ ਕੇ ਥਰ ਕੰਬਦਾ ਹੈ। ਮੁਖ ਤੇ ਨਾਮ ਪੈਗੰਬਰ ਜੰਪੇ, ਕਹਿੰਦੇ ਫਿਰ ਕਹਿੰਦਾ ਪੈਗੰਬਰ ਦਾ ਨਾਮ ਲੈਂਦਾ, ਬਿਸਮਿਲ੍ਲਾਹਿਰ ਰਹਿਮਾਨ ਰਹੀਮ ਪੜਦਾ ਹੈ। ਕਰ ਹਜ਼ਰਾਇਤ ਮੰਗਾਵੇ ਪੀਰ, ਤੇ ਪੀਰਾਂ ਦੀ ਹਜ਼ਰਾਇਤਾਂ ਕਰਕੇ, ਪੀਰਾਂ ਦੀਆਂ ਦਰਗਾਹਾਂ ਤੇ ਚਾਦਰਾਂ ਭੇਜ ਕੇ ਉੱਥੋਂ ਦੁਆਵਾਂ ਮੰਗਾਉਂਦਾ ਹੈ। ਦੇਖ ਭੁਜੰਗਨ ਹੋਏ ਜਾਏ ਤਗੀਰ, ਤੇ ਜਦੋਂ ਅੱਗੇ ਭੁਜੰਗਾਂ ਨੂੰ ਵੇਖਦੇ ਨਾ, ਉਹ ਪੀਰਾਂ ਦੇ ਮੰਤਰ ਉਹ ਫਿਰ ਉੱਡ ਜਾਂਦੇ, ਉਹ ਫਿਰ ਭੱਜ ਜਾਂਦੇ। ਸ਼ਹੀਦਾਂ ਅੱਗੇ ਨਹੀਂ ਕੋਈ ਪੇਸ਼ ਜਾਂਦੀ ਉਹਨਾਂ ਦੀ। ਹਾਂਜੀ। ਦੋਹਰਾ ਪੀਰ ਪੈਗੰਬਰ ਜਿਸ ਜਪੈ, ਜਿਹੜੇ ਪੀਰ ਪੈਗੰਬਰ ਨੂੰ ਜਪਦਾ ਹੈ ਸੋਈ ਆਵੇ ਧਾਏ, ਉਹ ਆ ਜਾਂਦਾ ਹੈ ਉਹਦੇ ਬੁਲਾਵੇ ਤੇ। ਚੱਕਰ ਕਟਾਰੀ ਕਰਦ ਸੋ, ਅੱਗੇ ਸ਼ਹੀਦੀ ਫੌਜਾਂ ਉਹਨੂੰ ਚੱਕਰਾਂ ਨਾਲ, ਕਟਾਰੀਆਂ ਨਾਲ, ਕਰਦਾਂ ਨਾਲ ਉਹਨੂੰ ਡਰਾ ਕੇ ਫਿਰ ਭਜਾ ਦਿੰਦੀਆਂ। ਪੀਰ ਜੀ ਵਾਪਸ ਫਿਰ ਆਪਣੀ ਕਬਰ ਜਾ ਵੜਦੇ, ਪੇਸ਼ ਕੋਈ ਨਹੀਂ ਜਾਂਦੀ। ਮਾਰ ਸ਼ਹੀਦ ਦੇਹ ਨਠਾਏ, ਸ਼ਹੀਦ ਪੀਰਾਂ ਨੂੰ ਭਜਾ ਦਿੰਦੇ ਆ, ਮਾਰ ਕੇ ਨਠਾ ਦਿੰਦੇ ਆ। 24 ਪੀਰ ਪੈਗੰਬਰ ਦੇਖਿਆ ਜਾਤੇ, ਕਹਿੰਦੇ ਪੀਰ ਪੈਗੰਬਰ ਜਦੋਂ ਦੇਖਦੇ ਆ ਭੱਜੇ ਜਾਂਦੇ ਹੋਏ। ਤਜੀ ਆਸ ਤਿਨ ਕਾਜ਼ੀ ਮੁੱਲਾ ਤੇ, ਕਾਜ਼ੀ ਮੁੱਲਾ ਵੀ ਕਹਿੰਦੇ ਇੱਥੇ ਨਹੀਂ ਹੁਣ ਕੋਈ ਆਸ ਨਹੀਂ ਰਹਿ ਗਈ, ਹੁਣ ਕੋਈ ਬਚਾ ਨਹੀਂ। ਜੇ ਪੀਰ ਪੈਗੰਬਰ ਵੀ ਜਵਾਬ ਦੇ ਗਏ, ਜਵਾਬ ਰਹਿਓ ਉਨ ਆਸ ਚੁਕਾਈ, ਕਹਿੰਦੇ ਹੁਣ ਜ਼ਕਰੀਆ ਖਾਨ ਦੇ ਜੀਣ ਦੀ ਆਸ ਮੁੱਕ ਗਈ। ਤਬ ਖਾਲਸੇ ਉਸ ਆਸ ਤਕਾਈ, ਫਿਰ ਉਹਨੇ ਆਖਿਆ ਵੀ ਖਾਲਸੇ ਦੀ ਸ਼ਰਨ ਪੈ ਜਾਈਏ, ਆਖੋ ਸਤਿਨਾਮ। ਜਦੋਂ ਕਹਿੰਦੇ ਬੰਦਾ ਦੁਖੀ ਹੁੰਦਾ ਨਾ, ਉਹ ਕਹਿੰਦੇ ਗਊ ਬਣਾਵੇ ਜਿਉਂ, ਜਿਹੜੀ ਬੰਦੇ ਦੀ ਲੋੜ ਹੈ ਨਾ ਸਾਰੇ ਕੰਮ ਕਰਾ ਦਿੰਦੀ ਹੈ। ਉਹਨੇ ਆਖਿਆ ਹੁਣ ਪੰਥ ਦੀ ਸ਼ਰਨ ਪੈਣਾ ਪਵੇਗਾ। ਜਿਹੇ ਸਿਰ ਪਰ ਦੁੱਖ ਲਾਗੇ ਬੰਦੇ, ਕਹਿੰਦੇ ਜਿਹੜੇ ਬੰਦੇ ਦੇ ਸਿਰ ਤੇ ਕੋਈ ਦੁੱਖ ਪੀੜਾ ਹੁੰਦੀ ਹੈ, ਬੁਰੇ ਲੱਗੈ ਤਿਸ ਸਭ ਹੀ ਧੰਦੇ, ਉਹਨੂੰ ਫਿਰ ਸਾਰੇ ਧੰਦੇ ਬੁਰੇ ਲੱਗਦੇ। ਉਹਨੂੰ ਫਿਰ ਮਜ਼ਹਬ ਧਰਮ ਦੀ ਕੋਈ ਗੱਲ ਨਹੀਂ ਰਹਿ ਜਾਂਦੀ। ਜਦੋਂ ਜਾਨ ਤੇ ਗੱਲ ਆ ਜਾਂਦੀ, ਕਹਿੰਦਾ ਹੁਣ ਜਾਨ ਬਚਾਈਏ, ਜਾਨ ਸੁਖੀ ਕਰੀਏ ਜਿਵੇਂ ਹੁੰਦੀ ਹੈ। ਦੀਨ ਬਦੀਨ ਪਰ ਗੁਰ ਚੇਤੇ, ਕਹਿੰਦੇ ਦੀਨ ਬਦੀਨ, ਆਪਣਾ ਗੁਰੂ ਬਗਾਨਾ ਗੁਰੂ ਫੇਰ ਨਹੀਂ, ਫਿਰ ਜਿਹੜਾ ਵੀ ਆਵੇ ਠੀਕ ਕਰੇ ਉਹੀ ਆਪਣਾ ਹੋ ਜਾਂਦਾ। ਹਾਂਜੀ। ਦੁਖੀਏ ਲੋਕ ਸੇਵਤ ਹੈ ਤੇਤੇ, ਕਹਿੰਦੇ ਦੁਖੀ ਲੋਕ ਜਿਹੜੇ ਨੇ ਨਾ, ਉਹ ਫਿਰ
ਉਧਰ ਜਾਂਦੇ ਨੇ ਜਿੱਥੇ ਸੁੱਖ ਮਿਲੇ। ਭਾਵੇਂ ਗਧੇ ਨੂੰ ਵੀ ਬਾਪ ਕਹਿਣਾ ਪਵੇ ਕਹਿ ਦਿੰਦੇ ਆ। ਹਾਂਜੀ, ਜਿਨ ਜਿਨ ਤੇ ਕੁਛ ਭਲੋ ਨਾ ਹੋਏ, ਜਿਹਦੇ ਕੋਲੋਂ ਭਲਾ ਨਾ ਹੋਵੇ ਸੇਵਤ ਲੋਕ ਔਰਨ ਕੋ ਤੋਏ। ਉਹਨੂੰ ਛੱਡ ਕੇ ਦੂਜੇ ਕੋਲ ਚਲੇ ਜਾਂਦੇ। ਜੇ ਦੇਵੀ ਦੇ ਮੰਦਿਰ ਕੰਮ ਬਣ ਗਿਆ ਠੀਕ ਹੈ, ਨਾ ਬਣਿਆ ਗੁੱਗੇ ਪੀਰ ਦੇ ਚਲੇ ਗਏ, ਗੁੱਗੇ ਤੋਂ ਨਾ ਬਣਿਆ ਲਾਲਾਂ ਵਾਲੇ ਦੇ ਚਲੇ ਗਏ, ਲਾਲਾਂ ਵਾਲੇ ਤੋਂ ਨਾ ਬਣਿਆ ਕਿਸੇ ਹੋਰ ਡੇਰੇ ਚਲੇ ਗਏ। ਉਹ ਲੋਕ ਆਪਣੇ ਦੁੱਖ ਵਾਸਤੇ ਸਭ ਥਾਂ ਦੇ ਭਟਕਦੇ ਨੇ। ਹਾਂਜੀ, ਭਟਕ ਭਟਕ ਨਰ ਔਰਨ ਸੇਵੈ, ਸੋ ਭਟਕ ਇੱਕ ਤੋਂ ਦੂਜੇ ਨੂੰ ਤੀਜੇ ਕੋਲ ਚਲੇ ਜਾਂਦੇ ਨੇ। ਹਿੰਦੂ ਮੁਸਲਮਾਨਾਂ ਕੋਲ ਚਲੇ ਜਾਂਦੇ ਨੇ, ਮੁਸਲਮਾਨ ਹਿੰਦੂਆਂ ਕੋਲ ਚਲੇ ਜਾਂਦੇ ਨੇ ਜਦੋਂ ਮੁਸੀਬਤ ਪਈ ਹੋਵੇ। ਹਾਂਜੀ, ਆਪਣੋ ਧਰਮ ਮੂੜ ਇਮ ਖੋਵੈ, ਇਸ ਤਰ੍ਹਾਂ ਮੂਰਖ ਲੋਕ ਆਪਣਾ ਧਰਮ ਛੱਡ ਦਿੰਦੇ ਨੇ। ਕਉ ਸੂਰੋ ਪੂਰੋ ਸਰੀਰ, ਕੋਈ ਹੁੰਦਾ ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖਦਾ, ਡੋਲਦਾ ਨਹੀਂ, ਕਹਿੰਦਾ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਆਪਣਾ ਗੁਰੂ ਛੱਡ ਕੇ ਕਿਤੇ ਨਹੀਂ ਜਾਵਾਂਗਾ। ਨਿਜ ਗੁਰ ਪਰ ਹੀ ਰਾਖੈ ਧੀਰ, ਕੋਈ ਬਿਰਲਾ ਹੀ ਹੁੰਦਾ ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖਦਾ। ਉਹ ਕਹਿੰਦਾ ਵੀ ਜੇ ਗੁਰੂ ਮਾਰੇਗਾ ਤੇ ਤਾਂ ਜੇ ਬਚਾਏਗਾ ਤਾਂ ਮੈਂ ਹੋਰ ਕਿਸੇ ਦਾ ਬੂਹਾ ਕਿਉਂ ਜਾ ਕੇ ਮੱਲਾਂ। ਹਾਂਜੀ, ਹੈ ਗੁਰ ਸਿੱਖ ਕੋ ਜਗ ਮਾਹੇ, ਕਹਿੰਦੇ ਗੁਰੂ ਦਾ ਸਿੱਖ ਬਿਰਲਾ ਹੀ ਹੁੰਦਾ ਕੋਈ। ਹਾਂਜੀ, ਬੇਮੁਖ ਹੋਏ ਨਾ ਦੁੱਖ ਕਰ ਆਹੇ, ਉਹ ਬੇਮੁਖ ਨਹੀਂ ਹੁੰਦਾ ਆਪਣੇ ਗੁਰੂ। ਦੁੱਖਾਂ ਤੋਂ ਵੇਖ ਕੇ ਘਬਰਾਉਂਦਾ ਨਹੀਂ ਵੀ ਦੁੱਖ ਆ ਗਿਆ ਤੇ ਚਲੋ ਹੁਣ ਦੇਵੀ ਮਾਤਾ ਦੇ ਮੰਦਿਰ ਚਲੇ ਜਾਂਦੇ, ਦੁੱਖ ਆ ਗਿਆ ਪੀਰ ਬਾਬੇ ਦੇ ਮੱਥਾ ਟੇਕ ਆਉਂਦੇ ਆ, ਲਾਲਾਂ ਵਾਲੇ ਕੋਲ ਚਲੇ ਜਾਂਦੇ ਆ। ਇਦਾਂ ਨਹੀਂ, ਉਹ ਆਪਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਸੋਚਦਾ ਹੈ। ਦੁੱਖ ਸੁੱਖ ਦੀ ਪੀੜਾ ਆਪਣੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹਾਂਜੀ, ਦੋਹਰਾ ਬੰਦੀ ਖਾਨੋ ਸਭ ਛੜਿਓ, ਕਹਿੰਦੇ ਜਿਹੜਾ ਜਿੰਨੇ ਕੈਦੀ ਸੀ ਨਾ ਜ਼ਕਰੀਆ ਖਾਨ ਨੇ ਸਾਰੇ ਛੱਡ ਦਿੱਤੇ। ਕਰ ਕਰ ਨਵਾਬ ਸਲਾਮ, ਉਹਨੇ ਸਾਰਿਆਂ ਨੂੰ ਸਲਾਮਾਂ ਕੀਤੀਆਂ, ਜਾਓ ਭਰਾਓ ਆਪੋ ਆਪਣੇ ਘਰ ਜਾਓ, ਮੈਂ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਸੀ, ਤੁਹਾਨੂੰ ਸਾਰਿਆਂ ਦੀ ਸਜ਼ਾ ਮਾਫ ਕੀਤੀ। ਹਾਂਜੀ, ਤੋ ਭੀ ਬੰਧਨ ਨਹਿ ਛੁਟਿਓ, ਜਦੋਂ ਸਾਰੇ ਕੈਦੀ ਛੱਡ ਦਿੱਤੇ ਜੇਲ੍ਹ 'ਚੋਂ ਤਾਂ ਵੀ ਜ਼ਕਰੀਆ ਖਾਨ ਦਾ ਪਿਸ਼ਾਬ ਨਹੀਂ ਚੱਲਿਆ। ਹਾਂਜੀ, ਨਹਿ ਪਾਇਓ ਕਛੂ ਆਰਾਮ, ਆਰਾਮ ਨਹੀਂ ਆਇਆ ਉਹਨੂੰ। ਬੜੇ ਦਾਨ ਪੁੰਨ ਕੀਤੇ ਉਹਨੇ ਪਰ ਕੋਈ ਉਹਨੂੰ ਆਰਾਮ ਨਹੀਂ ਆਇਆ। ਚੌਪਈ ਤਬ ਨਵਾਬ ਕੇ ਯਹ ਜੀ ਆਈ, ਤਾਂ ਫਿਰ ਨਵਾਬ ਦੇ ਮਨ 'ਚ ਇਸ ਤਰ੍ਹਾਂ ਆਈ ਸਿੰਘ ਸਰਾਪ ਸਿੰਘਨ ਤੇ ਜਾਈ, ਕਿ ਤਾਰੂ ਸਿੰਘ ਦਾ ਸਰਾਪ ਸਿੰਘਾਂ ਕੋਲੋਂ ਹੀ ਜਾਣਾ, ਹੋਰ ਹੁਣ ਸਿੰਘਾਂ ਦਾ ਤੀਰ ਕੋਈ ਦੂਜਾ ਨਹੀਂ ਰੋਕ ਸਕਦਾ। ਹਾਂਜੀ, ਜੋ ਰਾਖੈ ਤੋ ਸਿੱਖ ਰਖਾਵੈ, ਜੇ ਮੈਨੂੰ ਬਚਾ ਸਕਦੇ ਤੇ ਸਿੱਖ ਹੀ ਬਚਾ ਸਕਦੇ ਆ। ਤਾਰੂ ਸਿੰਘ ਤੇ ਸਿੱਖ ਬਖਸ਼ਾਵੈ, ਤਾਰੂ ਸਿੰਘ ਤੋਂ ਹੀ ਸਿੰਘ ਹੀ ਬਚਾ ਸਕਦੇ ਆ, ਹੁਣ ਉਹਦੇ ਬਚਨ ਤੋਂ ਹੋਰ ਨਹੀਂ ਕੋਈ ਬਚਾ ਸਕਦਾ। ਸ਼ਹਿਰੀ ਸਿੰਘ ਨਵਾਬ ਬੁਲਾਏ, ਕਹਿੰਦੇ ਉਹਨੇ ਸ਼ਹਿਰ ਲਾਹੌਰ ਦੇ ਜਿਹੜੇ ਸਹਿਜਧਾਰੀ ਸਿੰਘ ਸਨ, ਘਰਾਂ 'ਚ ਰਹਿਣ ਵਾਲੇ, ਖੇਤੀਬਾੜੀ ਜਾਂ ਦੁਕਾਨਦਾਰੀ ਕਰਨ ਵਾਲੇ, ਉਹ ਸੱਦੇ। ਸੋ ਡਰਦੇ ਸਭ ਹੀ ਚੱਲ ਆਏ, ਉਹ ਵਿਚਾਰੇ ਡਰਦੇ ਆ ਗਏ, ਜ਼ਕਰੀਆ ਨੇ ਕਿਉਂ ਬੁਲਾਇਆ ਸਾਨੂੰ। ਜੋੜ ਹਾਥ ਤਿਨ ਅੱਗੇ ਖਲੋਈ, ਜਿਨ੍ਹਾਂ ਨੂੰ ਕਦੀ ਰੋਹਬ ਨਾਲ ਬੁਲਾਉਂਦਾ ਹੁੰਦਾ ਸੀ ਨਾ, ਅੱਜ ਉਹਨਾਂ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਾ, ਮੈਂ ਤਕਸੀਰ ਕਿਮਹਿ ਬਖਸ਼ੋਈ, ਮੇਰਾ ਗੁਨਾਹ ਕਿਵੇਂ ਬਖਸ਼ੋਗੇ, ਮੇਰੇ ਪਾਪ ਕਿਵੇਂ ਬਖਸ਼ੋਗੇ, ਜਿਵੇਂ ਮਰਜ਼ੀ ਮੈਨੂੰ ਬਖਸ਼ ਦਿਓ। ਤਾਰੂ ਸਿੰਘ ਤੇ ਖਤਾ ਬਖਸ਼ਾਵੋ, ਭਾਈ ਤਾਰੂ ਸਿੰਘ ਨੂੰ ਕਹੋ ਮੈਨੂੰ ਮਾਫ ਕਰ ਦੇਵੇ। ਖੋਪਰੀ ਸੀਸ ਪਰ ਕਿਵੇਂ ਟਿਕਾਵੋ, ਉਹਦੀ ਖੋਪਰੀ ਉਹਦੇ ਸਿਰ ਤੇ ਕਿਸੇ ਤਰ੍ਹਾਂ ਟਿਕਾ ਦਿਓ, ਉਹਨੂੰ ਠੀਕ ਕਰ ਦਿਓ, ਉਹਦਾ ਇਲਾਜ ਕਰ ਦਿਓ, ਉਹ ਬਚ ਜਾਵੇ ਤੇ ਮੈਂ ਵੀ ਬਚ ਜਾਵਾਂ। ਡਰਤ ਸਿੱਖਣ ਜਾਏ ਆਖੀ ਸੋਈ, ਲਾਹੌਰ ਦੇ ਸਿੱਖ ਡਰਦੇ ਡਰਦੇ ਭਾਈ ਸਾਹਿਬ ਤਾਰੂ ਸਿੰਘ ਕੋਲ ਗਏ ਤੇ ਉਹਨਾਂ ਨੂੰ ਕਹਿਣ ਲੱਗੇ, ਉੱਤਰ ਤਾਰੂ ਸਿੰਘ ਐਸ ਬਤੋਈ, ਤੇ ਤਾਰੂ ਸਿੰਘ ਨੇ ਅੱਗੋਂ ਇਹ ਜਵਾਬ ਦਿੱਤਾ, ਕਹੋ ਨਵਾਬ ਕਿਮ ਤਰਲੇ ਲੇਵੈ, ਸੁਣਾਓ ਉਹਨੂੰ ਪੁੱਛੋ ਨਵਾਬ ਕਿਵੇਂ ਤਰਲੇ ਕੱਢਦਾ। ਅਬ ਹਮ ਖੋਪਰੀ ਕਾਹੇ ਚੁਹੇਵੈ, ਅਸੀਂ ਉਹ ਖੋਪਰੀ ਤੋਂ ਹੁਣ ਕੀ ਲੈਣਾ ਜਿਹੜੀ ਅਸੀਂ ਦੇ ਦਿੱਤੀ ਹੈ, ਉਹ ਖੋਪਰੀ ਅਸੀਂ ਨਹੀਂ ਵਾਪਸ ਲੈਣੀ ਹੁਣ। ਹਾਂਜੀ, ਜੋ ਤੁਧ ਵਿੱਚ 100 ਲਾਏ ਲੈ ਤਾਨ, ਉਹਨੂੰ ਕਹੋ ਜਾ ਕੇ ਵੀ ਜਿੰਨਾ ਕੁ ਜ਼ੋਰ ਹੋਰ ਲਾਣਾ ਉਹ ਵੀ ਲਾ ਲੈ, ਕੋਈ ਕਸਰ ਰਹਿੰਦੀ ਤੇ ਉਹ ਕੱਢ ਲੈ ਹੁਣ। ਹਾਂਜੀ, ਨਹਿ ਛਾਡੋ ਤੁਧ ਇਸ ਜਹਾਨ, ਹੁਣ ਇਸ ਦੁਨੀਆ ਤੇ ਨਹੀਂ ਰਹਿਣ ਦਿਆਂਗਾ। ਦੋਹਰਾ ਤਬ ਨਵਾਬ ਮਨ ਜਾਣਿਓ, ਤਾਂ ਫਿਰ ਨਵਾਬ ਨੇ ਮਨ ਵਿੱਚ ਜਾਣਿਆ ਮੋਹਿ ਰੱਖਨੇ ਸਾਕੈ ਕੋਏ, ਵੀ ਹੁਣ ਮੈਨੂੰ ਨਹੀਂ ਕੋਈ ਬਚਾ ਸਕਦਾ, ਹੁਣ ਮੇਰਾ ਤਾਂ ਅੰਤ ਸਮਾਂ ਆ ਰਿਹਾ ਨੇੜੇ। ਹਾਂਜੀ, ਰਾਖਨੇ ਆਖੈ ਜੋ ਮੁਝੇ, ਜਿਹੜਾ ਮੈਨੂੰ ਬਚਾਉਣ ਦੀ ਗੱਲ ਕਰੇਗਾ ਸਾਥੇ ਜਾਵੇ ਸੋਏ, ਉਹ ਵੀ ਤਾਰੂ ਸਿੰਘ ਦੇ ਬਚਨ ਨਾਲ ਰੁੜ ਜਾਏਗਾ, ਹੁਣ ਬਚ ਨਹੀਂ ਸਕਦਾ। ਚੌਪਈ ਜਿਮ ਜਿਮ ਸ਼ਹੀਦ ਜੋ ਸੋਟੇ ਲਾਵੇ, ਜਿਉਂ-ਜਿਉਂ ਸ਼ਹੀਦ ਸਿੰਘ ਸਲੋਤਰ ਮਾਰਦੇ ਆ ਜ਼ਕਰੀਏ ਨੂੰ, ਤਿਉਂ ਤਿਉਂ ਨਵਾਬ ਗਸ਼ੀਆਂ ਪੈ ਜਾਵੇ, ਤਿਉਂ-ਤਿਉਂ ਜ਼ਕਰੀਏ ਨੂੰ ਕਸੀਆਂ ਪੈਂਦੀਆਂ ਨੇ।
ਜਿਮ ਜਿਮ ਸ਼ਹੀਦ ਉਸ ਦੇਵੈ ਤਰਾਸ ਜਿਵੇਂ ਜਿਵੇਂ ਡਰਾਉਂਦੇ ਨੇ ਨਵਾਬਹਿ ਆਵੈ ਔਖੈ ਸਾਸ ਔਖੇ ਸਾਹ ਆਉਂਦੇ ਨੇ ਜ਼ਕਰੀਏ ਨੂੰ। ਹਾਂਜੀ, ਤਬ ਨਵਾਬ ਕੇ ਯਹ ਜੀ ਆਈ ਤਾਂ ਉਹਦੇ ਮਨ 'ਚ ਇਸ ਤਰ੍ਹਾਂ ਆਇਆ, ਕਰੈ ਨਾ ਕਰੈ ਅਬ ਖਾਲਸੋ ਸਹਾਈ ਕਹਿੰਦੇ ਖਾਲਸੇ ਦੀ ਓਟ ਤੱਕੀ ਹੈ, ਜੇ ਉਹ ਸਹਾਇਤਾ ਕਰ ਸਕਦੇ ਸਿੰਘ ਕਰ ਸਕਦੇ ਆ। ਸੁਬੇਗ ਸਿੰਘ ਛੱਡ ਪਾਸ ਬੁਲਾਇਆ ਭਾਈ ਸੁਬੇਗ ਸਿੰਘ ਜੰਬਰ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਸੀ, ਉੱਥੋਂ ਰਿਹਾਅ ਕੀਤਾ। ਕਹਿੰਦੇ ਲਿਆਓ ਸੁਬੇਗ ਸਿੰਘ ਨੂੰ। ਸੁਬੇਗ ਸਿੰਘ ਨੂੰ ਲਿਆ ਕੇ ਕਹਿਣ ਲੱਗਾ ਮੈਨੂੰ ਬਚਾ। ਤੋ ਸਾਧ ਸੰਗਤ ਜੀ ਫਿਰ ਉਹ ਕਹਿਣ ਲੱਗਾ ਵੀ ਮੈਂ ਕੀ ਕਰ ਸਕਦਾ। ਕਹਿੰਦੇ ਤੂੰ ਪੰਥ ਕੋਲ ਚਲਾ ਜਾ। ਪੰਥ ਅਕਾਲੀ ਬੁੱਢਾ ਦਲ ਸ੍ਰੀ ਅਕਾਲ ਤਖਤ ਸਾਹਿਬ ਤੇ ਉਤਰਿਆ ਹੋਇਆ ਸੀ। ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜਦੋਂ ਜਥੇਦਾਰ ਸਨ ਪੰਥ ਦੇ ਅਕਾਲ ਤਖਤ ਸਾਹਿਬ ਜੀ ਦੇ, ਉਹਨਾਂ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ। ਪੰਜਾਂ ਸਿੰਘਾਂ ਨੇ ਅਰਦਾਸ ਕਰਕੇ ਗੁਰਮਤਾ ਕਰਕੇ ਆਪਸ ਵਿੱਚ ਜੋ ਫੈਸਲਾ ਸੁਣਾਇਆ ਉਹ ਦੁਨੀਆ 'ਚ ਬੜਾ ਨਿਆਰਾ ਸੀ। ਜਿਹੜਾ ਭਾਈ ਸਾਹਿਬ ਦਾ ਵਚਨ ਹੋਇਆ ਸੀ ਉਹਦੇ ਮੁਤਾਬਕ ਹੀ ਫੈਸਲਾ ਦਿੱਤਾ। ਕਹਿਣ ਲੱਗੇ ਵੀ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲੈ ਕੇ ਜ਼ਕਰੀਏ ਦੇ ਸਿਰ 'ਚ ਮਾਰੋਗੇ, ਜਿਉਂ-ਜਿਉਂ ਮਾਰੋਗੇ ਪਿਸ਼ਾਬ ਦਾ ਤੁਪਕਾ ਖੁੱਲ੍ਹ ਕੇ ਆਵੇਗਾ। ਜਿੰਨੇ ਜ਼ੋਰ ਨਾਲ ਮਾਰੋਗੇ ਓਨਾ ਛੇਤੀ ਆਵੇਗਾ। ਕਹਿੰਦੇ ਉਸੇ ਤਰ੍ਹਾਂ ਹੀ ਕੀਤਾ ਗਿਆ। ਜਦੋਂ ਇਹਦੇ ਸਿਰ ਦੇ ਵਿੱਚ ਜੁੱਤੀਆਂ ਮਾਰਦੇ ਤੇ ਪਿਸ਼ਾਬ ਆਉਂਦਾ, ਕਹਿੰਦਾ ਹੋਰ ਜ਼ੋਰ ਨਾਲ ਮਾਰੋ, ਹੋਰ ਮਾਰਦੇ, ਕਹਿੰਦਾ ਹੋਰ ਜ਼ੋਰ ਨਾਲ ਮਾਰੋ। ਇਹ ਤਾਂ ਜੁੱਤੀਆਂ ਖਾਂਦਾ ਖਾਂਦਾ 22ਵੇਂ ਦਿਨ, ਜਿਸ ਦਿਨ ਖੋਪਰੀ ਲਾਈ ਸੀ, ਠੀਕ 22 ਦਿਨ ਬਾਅਦ ਜ਼ਕਰੀਆ ਇਸ ਦੁਨੀਆ ਤੋਂ ਰਵਾਨਾ ਹੋਇਆ। ਉਹ ਸਤਿ ਸ੍ਰੀ ਅਕਾਲ। ਜ਼ਕਰੀਆ ਖਾਨ ਜਦੋਂ ਇਸ ਦੁਨੀਆ ਤੋਂ ਗਿਆ, ਸਾਧ ਸੰਗਤ ਜੀ ਭਾਈ ਸਾਹਿਬ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਸ੍ਰੀ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਲੀਨ ਹੋ ਗਏ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਆਪ ਜੀ ਨੇ ਦਿਹਾੜਾ ਮਨਾਇਆ। ਸਾਰੀਆਂ ਸੰਗਤਾਂ ਨੇ ਬਹੁਤ ਪ੍ਰੇਮ ਕੀਤਾ ਹੈ। ਨੌਜਵਾਨ ਬੱਚਿਆਂ ਨੇ ਬੜਾ ਉਤਸ਼ਾਹ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਸੇਵਾ, ਬਾਣੀ ਦੇ ਜਾਪ ਹੋਏ ਨੇ। ਨੌਜਵਾਨ ਸਿੰਘਾਂ 'ਚ ਬੜਾ ਉਤਸ਼ਾਹ। ਮੈਂ ਰਾਤ ਵੀ ਕੁਝ ਬੇਨਤੀਆਂ ਕੀਤੀਆਂ ਸੀ। ਸਿੰਘੋ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਾ ਬਾਗ ਬਗੀਚਾ ਹੈ। ਇਹਦੇ ਵਿੱਚ ਸਾਹਿਬਜ਼ਾਦਿਆਂ ਦੇ, ਸ਼ਹੀਦਾਂ ਦੇ, ਸਿੰਘਾਂ ਦੇ ਸਿਰਾਂ ਦੇ ਬਹੁਤ ਵੱਡੇ ਯੋਗਦਾਨ ਪਏ ਹਨ, ਤਾਂ ਆਪਾਂ ਇੱਥੇ ਪਹੁੰਚੇ ਹਾਂ। ਹੁਣ ਇਸ ਵਿਰਸੇ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ ਹੈ। ਬਾਣੀ ਬਾਣੇ ਦੇ ਧਾਰਨੀ ਹੋਵੋ ਔਰ ਨਸ਼ਿਆਂ ਤੋਂ ਬਚੋ। ਕਈ ਸਿੰਘ ਮੈਂ ਸੁਣਿਆ ਹੈ ਉਹ ਉਦਾਹਰਨਾਂ ਕੋਈ ਹੋਰ ਲੈ ਲੈਂਦੇ ਹੈ, ਵਰਤੋਂ ਹੋਰ ਤਰ੍ਹਾਂ ਕਰਦੇ ਹੈ। ਖਾਲਸੇ ਦੀਆਂ ਜਿਹੜੀਆਂ ਪਰੰਪਰਾਵਾਂ ਮਰਜ਼ਾਦਾ ਨੇ ਰਹਿਤ ਹੈ, ਉਹ ਖਾਲਸਾ ਜੀ ਬੜੀ ਸਪਸ਼ਟ ਹੈ, ਉਹਦੇ ਵਿੱਚ ਕੋਈ ਗੁੰਝਲਦਾਰ ਨਹੀਂ ਹੈ। ਪਰ ਜਿਹੜੇ ਲੋਕ ਅਣਜਾਣ ਹਨ, ਘੱਟ ਸਮਝ ਰੱਖਣ ਵਾਲੇ, ਉਹ ਗਲਤ ਵਰਤੋਂ ਚੀਜ਼ਾਂ ਦੀ, ਵਸਤੂਆਂ ਦੀ ਕਰਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹ ਜੇ ਬਾਣਾ ਪਾਇਆ ਹੋਵੇ ਤੇ ਬਾਣੇ ਨੂੰ ਸਾਂਭੋ, ਬਾਣੇ ਦੀ ਇੱਜ਼ਤ ਬਣਾ ਕੇ ਰੱਖੋ, ਬਾਣੀ ਬਾਣੇ ਦੇ ਧਾਰਨੀ ਹੋਵੋ। ਸਿੰਘਾਂ 'ਚ ਪ੍ਰੇਮ। ਪਹਿਲੇ ਜ਼ਮਾਨੇ 'ਚ ਨਾ ਇੱਦਾਂ ਬਾਣਾ ਨਹੀਂ ਸੀ ਪਾਉਣ ਦਿੰਦੇ। ਮਾਫ਼ ਕਰਨਾ, ਮੈਂ ਕੋਈ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ। ਪਹਿਲਾਂ ਰਹਿਤਨਾਮੇ 'ਚ ਲਿਖਿਆ ਹੋਇਆ, ਅੱਜ ਤੋਂ 100 ਸਾਲ ਪਹਿਲਾਂ ਜਦੋਂ ਖਾਲਸਾ ਧਰਮ ਸ਼ਾਸਤਰ ਬਣਿਆ ਨਾ, ਉਹਦੇ 'ਚ ਵੀ ਲਿਖਿਆ, ਔਰ ਸਾਡੇ ਬਚਪਨ 'ਚ ਵੀ ਸੀਗਾ। 80-85 ਤੱਕ ਅਸੀਂ ਦੇਖਿਆ ਵੀ ਜੇ ਕੋਈ ਬਾਣਾ ਪਰ ਪੁੱਛਦਾ ਇਹਦਾ ਅੰਮ੍ਰਿਤ ਕਿੱਥੋਂ ਛਕਿਆ, ਆਖੇ ਜੀ ਫਲਾਣੀ ਸੰਪਰਦਾਇ, ਉਹਦਾ ਲਿਆ ਤੂੰ ਸਰਟੀਫਿਕੇਟ ਲਿਆ। ਪਹਿਲਾਂ ਮਿਲਦਾ ਸੀ ਪ੍ਰਮਾਣ ਪੱਤਰ ਵੀ, ਇਹਨੇ ਦਲ ਪੰਥ 'ਚ ਅੰਮ੍ਰਿਤ ਛਕਿਆ, ਇੰਨੀ ਸੇਵਾ ਕੀਤੀ। ਪਹਿਲਾਂ ਅੰਮ੍ਰਿਤ ਛਕਾਉਂਦੇ, ਫਿਰ 2-4-6 ਮਹੀਨੇ ਸਾਲ ਸੇਵਾ ਕਰਾਉਂਦੇ, ਫਿਰ ਬਾਣਾ ਦਿੰਦੇ ਸੀਗੇ। ਫਿਰ ਜਦੋਂ ਬਾਣਾ ਪਾ ਉਹਨੂੰ ਪਤਾ, ਹੁਣ ਆਪਾਂ ਇੱਕ ਫੈਸ਼ਨ ਜਿਹਾ ਬਣਾ ਕੇ ਕਈ ਵਾਰੀ ਸੋਚਦੇ ਹਾਂ ਵੀ ਚੋਲਾ ਉੱਥੋਂ ਮਿਲ ਜਾਂਦਾ, ਪਾ ਲੈਂਦੇ ਹਾਂ, ਠੀਕ ਹੈ। ਜੇ ਪਾ ਰਿਹਾ ਬੜੀ ਖੁਸ਼ੀ ਹੈ, ਕਿਉਂਕਿ ਉਹ ਤਾਂ ਹੁਣ ਉਨੀ ਘਾਲਣਾ ਤਾਂ ਅਸੀਂ ਨਹੀਂ ਘਾਲ ਸਕਦੇ, ਜਿੰਨੇ ਵੀ ਚੰਗੀ ਗੱਲ ਹੈ। ਪਰ ਫਿਰ ਵੀ ਇਹ ਬਾਣੇ ਦੀ ਜ਼ਿੰਮੇਵਾਰੀ ਹੈ ਜਿਹੜੀ, ਉਹ ਵੀ ਸਾਂਭੋ। ਨਾਲ ਬਾਣੀ ਸੰਥਿਆ ਕਰਨ ਵਾਲੇ ਲਗਭਗ ਬੱਚੇ ਸਾਰੇ ਤੁਸੀਂ ਸੰਥਿਆ ਕਰਦੇ ਹੋ, ਕੀਤੀ ਹੈ। ਕੱਲ ਸੰਥਿਆ ਕਰਕੇ ਛੱਡ ਨਹੀਂ ਦੇਣੀ। ਜੇ ਸੰਥਿਆ ਕਰ ਲਈ ਹੈ ਨਾ, ਭਾਵੇਂ 5 ਅੰਗ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪੜ੍ਹੋ। ਅੱਜ ਕੱਲ੍ਹ ਤਾਂ ਤੁਹਾਡੇ ਕੋਲ ਮੋਬਾਈਲਾਂ 'ਚ ਵੀ ਬਾਣੀ ਹੈ, ਪੋਥੀਆਂ 'ਚ ਹੈ, ਆਈਪੈਡ ਹੈ, ਕਿਤੇ ਜੇ ਹੋ ਸਕੇ ਸਭ ਤੋਂ ਵਧੀਆ ਤਾਂ ਵੀ ਸੈਂਚੀ ਸਾਹਿਬ 'ਤੇ ਪਾਠ ਕਰੋ।
ਤੇ ਜੇ ਕਿਤੇ ਸਫ਼ਰ ਵਿੱਚ ਹੋ, ਕਿਤੇ ਤੁਸੀਂ ਨਹੀਂ ਤੁਹਾਡੇ ਕੋਲ, ਤਾਂ ਤੁਸੀਂ ਫਿਰ ਵੀ ਬਾਣੀ ਪੜ੍ਹ ਸਕਦੇ ਹੋ, ਤੁਹਾਡੇ ਕੋਲ ਵਸੀਲੇ ਨੇ। ਬਾਣੀ ਨਾ ਛੱਡੋ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਤੇ ਜਦੋਂ ਕੋਈ ਗੁਰੂ ਕਾ ਤਿਆਰ ਬਰ ਤਿਆਰ ਸਿੰਘ ਹੋਵੇਗਾ, ਉਹਦਾ ਗੁਰੂ ਸਾਹਿਬ ਤੇਜ ਪ੍ਰਤਾਪ ਆਪੇ ਬਣਾ ਦਿੰਦੇ ਆ। ਖਾਲਸੇ ਨੂੰ ਪ੍ਰਚਾਰ ਦੀ ਲੋੜ ਨਹੀਂ ਹੈ, ਪ੍ਰਚਾਰ ਆਪੇ ਹੋ ਜਾਂਦਾ। ਸਿੰਘ ਤਿਆਰ ਪਰ ਤਿਆਰ ਤੁਰਿਆ ਜਾਵੇ, ਉਹਨੂੰ ਵੇਖ ਕੇ ਦੋ ਚਾਰ ਉਹੀ ਸੱਜ ਜਾਂਦੇ। ਬਾਣੇ ਦਾ ਤੇ ਬਾਣੀ ਦਾ ਇਹ ਪਹਿਰਾ ਹੈ। ਕਿਸੇ ਨੂੰ ਕਹਿਣ ਦੀ ਨਹੀਂ ਲੋੜ, ਤੂੰ ਆਹ ਕੱਪੜੇ ਪਾ, ਤੂੰ ਆਹ ਨਾ ਪਾ, ਇੱਦਾਂ ਦੇ ਪਾ। ਇਹ ਮਨਮੱਤ ਹੈ। ਜਿਹਦੇ ਮਨ 'ਚ ਜਿੱਦਾਂ ਦਾ ਉਤਸ਼ਾਹ ਆਉਣਾ, ਉਹਨੇ ਆਪੇ ਹੀ ਅੰਦਰੋਂ ਪ੍ਰਗਟ ਹੋ ਜਾਣਾ। ਤੇ ਇਸ ਕਰਕੇ ਭਾਈ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਗੁਰੂ ਨੇ ਬੜੀ ਕਿਰਪਾ ਕੀਤੀ ਹੈ। ਬਹੁਤ ਸੰਗਤਾਂ ਦਾਸ ਦੇ ਨਾਲ ਵੀ, ਚਾਟਲ ਤੋਂ ਵੀ ਸਿੰਘ ਆਏ, ਐਲੇ ਤੋਂ ਵੀ ਆਏ, ਤੇ ਇੱਥੋਂ ਦੀਆਂ ਸੰਗਤਾਂ ਨੇ, ਪ੍ਰਬੰਧਕਾਂ ਨੇ ਬਹੁਤ ਪਿਆਰ ਕੀਤਾ। ਸਾਰੀਆਂ ਸੰਗਤਾਂ ਦਾ, ਸਾਰੇ ਪਿਆਰਿਆਂ ਦਾ, ਗੁਰਸਿੱਖਾਂ ਦਾ। ਭਾਈ ਸਾਹਿਬ ਜਥੇਦਾਰ ਸਾਡੇ ਗਿਆਨੀ ਜੀ, ਗਿਆਨੀ ਗੁਰਦਿੱਤ ਸਿੰਘ ਜੀ, ਇਹਨਾਂ 'ਤੇ ਬੜੀ ਕਿਰਪਾ ਹੈ। ਬਹੁਤ ਪਿਆਰ ਨਾਲ ਇਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਬਾਬਾ ਦੀਦਾਰ ਸਿੰਘ ਜੀ ਹੋਰਾਂ ਨੇ ਅਤੇ ਜਥੇਦਾਰ ਜੀ ਆਪਣੇ ਦਰਸ਼ਨ ਸਿੰਘ ਜੀ ਮਾਨ ਸਾਹਿਬ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨ, ਸਾਡੇ ਪ੍ਰਧਾਨ ਸਾਹਿਬ ਜੀ ਬੈਠੇ ਨੇ, ਰੰਧਾਵਾ ਸਾਹਿਬ ਬੈਠੇ ਨੇ, ਸਾਰੀਆਂ ਸੰਗਤਾਂ ਨੇ, ਸਾਧ ਸੰਗਤ ਜੀ। ਕਿਹਨਾਂ ਦਾ ਮੈਂ ਜ਼ਿਕਰ ਕਰਾਂ, ਇੱਕ ਤੋਂ ਇੱਕ ਚੜ੍ਹਦੇ ਨੌਜਵਾਨ ਬੱਚੇ, ਗੁਰਜੋਤ ਸਿੰਘ ਹੋਰੀ, ਜਸ ਸਿੰਘ ਜੀ ਹੋਰੀ, ਔਰ ਭਾਈ ਲਵਪ੍ਰੀਤ ਸਿੰਘ ਸਨਫਿਸਕੋ ਤੋਂ। ਇਹ ਦਲ ਪੰਥ ਦੀ ਸੇਵਾ, ਇਹ ਮਨ ਵਿੱਚ ਸ਼ੌਂਕ ਹੈ। ਕਈ ਵਾਰੀ ਸੋਚਦੇ ਵੀ ਇੱਥੇ ਬੱਚਿਆਂ ਨੂੰ ਕਿਵੇਂ ਪਤਾ ਲੱਗ ਜਾਂਦਾ। ਇਹ ਸਾਧ ਸੰਗਤ ਜੀ, ਜਿਹੜੀਆਂ ਪਿਛਲੀਆਂ ਰੂਹਾਂ ਹੁੰਦੀਆਂ ਦੁਬਾਰਾ ਆ ਜਾਂਦੀਆਂ। ਕੋਈ ਪਿਛਲਾ ਸੰਸਕਾਰ ਹੁੰਦਾ, ਉਹ ਜਿੱਦਾਂ ਦਾ ਸੰਸਕਾਰ ਹੁੰਦਾ, ਉੱਦਾਂ ਦੀ ਉਹਦੀ ਅਗਲੇ ਜਨਮ ਵਿੱਚ ਵੀ ਉੱਦਾਂ ਦੀ ਉਹਨੂੰ ਸੰਗਤ ਮਿਲ ਜਾਂਦੀ ਹੈ, ਉੱਦਾਂ ਦਾ ਉਹਦਾ ਮਾਹੌਲ ਬਣ ਜਾਂਦਾ, ਉੱਦਾਂ ਦਾ ਹੀ ਉਹਦੀ। ਵਾਹਿਗੁਰੂ ਨੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੋਣ ਦੇਣਾ। ਅਕਾਲ ਪੁਰਖ ਨੇ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਆਪ ਬਣਾਇਆ ਹੋਇਆ। ਉਹਨੇ ਸੰਸਾਰ ਨੂੰ ਇੱਦਾਂ ਦਾ, ਉਹਦੇ ਵਿੱਚ ਹਰ ਚੀਜ਼, ਜ਼ਹਿਰ ਵੀ ਬਣਾਇਆ, ਅੰਮ੍ਰਿਤ ਵੀ ਬਣਾਇਆ। ਵੇਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰ ਕੋ ਦੋਏ ਫਲ ਲਾਏ। ਉਹ ਜੋ ਵੀ ਹੈ ਨਾ, ਉਹ ਪਰਮੇਸ਼ਰ ਅੱਗੇ ਦੀ ਅੱਗੇ ਤੋਰ ਦਿੰਦਾ, ਡਿਊਟੀਆਂ ਲਾ ਦਿੰਦਾ। ਤੋ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਜਦੋਂ ਲੈ ਕੇ ਗਏ ਨਾ ਫੌਜ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਨੂੰ ਜਦੋਂ ਮਜਨੂ ਦੇ ਟਿੱਲੇ ਤੋਂ ਚਾਲਾ ਮਾਰਿਆ ਸੀ, 5 ਸਿੱਖ ਮਹਾਰਾਜ ਨੂੰ ਜਹਾਂਗੀਰ ਨੇ ਕਿਹਾ ਵੀ ਨਾਲ ਲੈ ਜਾ ਸਕਦੇ। 5 ਸਿੱਖ ਬਾਬਾ ਬਿਧੀ ਚੰਦ, ਬਾਬਾ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਭਾਈ ਬੈੜਾ ਜੀ, ਇਹ 5 ਬ੍ਰਹਮ ਗਿਆਨੀ ਮਹਾਂਪੁਰਸ਼ ਸੀਗੇ। ਇਹਦਾ ਗਵਾਲੀਅਰ ਚਲੇ ਗਏ। ਹੁਣ ਪਿੱਛੇ ਰਹਿ ਗਈ 1800 ਫੌਜ। ਉਹ ਕੌਣ ਸਾਂਭੇਗਾ? 6ਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਰਾ ਲਾਇਆ, ਬਾਬਾ ਜੀ ਤੁਸੀਂ ਇਹ ਫੌਜ ਨੂੰ ਸਾਂਭਣਾ। ਤੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਤ ਦੇ ਵਿੱਚ ਲਿਖਿਆ, ਕਹਿੰਦੇ ਉਹ ਜਗ੍ਹਾ ਅਸੀਂ ਵੇਖੀ। ਕਹਿੰਦੇ ਭਾਈ ਸੰਤੋਖ ਸਿੰਘ ਕਹਿੰਦੇ ਅਸੀਂ ਵੇਖੀ ਹੈ। ਉਹ ਬਾਅਦ 'ਚ ਦਿੱਲੀ ਦੇ ਵਿੱਚ ਪਰਲੇ ਪਾਸੇ ਜਿੱਧਰ ਹਿਸਾਰ ਵਾਲਾ ਪਾਸਾ ਹੈ ਨਾ, ਬਾਂਗਰ ਵਾਲਾ ਪਾਸਾ, ਉੱਧਰ ਕਿਤੇ ਸੀਗੀ ਉਹ ਜਗ੍ਹਾ। ਉੱਥੇ ਬਾਬਾ ਜੀ ਜਾ ਕੇ ਘੋੜੇ, ਫੌਜਾਂ, ਘਾਹ ਪੱਠਾ ਖੁੱਲ੍ਹਾ ਸੀ, ਉੱਥੇ ਛੱਡ ਦਿੱਤੀਆਂ। ਤੇ ਆਪ ਸ੍ਰੀ ਅੰਮ੍ਰਿਤਸਰ ਗਏ, ਦਰਬਾਰ ਸਾਹਿਬ ਜਾ ਕੇ ਚੌਂਕੀਆਂ ਦੀ ਮਰਜ਼ਾਦਾ ਸ਼ੁਰੂ ਕੀਤੀ। ਜਦੋਂ ਮਰਜ਼ਾਦਾ ਸ਼ੁਰੂ ਕੀਤੀ, ਸੰਗਤਾਂ ਬਹੁਤ ਵਿਰਾਗ ਕਰਦੀਆਂ। ਬਾਬਾ ਜੀ ਕਹਿੰਦੇ ਇੱਦਾਂ ਕਰਿਆ ਕਰੋ, ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪਰਿਕਰਮਾ ਕੀਰਤਨ ਕਰਦੇ ਕਰਦੇ ਤੁਰਿਆ ਕਰੋ, ਸਾਰੇ ਅਸਥਾਨਾਂ ਦੇ ਦਰਸ਼ਨ ਕਰਿਆ ਕਰੋ, ਸਰੋਵਰਾਂ ਦੇ ਇਸ਼ਨਾਨ ਕਰਿਆ ਕਰੋ, ਮਨ ਟਿਕੇਗਾ। ਮਾਤਾ ਗੰਗਾ ਜੀ ਕਹਿੰਦੇ ਮੇਰਾ ਮਨ ਨਹੀਂ ਟਿਕਦਾ, ਮੈਂ ਤਾਂ ਉਦੋਂ ਹੀ ਮਨ ਟਿਕਿਆ ਜਦੋਂ 6ਵੇਂ ਪਾਤਸ਼ਾਹ ਮੇਰੇ ਕੋਲ ਆ ਕੇ ਥਾਲੀ 'ਚ ਪ੍ਰਸ਼ਾਦਾ ਛਕਣਗੇ। ਕਿਉਂਕਿ ਮੈਂ ਤੇ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਂਦੀ ਸੀ, ਇੱਕੋ ਹੀ ਮੇਰਾ ਪੁੱਤਰ, ਤੇ ਉਹ ਵੀ ਮੇਰੀਆਂ ਅੱਖਾਂ ਤੋਂ ਓਹਲੇ। ਮਾਤਾ ਗੰਗਾ ਜੀ ਕਹਿੰਦੇ ਬਾਬਾ ਜੀ ਭਾਵੇਂ ਜੰਗ ਕਰੋ, ਲੈ ਕੇ ਆਓ 6ਵੇਂ ਪਾਤਸ਼ਾਹ। ਬਾਬਾ ਬੁੱਢਾ ਸਾਹਿਬ ਜੀ ਇਕੱਲੇ ਸੰਤ ਨਹੀਂ, ਸਿਪਾਹੀ ਵੀ ਸੀ। ਅੱਜ ਵੀ ਤੁਸੀਂ ਅਕਾਲ ਤਖਤ ਸਾਹਿਬ ਜਾਓ ਨਾ, ਬਾਬਾ ਬੁੱਢਾ ਸਾਹਿਬ ਦੀ ਤਲਵਾਰ ਦੇ ਦਰਸ਼ਨ ਹੁੰਦੇ ਆ। ਇਹ ਸ਼ਾਮ ਨੂੰ ਰਹਿ ਰਾਸਤ, ਇਹ ਸ੍ਰੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਹੈ, ਦਰਸ਼ਨ ਕਰਾਏ ਜਾਂਦੇ। ਬਾਬਾ ਬੁੱਢਾ ਸਾਹਿਬ ਜੀ ਫਿਰ ਹੁਕਮਨਾਮਾ ਜਾਰੀ ਕੀਤਾ ਤੇ ਗੁਰੂ ਨਾਨਕ ਦੇਵ ਜੀ ਕਿਹਾ ਸੀ, ਬਾਬਾ ਬੁੱਢਾ ਸਾਹਿਬ ਤੁਹਾਡੇ ਤੁਸੀਂ ਓਹਲੇ ਨਹੀਂ ਹੋਵਾਂਗੇ, ਜੋ ਤੁਸੀਂ ਕਹੋਗੇ ਸਾਡਾ ਹੀ ਵਚਨ ਹੋਵੇਗਾ। ਫਿਰ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਵਚਨ ਕੀਤਾ, ਕਹਿੰਦੇ ਵੀ ਜਿਹੜਾ ਵੀ ਕੋਈ ਤੁਰ ਸਕਦਾ 40-50 ਸਾਲ ਦੀ ਉਮਰ ਤੱਕ, ਜਿਹੜਾ ਵੀ ਕੋਈ ਸ਼ਸਤਰ ਚੁੱਕ ਸਕਦਾ, ਕੋਈ ਡਾਂਗ, ਸੋਟਾ, ਬਰਛਾ, ਬੰਦੂਕ, ਢਾਲ, ਤਲਵਾਰ ਲੈ ਕੇ ਆ ਜਾਓ। ਫਿਰ ਗੁਰੂ ਦੇ ਪਿਆਰੇ ਨਿੱਤਰ ਆਏ, 32,000 ਫੌਜ ਬਣ ਗਈ। ਜਿੱਥੇ 1800 ਸੀ, ਕਿੱਥੇ ਹੋ ਗਿਆ 32,000। ਗਵਾਲੀਅਰ ਪਹੁੰਚ ਗਏ। ਉਧਰੋਂ ਬਾਦਸ਼ਾਹ ਨੇ ਮਹਾਰਾਜ ਨੂੰ ਰਿਹਾ ਕਰਤਾ ਸੀ, ਕਿਉਂਕਿ ਬਾਬਾ ਬਿਧੀ ਚੰਦ ਸ਼ੇਰ ਬਣ ਕੇ ਉਹਦੀ ਛਾਤੀ ਚੜ੍ਹ ਜਾਂਦੇ ਸੀ।
ਤੇ ਬਾਬਾ ਜੇਠਾ ਜੀ ਉਹਨੂੰ ਦੱਸ ਆਏ ਸੀ ਵੀ ਤੂੰ ਗੁਰੂ ਸਾਹਿਬ ਨੂੰ ਬਾਹਰ ਕੱਢੇਂਗਾ ਤਾਂ ਸ਼ੇਰ ਛੱਡਣਗੇ, ਨਹੀਂ ਤੈਨੂੰ ਖਾ ਜਾਣਗੇ। ਸੋ ਇਸ ਕਰਕੇ ਉਹ ਫਿਰ ਜਹਾਂਗੀਰ ਨੇ ਮਹਾਰਾਜ ਨੂੰ ਕਿਹਾ ਵੀ ਤੁਸੀਂ ਜਿੰਨੇ ਰਾਜੇ ਆਪਣੇ ਚੋਲੇ ਦੀ ਸੰਖੇਪ ਵਿੱਚ ਕਰ ਰਿਹਾ, ਸਾਰਾ ਪਤਾ ਹੀ ਹੈ ਤੁਹਾਨੂੰ ਇਤਿਹਾਸ। 52 ਰਾਜਿਆਂ ਨੂੰ ਛੁਡਾ ਕੇ ਮਾਰੇ ਬਾਹਰ ਨਿਕਲੇ ਤੇ ਬਾਹਰ 32,000 ਫੌਜ ਉਸ ਵੇਲੇ ਬਾਬਾ ਬੁੱਢਾ ਸਾਹਿਬ ਲੈ ਕੇ ਖੜੇ। ਮਹਾਰਾਜ ਕਹਿੰਦੇ ਬਾਬਾ ਜੀ ਫੌਜਾਂ ਤਾਂ ਸਵਾਈਆਂ ਸੀ, ਇਹ ਇੰਨੀਆਂ ਕਿੱਥੋਂ ਆ ਗਈਆਂ? ਉਹ ਕਹਿੰਦੇ ਮਹਾਰਾਜ ਮਾਤਾ ਜੀ ਦਾ ਹੁਕਮ ਸੀ ਵੀ ਜੰਗ ਵੀ ਲੜਨਾ, ਕਿਲਾ ਤੋੜਨਾ ਵੀ ਤੋੜ ਦੇਣਾ, ਮਹਾਰਾਜ ਨੂੰ ਲੈ ਕੇ ਆਉਣਾ। ਤੇ ਜੇ ਅੱਜ ਨਾ ਤੁਸੀਂ ਬਾਹਰ ਨਿਕਲਦੇ ਤੇ ਮਹਾਰਾਜ ਇੱਥੇ ਮੋਰਚਾ ਫਤਿਹ ਉਦਾਂ ਹੀ ਕਰ ਲੈਣਾ ਸੀ ਜਿਵੇਂ ਮਰਜ਼ੀ ਹੁੰਦਾ। ਤੇ ਫਿਰ ਮਹਾਰਾਜ ਖੁਸ਼ ਹੋ ਕਹਿੰਦੇ ਬਾਬਾ ਜੀ ਤੁਹਾਡਾ ਦਲ ਚੱਲੇਗਾ, ਬੁੱਢਾ ਦਲ। ਤੇ ਬੁੱਢੇ ਦਲ ਦੇ ਵਿੱਚ ਪਲੇ ਪੜਾਏ, ਪੜ੍ਹੇ ਪੜਾਏ, ਸਿੱਖੇ ਸਿਖਾਏ, ਲਿਖੇ ਲਿਖਾਏ ਆਪੇ ਆਇਆ ਕਰਨਗੇ। ਪੜ੍ਹੇ ਪੜਾਏ, ਪੜ੍ਹੇ ਵਰ ਦਿੱਤਾ ਸੀ। ਘੋੜੇ ਵੀ ਜਵਾਨ ਆਉਣਗੇ, ਸਿੰਘ ਵੀ ਆਉਣਗੇ। ਤੇ ਸਾਧ ਸੰਗਤ ਜੀ ਖਾਲਸੇ ਨੂੰ ਪ੍ਰਚਾਰ ਕਰਨ ਦੀ ਨਹੀਂ ਲੋੜ। ਕਈ ਕਹਿੰਦੇ ਪ੍ਰਚਾਰ ਨਹੀਂ ਕਰਦੇ ਨਿਹੰਗ ਸਿੰਘ। ਕੋਈ ਨਹੀਂ, ਪ੍ਰਚਾਰ ਤੇ ਗੁਰੂ ਸਾਹਿਬ ਦਾ ਬਾਣੀ ਪੜ੍ਹੋ, ਨਾਮ ਜਪੋ, ਕਥਾ ਕੀਰਤਨ, ਇਹੀ ਪ੍ਰਚਾਰ ਹੈ। ਹੁਣ ਲੋਕਾਂ ਨੂੰ ਘਰ ਜਾ ਕੇ ਕਹੀਏ ਤੂੰ ਬਾਣਾ ਪਾ, ਨਹੀਂ, ਆਪੇ ਹੀ ਜਿਹਨੇ ਪਾਣਾ। ਬਲਕਿ ਸਿੰਘ ਦੇ ਕਹਿੰਦੇ ਨੇ ਜੀ ਘੱਟ ਤੋਂ ਘੱਟ ਪਾਣ, ਪੱਕੇ ਹੋਣ, ਕੱਚੇ ਬਿੱਲੇ ਨਾ ਹੋਣ, ਤਿਆਰ ਪਰ ਤਿਆਰ ਹੋਣ। ਸੋ ਤਿਆਰ ਪਰ ਤਿਆਰ ਹੋਣ ਦੀ ਲੋੜ ਆ। ਤੁਹਾਨੂੰ ਵੇਖ ਕੇ ਸਾਰਾ ਸੰਸਾਰ ਹੀ ਸਿੰਘ ਬਣ ਜਾਣਾ। ਅਸੀਂ ਅੱਜ ਜ਼ੋਰ ਤੇ ਪ੍ਰਚਾਰ ਤੇ ਦਿੱਤਾ ਹੋਇਆ ਵੀ ਪ੍ਰਚਾਰ ਕਰੋ, ਪ੍ਰਚਾਰ ਕਰੋ। ਅਮਲ ਸਾਡਾ ਇੱਕ ਪੈਸੇ ਦਾ ਨਹੀਂ। ਗੁਰੂ ਕਿਰਪਾ ਕਰੇ ਸਾਨੂੰ ਰਹਿਣੀ ਬਹਿਣੀ ਜੀਵਨ ਜਾਚ ਦੇਵੇ, ਸਾਡਾ ਜੀਵਨ ਲੇਖੇ ਲੱਗੇ, ਗੁਰੂ ਸਾਹਿਬ ਦੇ ਚਰਨਾਂ 'ਚ ਸਫਲ ਹੋਵੇ। ਬਹੁਤ ਪਿਆਰ ਇੱਥੋਂ ਦੀਆਂ ਸੰਗਤਾਂ ਨੇ ਕੀਤਾ ਹੈ। ਸੋ ਜਥੇਦਾਰ ਬਲਜਿੰਦਰ ਸਿੰਘ ਜੀ ਹੋਰੀ, ਬਾਬਾ ਗੁਲਾਲ ਸਿੰਘ ਜੀ ਹੋਰੀ, ਇਸੇ ਤਰ੍ਹਾਂ ਭਾਈ ਜੁਝਾਰ ਸਿੰਘ ਜੀ, ਭਾਈ ਅਜੇਪਾਲ ਸਿੰਘ ਜੀ, ਭਾਈ ਮਨਵੀਰ ਸਿੰਘ ਜੀ, ਇਹ ਨੌਜਵਾਨ ਨੇ, ਭਾਈ ਗੁਰਕੀਰਤ ਸਿੰਘ ਜੀ, ਸਾਰਿਆਂ ਨੇ ਬਹੁਤ ਸਾਰੀ ਸੰਗਤ ਦਾ, ਸਾਰੇ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।